तो जपजी दी बाणी दी ਜਿਹੜੀਆਂ ਪਹਿਲੇ ਤੇ ਜਪਜੀ ਸਾਹਿਬ ਦੀ ਬਾਣੀ ਮੁੱਢਲੀ ਬਾਣੀ ਹੋਣ ਕਾਰਨ ਇਸ ਅ ਫਾਊਂਡੇਸ਼ਨਲ ਸਟੋਨ ਹੈ ਆਲਮੋਸਟ ਗੁਰਸਿੱਖੀ ਦਾ ਸੋ ਸਾਰਾ ਸਿੱਖੀ ਦਾ ਧੜਾ ਜਪਜੀ ਦੇ ਉੱਤੇ ਖੜਾ ਹੋਇਆ ਹੈ And by the way, we might not know this or we might have an idea about this ਕਿ ਜਪਜੀ ਸਾਹਿਬ ਦਾ ਪਾਠ ਸਵੇਰੇ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਗੁਰੂ ਨਾਨਕ ਦੇਵ ਜੀ ਆਪ ਕਰਦੇ ਸਨ ਇਹਦਾ ਪਾਠ ਹੈ ਜੀ ਸੋ ਜਸਟ ਟੂ ਲੈਟ ਯੂ ਨੋ ਦੀ ਇੰਪੋਰਟੈਂਸ ਆਫ ਦਿਸ ਬਾਣੀ ਦੋ ਕਿ ਇਸ ਬਾਣੀ ਦੀ ਪਾਠ ਹਰ ਗੁਰੂ ਕਰਦੇ ਆਏ ਹਨ ਸਵੇਰੇ ਨਿਤਨੇਮ ਸਭ ਤੋਂ ਪੁਰਾਤਨ ਨਿਤਨੇਮ ਵਿੱਚ ਇਹ ਬਾਣੀ ਮੌਜੂਦ ਸੀ ਮਾਡਰਨ ਡੇ ਵਿੱਚ ਵੀ ਹੈ ਪੁਰਾਤਨ ਟਾਈਮ ਵਿੱਚ ਵੀ ਸੀ ਗੁਰੂਆਂ ਦੇ ਟਾਈਮ ਵਿੱਚ ਵੀ ਸੀ ਭਗਤਾਂ ਨੇ ਕੀਤੀ ਹੈ ਜੀ ਇਤਿਹਾਸਕਾਰ ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਸੂਫੀ ਸੰਤ ਮੀਆਂ ਮੀਰ ਵਰਗੇ ਸੰਤ ਜਪਜੀ ਸਾਹਿਬ ਦਾ ਪਾਠ ਰੋਜ਼ ਸਵੇਰੇ ਕਰਿਆ ਕਰਦੇ ਸਨ ਗੁਰੂ ਮਾਤਾਵਾਂ ਨੇ ਕੀਤਾ ਹੈ ਇਹ ਪਾਠ ਸਾਡੀ ਜ਼ਿੰਦਗੀ ਵਿੱਚ ਫਰਮ ਦ ਵੈਰੀ ਬਿਗਨਿੰਗ ਆਫ ਦਾ ਟਾਈਮ ਰਿਹਾ ਹੈ ਜਪਜੀ ਸਾਹਿਬ ਦੀ ਜਿਹੜੀ ਲਿਖਤ ਜਿਹੜੀ ਹੈ ਉਹ ਸੁਲਤਾਨਪੁਰ ਲੋਧੀ ਵਿੱਚ ਬਣੀ ਗਈ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਸੁਲਤਾਨਪੁਰ ਲੋਧੀ ਜਿਹੜੇ ਗਏ ਹਨ ਜਿਹੜੇ ਉੱਥੇ ਪ੍ਰੋਪਰ ਗੁਰਦੁਆਰਾ ਹੈ ਜਿੱਥੇ ਜਪਜੀ ਸਾਹਿਬ ਜਿੱਥੇ ਜਪਜੀ ਰਿਵੀਲ ਹੋਈ ਹੈ ਉਹਨਾਂ ਨੂੰ ਪਹਿਲੀ ਵਾਰੀ ਸੋ 16ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ the 16th ਪੌੜੀ that Anisha ji wanted me to discuss though and we will not be discussing the whole thing right now we'll be discussing a few lines from that and we'll continue next week and then week after that I don't want to take up the entire session for that ਤੇ ਇਹ 16ਵੀਂ ਪੌੜੀ ਵਿੱਚ ਜਿਹੜੀ ਪੰਚ ਵਾਲੀ ਜਿਹੜੀ ਪੌੜੀ ਹੈ ਸੋ ਇਹ ਪੰਚ ਵਾਲੀ ਜਿਹੜੀ ਪੌੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਜਿਹੜੀ ਇਹਨਾਂ ਪੌੜੀਆਂ ਤੋਂ ਪਹਿਲੇ ਜਿਹੜੀਆਂ ਪਹਿਲੇ 15 ਜਿਹੜੀਆਂ ਪੌੜੀਆਂ ਆਈਆਂ ਹਨ ਉਹਨਾਂ ਵਿੱਚ ਜਿਹੜੀ ਮੇਨ ਜਿਹੜੇ ਇਸ਼ੂਜ਼ ਜਿਹੜੇ ਆਏ ਹਨ ਜਿਹੜੇ 94 ਜਿਹੜੇ ਇਸ਼ੂਜ਼ ਆਏ ਹਨ ਪਹਿਲਾ ਇਸ਼ੂ ਤੇ ਆਇਆ ਹੈ ਕਿ ਹੁਕਮ ਰਜਾਈ ਚੱਲਣ ਦਾ ਇਸ਼ੂ ਆਇਆ ਹੈ ਜੀ ਉਹ ਮੈਂ ਡਿਸਕਸ ਕਰ ਚੁੱਕੇ ਹਾਂ ਪਹਿਲੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਮਤਲਬ ਉਹਦੀ ਮਰਜ਼ੀ ਅਨੁਸਾਰ ਚੱਲਣਾ ਹਾਂਜੀ ਉਹ ਜੋ ਚਾਹੁੰਦਾ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਬਤੀਤ ਕਰਨੀ ਤੁਹਾਡੀ ਮਰਜ਼ੀ ਨਾਲ ਨਹੀਂ ਹੈ ਜੀ ਜੋ ਮੇਰੀ ਮਰਜ਼ੀ ਹੋਏ ਉਹ ਨਹੀਂ ਜੋ ਉਹਦੀ ਮਰਜ਼ੀ ਹੋਏ ਉਸ ਹਿਸਾਬ ਨਾਲ ਆਬਵੀਅਸਲੀ ਨੈਕਸਟ ਕੁਐਸਚਨ ਹੈ ਕਿ ਉਹਦੀ ਮਰਜ਼ੀ ਕੀ ਹੈ ਤੇ ਉਹਦੀ ਮਰਜ਼ੀ ਜਿਹੜੀ ਹੈ ਜਾਂ ਉਹਦੀਆਂ ਚਾਹਾਂ ਜਿਹੜੀਆਂ ਹਨ ਜਾਂ ਉਹਦੀਆਂ ਪਸੰਦ ਜਿਹੜੀਆਂ ਹਨ ਉਹ ਗੁਰਬਾਣੀ ਵਿੱਚ ਨਿਰੂਪਣ ਹਨ ਅੱਛੀ ਤਰ੍ਹਾਂ ਹਾਂਜੀ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਜਿਹੜੀਆਂ ਬ੍ਰਹਮ ਗਿਆਨੀਆਂ ਦੀਆਂ ਕੁਆਲਿਟੀਆਂ ਆਈਆਂ ਹਨ ਜਿਹੜੀਆਂ ਉਹ ਸਾਰੀ ਉਹਦੀ ਮਰਜ਼ੀ ਹੈ ਉਹ ਵੀ ਉਹ ਚਾਹੁੰਦੇ ਹਨ ਤੁਸੀਂ ਨਿਰਦੋਖ ਬਣੋ ਉਹ ਚਾਹੁੰਦੇ ਹਨ ਹਿਊਮਿਲਿਟੀ ਹੋਵੇ ਉਹ ਚਾਹੁੰਦੇ ਹਨ ਤੁਹਾਡੇ ਚ ਕਰੁਣਾ ਹੋਵੇ ਉਹ ਚਾਹੁੰਦੇ ਹਨ ਤੁਹਾਡੇ ਚ ਫੋਰਗਿਵਨੈਸ ਹੋਵੇ ਉਹ ਚਾਹੁੰਦੇ ਹਨ ਤੁਸੀਂ ਸੇਵਾ ਕਰਨ ਵਾਲੇ ਹੋਵੋ ਉਹ ਚਾਹੁੰਦੇ ਹਨ ਤੁਸੀਂ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਹੋਵੋ ਇਹ ਉਹਦੀਆਂ ਮਰਜ਼ੀਆਂ ਹਨ ਇਹ ਉਹਨੂੰ ਚੰਗਾ ਲੱਗਦਾ ਹੈ ਤਾਂ ਪਹਿਲੀ ਤੇ ਇਸ਼ੂ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਇੱਕ ਐਕਟਿਵ ਮੋਡ ਦਿਓ ਤੇ ਆਪਣੀ ਲਾਈਫ ਨੂੰ ਆਪਣੀ ਤਰ੍ਹਾਂ ਨਾ ਜੀਓ ਆਪਣੀ ਲਾਈਫ ਨੂੰ ਆਪਣੀ ਮਤਲਬ ਨਾਲ ਨਾ ਜੀਓ ਆਪਣੀ ਬੁੱਧੀ ਨਾਲ ਨਾ ਜੀਓ ਗੁਰੂ ਦੀ ਬੁੱਧੀ ਨਾਲ ਜੀਓ ਹਾਂਜੀ ਇਹ ਪਹਿਲਾ ਉਪਦੇਸ਼ ਹੈ which is I think the most difficult one to follow which is very hard to follow because ਆਮ ਬੰਦਾ ਇਹ ਸੋਚਦਾ ਕਿ ਮੈਂ ਪੜ੍ਹਿਆ ਲਿਖਿਆ ਮੈਨੂੰ ਪਤਾ ਹੈ ਕੀ ਕਰਨਾ ਹੈ ਜ਼ਿੰਦਗੀ ਵਿੱਚ I know what I'm doing and I know what I can get ahead and I know what's right or wrong ਪਰ ਜਪਜੀ ਦੀ ਫਿਲਾਸਫੀ ਉਹ ਨਹੀਂ ਹੈ ਜਪਜੀ ਦੀ ਫਿਲਾਸਫੀ ਹੈ ਕਿ ਆਪਣੀ ਮਤ ਨੂੰ ਅੱਗੇ ਨਾ ਲੈ ਕੇ ਆਓ ਆਪਣੀ ਬੁੱਧੀ ਨੂੰ ਅੱਗੇ ਨਾ ਲੈ ਕੇ ਆਓ ਆਪਣੀ ਸਮਝ ਨੂੰ ਅੱਗੇ ਨਾ ਲੈ ਕੇ ਆਓ ਇਨਫੈਕਟ ਆਪਣੀ ਸਮਝ ਰੱਖੋ ਹੀ ਨਾ ਸਮਝ ਸਿਰਫ ਗੁਰੂ ਦੀ ਰੱਖੋ ਅੱਗੇ ਪਰ ਇਹ ਕਹਿਣਾ ਆਸਾਨ ਹੈ ਕਰਨਾ ਬਹੁਤ ਮੁਸ਼ਕਿਲ ਹੈ ਇਹ ਗੱਲਾਂ ਹੀ ਆਸਾਨ ਹਨ ਖਾਲੀ ਹੁਕਮ ਰਜਾਈ ਰੋਜ਼ ਪੜ੍ਹਤੇ ਜਾਂਦੇ ਹਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਲੇਕਿਨ ਇਹਦਾ ਸਾਧਨ ਪੱਖ ਜਿਹੜਾ ਹੈ ਇਹਦੀ ਜਿਹੜੀ ਐਕਸੈਪਟੈਂਸ ਜਿਹੜੀ ਹੈ ਉਹ ਬਹੁਤ ਔਖੀ ਹੈ ਇੰਨੀ ਆਸਾਨ ਨਹੀਂ ਹੈ ਇਹਦੀ ਉਹ ਕਰਨੀ ਇਹਦੀ ਕਿਉਂਕਿ ਇਹ ਕਰਨ ਵਾਸਤੇ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਬਦਲਾਵ ਲੈ ਕੇ ਆਣੇ ਪੈਣਗੇ ਐਕਟਿਵ ਚੇਂਜਸ ਲੈ ਕੇ ਆਣੀਆਂ ਪੈਣਗੀਆਂ ਤੁਹਾਡੀ ਲਾਈਫ ਵਿੱਚ ਜਿਹੜੀਆਂ ਸ਼ਾਇਦ ਪਹਿਲੇ ਨਾ ਦਿੱਤੀਆਂ ਹੋਣ ਕਿਸੇ ਨੇ ਜਦੋਂ ਇੱਕ ਵਾਰੀ ਹੁਕਮ ਰਜਾਈ ਚੱਲਣਾ ਜਦੋਂ ਹੋ ਜਾਵੇ ਤੇ ਫਿਰ 2-3 ਗੱਲਾਂ ਹੋਰ ਕਹੀਆਂ ਨੇ ਜਿਹੜੀਆਂ ਬੜੀਆਂ ਇੰਪੋਰਟੈਂਟ ਹਨ ਉਹ ਹਨ ਕਿ ਮਨ ਰੱਖੀਏ ਭਾਵ ਬੜਾ ਇੰਪੋਰਟੈਂਟ ਹੈ ਹਾਂਜੀ ਉਹ ਤੇ ਭਾਵ ਪਿਆਰ ਹੈ ਤੇ ਪਿਆਰ ਨੂੰ ਫਿਰ ਅਥਾਹ ਤਰੀਕੇ ਨਾਲ ਵਰਤੋ ਉਸ ਪਿਆਰ ਨੂੰ ਖਾਲੀ ਪਿਆਰ
ਇੱਥੇ ਲਵ ਜਿਹੜਾ ਹੈ ਪ੍ਰਮਾਤਮਾ ਨਾਲ ਨਿਰਗੁਣ ਰੂਪ ਵਿੱਚ ਨਹੀਂ ਸਰਗੁਣ ਰੂਪ ਵਿੱਚ ਪਿਆਰ ਵੀ ਡਿਸਕਸ ਕੀਤਾ ਹੈ ਉਹਨਾਂ ਨੇ। ਹਰ ਇੱਕ ਜੀਵ ਨਾਲ ਪਿਆਰ ਹੋਵੇ ਤੁਹਾਡਾ, ਹਰ ਇੱਕ ਮਾੜੇ ਤੋਂ ਮਾੜੇ ਬੰਦੇ ਨਾਲ ਤੁਹਾਡੀ ਈਰਖਾ ਨਾ ਹੋਵੇ, ਮਾੜੇ ਤੋਂ ਮਾੜੇ ਬੰਦੇ ਨਾਲ ਤੁਹਾਡੀ ਹੇਟ ਨਾ ਹੋਵੇ। ਹਾਂਜੀ, ਨਿਰਵੈਰ ਵਾਲੀ ਨਿਰਵੈਰਤਾ ਵਾਲਾ ਜ਼ਿੰਦਗੀ ਬਤੀਤ ਕਰੇ। ਮਨ ਰੱਖੀਏ ਭਾਵ ਬੜਾ ਇੰਪੋਰਟੈਂਟ ਹੈ। ਅੰਦਰ ਪਿਆਰ ਦੀ ਭਾਵਨਾ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਾਰ-ਬਾਰ ਇਸ ਗੱਲ ਨੂੰ ਦੁਹਰਾਇਆ ਹੈ। ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਣੇ, ਆਪਣੀ ਮਤ ਨੂੰ ਨਾ ਯੂਜ਼ ਕਰਨਾ, ਗੁਰੂ ਦੀ ਮਰਜ਼ੀ ਹਿਸਾਬ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰਨਾ, ਗੁਰੂ ਦੀ ਮਰਜ਼ੀ ਨੂੰ ਜਾਣਨਾ, ਪ੍ਰਮਾਤਮਾ ਦੀ ਮਰਜ਼ੀ ਨੂੰ ਜਾਣਨਾ। ਇਹ ਜਾਣਨ ਦਾ ਤਰੀਕਾ ਸਿਰਫ ਗੁਰਬਾਣੀ ਹੈ, ਹੋਰ ਕੁਝ ਨਹੀਂ। ਕਿਸੇ ਦੀ ਗੱਲ ਤੇ ਵਿਸ਼ਵਾਸ ਨਾ ਕਰਨਾ, ਪਲੀਜ਼ ਪਲੀਜ਼। ਇਹ ਇੱਕ ਗੱਲ ਮੇਰੀ ਸਮਝ ਲਓ, ਨਾ ਸੁਰਿੰਦਰ ਦੀ ਨਾ ਕਿਸੇ ਹੋਰ ਆਥਰ ਦੀ ਕਿਸੇ ਦੀ ਗੱਲ ਦੇ ਵਿਸ਼ਵਾਸ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਕਸਵੱਟੀ ਜਿਹੜੀ ਹੈ, ਜਿਹਨੂੰ ਗੁਰੂ ਮੰਨਦੇ ਹੋ, ਉਸ ਬਾਣੀ ਦੇ ਉੱਤੇ ਪੂਰਾ ਨਿਸ਼ਚੈ ਰੱਖਣਾ ਤੇ ਉਸ ਬਾਣੀ ਦੇ ਉੱਤੇ ਜਿਹੜੇ ਗੁਣ ਨਿਰੂਪਣ ਕੀਤੇ ਗਏ ਹਨ, ਜਿਹੜੀਆਂ ਕੁਆਲਿਟੀਜ਼ ਆਈਆਂ ਹਨ, ਜਿਹੜੀਆਂ ਭਾਈ ਗੁਰਦਾਸ ਨੇ, ਭਾਈ ਨੰਦ ਲਾਲ ਜੀ ਨੇ ਉਹ ਕੁਆਲਿਟੀ ਜਿਹੜੀਆਂ ਨਿਰੂਪਣ ਕੀਤੀਆਂ ਹਨ, ਕੁਆਲਿਟੀਜ਼, ਉਹਨਾਂ ਕੁਆਲਿਟੀਜ਼ ਦੇ ਹਿਸਾਬ ਦੇ ਨਾਲ ਉਸ ਅੰਦੇਸ਼ੇ ਦੇ ਨਾਲ ਬਾਣੀ ਨੂੰ ਐਕਸੈਪਟ ਕਰਕੇ ਤੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਐਕਸੈਪਟ ਕਰਨਾ। ਤੇ ਫਿਰ ਉਹਨਾਂ ਗੁਣਾਂ ਨੂੰ ਵੈਸੇ ਨਾ ਐਕਸੈਪਟ ਕਰਨਾ, ਪਿਆਰ ਨਾਲ ਐਕਸੈਪਟ ਕਰਨਾ। ਮਨ ਰੱਖੀਏ ਭਾਵ ਵਾਲੀ ਅਵਸਥਾ ਬਣਾਣੀ। ਫਿਰ ਤੀਸਰਾ ਹੈ ਕਿ ਇਮੋਸ਼ਨਲੀ ਉਸ ਜਿਹੜਾ ਪਿਆਰ ਜਿਹੜਾ ਰੱਖਿਆ ਹੈ ਜਿਹੜਾ ਅੰਦਰ, ਇਹ ਪਿਆਰ ਕੋਈ ਬਨਾਵਟੀ ਪਿਆਰ ਨਾ ਹੋਵੇ। ਗੁਣ ਗਾਵਣ ਦੀ ਬੜੀ ਚਰਚਾ ਕੀਤੀ ਗਈ ਹੈ ਕਿ ਗਾਵਣ ਦੇ ਉੱਤੇ, ਗਾਵਣ ਦੀਆਂ ਪੌੜੀਆਂ ਵਿੱਚ ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਤੋਂ ਲੈ ਕੇ ਐਂਡ ਤੱਕ ਦੀ ਗਾਵੇ ਦੇ ਉੱਤੇ ਬਹੁਤ ਜ਼ੋਰ ਹੈ। ਉਹਦੇ ਗੁਣ ਨੂੰ ਗਾਵੋ, ਉਸਨੂੰ, ਉਹਦੇ ਗੁਣਾਂ ਨੂੰ ਯਾਦ ਪਿਆਰ ਨਾਲ ਕਰਕੇ ਉਹਨੂੰ ਗਾ ਕੇ ਖੁਸ਼ ਕਰੋ ਉਸਨੂੰ। ਉਹਨਾਂ ਨੇ ਤੇ ਖੁਸ਼ ਕੀਤਾ ਪੂਰੀ ਜ਼ਿੰਦਗੀ ਆਪਣੇ। ਜਦੋਂ ਗੁਰੂ ਨਾਨਕ ਚਮਤਕਾਰ ਪੜ੍ਹ ਕੇ ਦੇਖੋ, ਤੁਸੀਂ ਸੂਰਜ ਪ੍ਰਕਾਸ਼ ਪੜ੍ਹ ਕੇ ਦੇਖੋ, ਜਨਮ ਸਾਖੀਆਂ ਪੜ੍ਹ ਕੇ ਦੇਖੋ, ਉਹਨਾਂ ਨੇ ਹਰ ਜਗ੍ਹਾ ਗਾਇਆ ਹੀ ਗਾਇਆ। ਬਸ ਜਿੱਥੇ ਗਏ ਉਹਨਾਂ ਨੇ ਗਾਇਆ। ਚਾਹੇ ਉਹ ਫਿਰ ਕੀਰਤਨ, ਚਾਹੇ ਉਹਨਾਂ ਨੱਚਦੀਆਂ ਹੋਈਆਂ ਕੁੜੀਆਂ ਦੇ ਸਾਹਮਣੇ ਗਾਇਆ ਹੋਵੇ ਜਿਹੜਾ ਉਹਨਾਂ ਨੂੰ ਠੱਗਣ ਆਈਆਂ ਸਨ, ਜਿਹੜੀਆਂ ਸੰਗਲਾਦੀਪ ਰਾਜੇ ਨੇ ਭੇਜਿਆ ਵੀ ਟੈਸਟ ਕਰਨ ਵਾਸਤੇ ਵੀ ਸੱਚੇ ਸੰਤ ਹਨ ਕਿ ਨਹੀਂ, ਮੈਂ ਦੇਖਾਂ, ਮੈਂ ਜਾ ਕੇ ਭੇਜਾਂ ਉਹਨਾਂ ਨੂੰ ਵੀ ਇਹਨਾਂ ਦਾ ਧਿਆਨ ਡੋਲਦਾ ਕਿ ਨਹੀਂ ਡੋਲਦਾ ਇਹਨੂੰ। ਤੇ ਜਾਏ ਉਹ ਜਾ ਕੇ ਫਿਰ, ਚਾਹੇ ਉਹ ਕੀਰਤਨ ਜਿੱਥੇ ਮਰਜ਼ੀ ਕੀਤਾ ਹੋਵੇ, ਜਿੱਥੇ ਜਾ ਕੇ ਉਹਨਾਂ ਨੇ, ਚਾਹੇ ਸੱਜਣ ਠੱਗ ਦੇ ਸਾਹਮਣੇ ਕੀਰਤਨ ਕੀਤਾ ਹੋਇਆ ਉਹਨਾਂ ਨੇ, ਤੇ ਚਾਹੇ ਲਾਸਟ ਟਾਈਮ ਮੈਂ ਤੈਨੂੰ ਡਰ ਉੱਤੇ ਸੁਣਾਇਆ ਸੀ ਜਿਹੜੀ ਜਗਨਨਾਥਪੁਰੀ ਵਿੱਚ, ਚਾਹੇ ਉਹ ਡਰ ਦੇ ਉੱਤੇ ਸ਼ਲੋਕ ਦੇ ਉੱਤੇ ਕੀਰਤਨ, ਉਹਨਾਂ ਨੇ ਕੀਰਤਨ ਰਾਹੀਂ ਸਭ ਕੁਝ ਪ੍ਰਾਪਤੀ ਕੀਤੀ। ਉਹਨਾਂ ਨੇ ਗਾ ਕੇ ਸਭ ਕੁਝ ਪ੍ਰਾਪਤ ਕੀਤਾ। ਉਹਨਾਂ ਨੇ ਗਾਣਾ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਸੀ। ਪੂਰੀ ਜ਼ਿੰਦਗੀ ਗਾਇਆ ਉਹਨਾਂ ਨੇ। ਤੇ ਗਾਣ ਵਿੱਚ ਇਮੋਸ਼ਨ ਹੈ ਬੜਾ। ਗਾਣ ਵਿੱਚ ਇੱਕ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਜਿਹੜੀ। ਸੰਗੀਤ ਨੂੰ ਉਹਨਾਂ ਨੇ ਬੜੀ ਇੰਪੋਰਟੈਂਸ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਸੰਗੀਤਬੱਧ ਹੈ। ਸੋ ਗਾਵੀਏ, ਸੁਣੀਏ, ਮਨ ਰੱਖੀਏ ਭਾਵ ਬਹੁਤ ਇੰਪੋਰਟੈਂਟ ਲਾਈਨ ਹੈ ਜਪਜੀ ਦੀ। ਮਨ ਵਿੱਚ ਪਿਆਰ ਹੋ ਜਾਣਾ, ਪ੍ਰਮਾਤਮਾ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਟੁਰਨਾ, ਉਹਨਾਂ ਗੁਣਾਂ ਨੂੰ ਪ੍ਰੇਮ ਸਹਿਤ ਗਾਵਣਾ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਣਾ, ਔਰ ਉਹਨਾਂ ਨੂੰ ਗਾ ਕੇ ਭਾਵ ਇਮੋਸ਼ਨਲੀ ਇਨਵੋਲਵਡ ਹੋ ਕੇ ਉਹਨਾਂ ਗੁਣਾਂ ਨੂੰ ਅੰਦਰ ਧਾਰਨ ਕਰਨ ਦੀ ਕੋਸ਼ਿਸ਼ ਕਰਨੀ। ਇਹ ਤਿੰਨ ਜਿਹੜੀਆਂ ਚੀਜ਼ਾਂ ਪਹਿਲੇ ਕਹੀਆਂ ਨੇ, ਉਸ ਤੋਂ ਬਾਅਦ ਦੋ ਚੀਜ਼ਾਂ ਹੋਰ ਇੰਪੋਰਟੈਂਟ। ਇਹ ਭਾਈ ਸਾਹਿਬ ਭਾਈ ਵੀਰ ਸਿੰਘ ਵੀ ਇਹਨਾਂ ਦਾ ਡਿਸਕਸ਼ਨ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਰੋਸ਼ਨੀ ਪਾਉਂਦੇ ਹਨ। 16ਵੀਂ ਪੌੜੀ ਦੀ ਜਿਹੜੀ ਵਿਆਖਿਆ ਕੀਤੀ ਹੈ ਉਹਨਾਂ ਨੇ ਸੰਥਿਆ ਵਿੱਚ। ਉਸ ਤੋਂ ਬਾਅਦ ਫਿਰ ਸੁਣਨ ਦੀ ਮਹੱਤਤਾ ਦੱਸੀ ਨੇ ਵੀ ਸੁਣਨਾ ਬਹੁਤ ਇੰਪੋਰਟੈਂਟ ਹੈ। ਜਨਮ ਮਰਨ ਰਹਿੰਤ ਸ਼ਰੋਤਾ ਵਰਡ ਆਏ ਹਨ ਸੰਸਕ੍ਰਿਤੀ ਸ਼ਲੋਕਾਂ ਵਿੱਚ। ਤੇ ਸੁਣਨਾ ਕਿਸ ਤਰ੍ਹਾਂ ਹੈ ਕਿ ਸੁਣਨਾ ਇਹ ਹੈ ਕਿ ਨਾਮ ਨੂੰ ਸੁਣਨਾ ਹੈ, ਬਾਣੀ ਨੂੰ ਸੁਣਨਾ ਹੈ, ਗੁਰੂ ਕੇ ਉਪਦੇਸ਼ ਨੂੰ ਸੁਣਨਾ ਹੈ, ਗੁਰੂ ਦੀ ਕੀਰਤਨ ਨੂੰ ਸੁਣਨਾ ਹੈ, ਗੁਰੂ ਦੀ ਕਥਾ ਨੂੰ ਸੁਣਨਾ ਹੈ। ਸੁਣ ਕੇ ਪ੍ਰੋਸੈਸ ਕਰਨਾ ਹੈ, ਪ੍ਰੋਸੈਸ ਕਰਕੇ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ, ਔਰ ਬਾਰ-ਬਾਰ ਅਭਿਆਸ ਕਰਨਾ ਹੈ ਉਸ ਚੀਜ਼ ਦਾ। ਕੋਸ਼ਿਸ਼ ਕਰਨੀ ਹੈ ਪੂਰੀ ਜ਼ਿੰਦਗੀ ਵੀ ਥਿੜੇ ਨਾ ਮਨ ਮੇਰਾ ਕਿਧਰੇ, ਇਹ ਜੋ ਸੁਣਿਆ ਹੈ ਮੇਰੇ ਥਾਈ ਪਵੇ ਮੇਰੇ। ਤੇ ਸੁਣਿਆ ਦੀ ਪੌੜੀਆਂ ਵਿੱਚ ਮੈਂ ਆਈ ਥਿੰਕ 2-3 ਹਫ਼ਤੇ ਪਹਿਲੇ ਵੀ ਇਸ ਗੱਲ ਨੂੰ ਮੈਂ ਕਲੈਰਿਟੀ ਕੀਤੀ ਸੀ ਕਿ ਜੇ ਕੋਈ ਬੰਦਾ ਇਸ ਸਟੇਜ ਤੇ ਵੀ ਪਹੁੰਚ ਜਾਵੇ, ਨਾਮ ਨੂੰ ਸੁਣੇ, ਪ੍ਰਮਾਤਮਾ ਦੀ ਆਵਾਜ਼ ਨੂੰ ਸੁਣੇ, ਗੁਰਬਾਣੀ ਨੂੰ ਸੁਣੇ, ਧਿਆਨ ਨਾਲ ਸੁਣ ਕੇ ਪ੍ਰੋਸੈਸ ਕਰਕੇ ਆਪਣੀ ਜ਼ਿੰਦਗੀ ਵਿੱਚ ਪਾਏ, ਔਰ ਪਾ ਕੇ ਉਸਨੂੰ ਐਕਸੈਪਟ ਕਰ ਲਵੇ ਪਿਆਰ ਨਾਲ, ਤੇ ਅਭਿਆਸ ਕਰੇ ਉਸ ਚੀਜ਼ ਦਾ। ਜੇ ਇਸ ਸਟੇਜ ਤੱਕ ਵੀ ਪਹੁੰਚ ਜਾਵੇ ਉਹ, ਤਾਂ ਵੀ ਦੁੱਖ ਪਾਪ ਕਾ ਨਾਸ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਵਿੱਚ ਇੱਕ ਤੇ
ਉਹਨਾਂ ਭਗਤਾਂ ਵਿੱਚ ਹਮੇਸ਼ਾ ਵਿਗਾਸ ਰਹੇਗਾ, ਹਮੇਸ਼ਾ ਖੁਸ਼ੀ ਰਹੇਗੀ। ਉਹਨਾਂ 'ਚ ਖੁਸ਼ੀ ਦਾ ਚਾਨਣਾ, ਉਹ ਚੜ੍ਹਦੀ ਕਲਾ ਦੀ ਜ਼ਿੰਦਗੀ ਬਿਤਾਉਂਦੇ ਹਨ, ਇਤਨੀ ਜਲਦੀ ਨਿਰਾਸ਼ ਨਹੀਂ ਹੁੰਦੇ। ਤੇ ਨਾਨਕ ਭਗਤਾ ਸਦਾ ਵਿਗਾਸ ਹੈ, ਵਿਗਾਸ ਦੀ ਅਵਸਥਾ 'ਚ ਰਹਿੰਦੇ ਹਨ। ਤੇ ਸੁਣਿਆ ਦੁੱਖ ਪਾਪ ਕਾ, ਫਿਰ ਸੁਣਿਆ ਦੀ ਪੌੜੀਆਂ ਵਿੱਚ ਬੜੀਆਂ ਕੁਆਲਿਟੀਜ਼ ਦੱਸੀਆਂ ਉਹਨਾਂ ਨੇ। ਕੋਈ ਐਸੀ ਕੋਈ ਇੱਕ ਕੁਆਲਿਟੀ ਤੇ ਇੱਥੇ ਤੱਕ ਦੱਸ ਕਿ ਸੁਣਿਆ ਸਰਾ ਗੁਣਾ ਕੇ ਗਾ ਹੈ। I don't know how much we understand those lines, but ਹਾਥ ਹੋਵੇ ਅਸਗਾ ਵੀ ਮਿਲਿਆ ਹੈ ਵਰਡ ਉੱਤੇ, ਮੈਨੂੰ ਯਾਦ ਆਈ ਇਹ ਗੱਲ ਸੁਣੀ। ਹਾਥ ਹੋਵੇ ਅਸਗਾ, ਬਹੁਤ ਡੀਪਰ ਮੀਨਿੰਗ ਹੈ ਇਹਨਾਂ ਲਾਈਨਾਂ ਦੇ ਕਿ ਹਾਥ ਹੋਵੇ ਅਸਗਾ। ਗਾ ਕਹਿੰਦੇ ਆ ਜਿਹੜੀ ਚੀਜ਼ ਮਿਲਣ ਨੂੰ ਆਸਾਨੀ ਹੋਵੇ, ਉਹ ਗਾ ਹੈ। ਸਰਾ ਗੁਣਾ ਕੇ ਗਾ, ਗਾ ਮਤਲਬ ਮਿਲ ਜਾਂਦੇ ਹਨ ਉਸ। ਸਰਾ ਗੁਣਾ, ਸਾਰੇ ਗੁਣ ਜਿਹੜੇ ਪ੍ਰਮਾਤਮਾ ਦੇ ਹਨ, ਉਹਨਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ ਬੰਦਾ। ਇਹ ਗੁਣ ਉਹਦੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਸਕਦੇ ਹੈ। ਇਹ he can accept those qualities. Those qualities can naturally become a part of his life also, ਅਗਰ ਨਾਮ ਸੁਣਨ ਦੀ ਉਹਨੂੰ ਆਦਤ ਪੈ ਜਾਵੇ, ਅਗਰ ਸੁਣ ਕੇ ਬਦਲਾਵ ਲੈ ਕੇ ਆਏ ਆਪਣੀ ਜ਼ਿੰਦਗੀ ਵਿੱਚ, ਤੇ ਸਰਾ ਗੁਣਾ ਕੇ ਗਾ ਵਾਲੀ ਅਵਸਥਾ ਪ੍ਰਾਪਤ ਕਰ ਸਕਦਾ ਹੈ ਸੁਣਨ ਵਾਲਾ। ਤੇ ਇੱਥੇ ਹੀ ਨਹੀਂ, ਅੱਗੇ ਜਾ ਕੇ ਹਾਥ ਹੋਵੇ ਅਸਗਾ ਵੀ ਲਿਖਿਆ ਹੋਇਆ। ਅਸਗਾ ਜਿਹੜੀ ਚੀਜ਼ ਹੱਥ ਨਾ ਆਵੇ ਬੜੀ ਆਸਾਨੀ ਨਾਲ, ਜਿਹੜੀ ਚੀਜ਼ ਬਹੁਤ ਦੂਰ ਹੋਵੇ, ਜਿਹੜੀ ਚੀਜ਼ ਬੜੀ ਔਖੀ ਤਰ੍ਹਾਂ ਮਿਲਦੀ ਹੋਵੇ, ਹਾਥ ਹੋਵੇ, ਹੱਥ ਵਿੱਚ ਆ ਜਾਂਦੀ ਹੈ ਉਹ। ਪ੍ਰਮਾਤਮਾ, ਪ੍ਰਮਾਤਮਾ ਦੇ ਗੁਣ, ਪ੍ਰਮਾਤਮਾ ਦੇ ਨੇੜੇ ਚਲਾ ਜਾਂਦਾ ਹੈ ਬੰਦਾ। ਉਹ ਨਾਨਕ ਭਗਤਾਂ ਸਦਾ ਵਿਗਾਸ ਹੈ। ਇਸੇ ਵਾਸਤੇ ਦੁੱਖ ਪਾਪ ਕਾ ਨਾਸ ਹੈ ਉਹਦੀ ਜ਼ਿੰਦਗੀ ਵਿੱਚ। ਤੇ ਜੇ ਇਹ ਸਟੇਜ ਤੋਂ ਬਾਅਦ ਫਿਰ ਅਗਲੀ ਸਟੇਜ ਮੰਨਣ ਦੀ ਦੱਸਦੇ ਹਨ ਕਿ ਜਦੋਂ ਇਹ ਕਰਦਿਆਂ 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 ਅਭਿਆਸ ਕਰਦਿਆਂ ਕਰਦਿਆਂ ਇੱਕ ਟਾਈਮ ਇਹੋ ਜਿਹਾ ਆ ਜਾਂਦਾ ਹੈ, ਇੱਕ ਵਕਤ ਇਹੋ ਜਿਹਾ ਆ ਜਾਂਦਾ ਹੈ ਜਦੋਂ ਫਿਰ ਅਭਿਆਸ ਕਰਨ ਦੀ ਲੋੜ ਨਹੀਂ ਪੈਂਦੀ ਕੋਈ। ਇੱਕ ਟਾਈਮ, ਇਹ ਜ਼ਿੰਦਗੀ ਵੀ ਤੁਸੀਂ ਕੋਈ ਚੀਜ਼ ਕਰਕੇ ਦੇਖ ਲਓ, ਆਈ ਡੋਂਟ ਕੇਅਰ ਵਿਚ ਪ੍ਰੋਫੈਸ਼ਨ ਯੂ ਹੈਵ। ਡਾਕਟਰ ਹੋਵੋ ਤੁਸੀਂ ਤੇ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰੋ। ਮੈਂ ਤੇ ਡਾਕਟਰ ਨਹੀਂ ਹਾਂ, ਪਰ ਜਿਹੜੇ ਡਾਕਟਰ ਸੁਣਦੇ ਪਏ ਹਨ, they can relate to it, maybe can, you know, they can unmute themselves and share this with me though। ਜਿਹੜੇ ਤੁਸੀਂ ਤੋਂ ਪਹਿਲੇ ਵਾਰੀ ਆਏ ਸੀ ਜਦੋਂ ਐਜ਼ ਅ ਰੈਜ਼ੀਡੈਂਟ ਬਣ ਕੇ ਕਿਸੇ ਪੇਸ਼ੈਂਟ ਨੂੰ ਦੇਖਣ ਵਾਸਤੇ, ਜਾਂ ਪਹਿਲੀ ਵਾਰੀ ਕੋਈ ਪ੍ਰੈਕਟਿਸ ਸ਼ੁਰੂ ਕੀਤੀ ਸੀ, ਤੇ ਉਸ ਦਿਨ ਤੋਂ ਬਾਅਦ 40-50 ਸਾਲਾਂ ਬਾਅਦ ਜਾਂ ਕਾਫੀ ਅਰਸੇ ਬਾਅਦ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਬਦਲ ਜਾਂਦਾ ਹੈ ਇਨਸਾਨ। ਬਹੁਤੀ ਦੇਰ ਸੋਚਣਾ ਨਹੀਂ ਪੈਂਦਾ, ਬੰਦੇ ਨੂੰ ਦੇਖ ਕੇ ਹੀ ਇਹਦੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ। ਕਿਉਂ? ਬਿਕੋਜ਼ ਅਭਿਆਸ ਹੋ ਜਾਂਦਾ ਨਾ ਉਸ ਗੱਲ ਦਾ ਕਰਦਿਆਂ ਕਰਦਿਆਂ। ਕੀਰਤਨ ਸਿੱਖਦੇ ਆ ਹੁਣ, ਤੇ ਪਹਿਲੇ ਜਦੋਂ ਕੋਈ ਰਾਗ ਸਿੱਖਣਾ ਹੋਵੇ, ਬਿਲਾਵਲ ਸਿੱਖਣਾ ਹੋਵੇ, ਆਸਵਰੀ ਸਿੱਖਣਾ ਹੋਵੇ, ਕਲਿਆਣ ਸਿੱਖਣਾ ਹੋਵੇ, ਤੇ ਉਹਦੇ ਆਰੋ ਅਵਰੋ ਯਾਦ ਕਰਨੇ ਪੈਂਦੇ ਹਨ, ਉਹਦੇ ਰਾਗ ਦਾ ਸਟਰਕਚਰ ਯਾਦ ਕਰਨਾ ਪੈਂਦਾ ਹੈ, ਬੜੀ ਵਾਰੀ ਗਾਣਾ ਪੈਂਦਾ ਹੈ। ਲੇਕਿਨ ਜਦੋਂ 4, 5, 6, 8 ਰੀਤਾਂ ਸਿੱਖ ਜਾਓ ਉਸ ਰਾਗ ਦੀਆਂ, ਜਦੋਂ 10th ਕੰਪੋਜੀਸ਼ਨ ਤੇ ਪਹੁੰਚਦੇ ਹੋ ਉਸ ਰਾਗ ਦੀਆਂ, ਤੇ ਉਹ ਰਾਗ ਤੁਹਾਡੇ ਅੰਦਰ ਆ ਜਾਂਦਾ। ਫਿਰ ਉਹ ਕਲਿਆਣ ਨੂੰ I can in my dream know ਕਲਿਆਣ ਦੇ ਨੋਟਸ ਕਿੱਥੇ ਜਾਂਦੇ ਪਏ। Anybody start singing, you will know it right away। ਕਿਉਂ? ਕਿਉਂਕਿ ਅਭਿਆਸ ਹੋ ਜਾਂਦਾ ਇਸ ਗੱਲ ਦਾ। ਇਹ ਮੰਨਣ ਦੀ ਅਵਸਥਾ ਹੈ। ਤੇ ਸਪਿਰਿਚੁਅਲੀ ਵੀ ਸੇਮ ਇਸ਼ੂ ਹੈ। ਕਰਦਿਆਂ 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 ਅਭਿਆਸ ਕਰਦਿਆਂ ਕਰਦਿਆਂ, ਉਹਦਾ ਨਾਮ ਜਪਦਿਆਂ ਜਪਦਿਆਂ, ਪਿਆਰ ਆਂਦਿਆਂ ਆਂਦਿਆਂ, ਉਹਦੇ ਨਾਲ ਜੁੜਦਿਆਂ ਜੁੜਦਿਆਂ ਇੱਕ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਜਦੋਂ ਫਿਰ ਉਹਦੇ ਨਾਲ ਟੁੱਟ ਸਕਦਾ ਹੀ ਨਹੀਂ ਬੰਦਾ, ਭਾਵ ਹਮੇਸ਼ਾ ਹੀ ਜੁੜਿਆ ਰਹਿੰਦਾ ਉਹਦੇ ਨਾਲ। ਉਹ ਜਿਹੜੀ ਅਵਸਥਾ ਜਿਹੜੀ ਹੈ ਉਹ ਮਨਨ ਦੀ ਅਵਸਥਾ ਹੈ। ਤੇ ਮਨਨ ਦੀ ਅਵਸਥਾ ਦੇ ਵਿੱਚ, ਉਸ ਅਵਸਥਾ ਵਿੱਚ ਤੇ ਪ੍ਰਮਾਤਮਾ ਦੀ ਅਵਸਥਾ 'ਚ ਜਿਹੜੀ ਸਟੇਜ, ਜੇ ਮਨਨ ਦੀ ਜਿਹੜੀ ਸਟੇਜ ਹੈ, the stage of Manan is no different than the stage of God or stage of the Guru। There is no difference at all। इसी वास्ते मन्ने की गत कही ना जाए, जे को कहे पीछे पछताए वर्ड आए हैं जपजी विच। क्योंकि वो stage, you cannot define that stage। You cannot say what level the person is। Why? How can you define the level when the level is the same as the highest level one can achieve, and the highest level cannot be defined। ਸੁਣਿਆਂ ਦੀ ਲੈਵਲ ਫਿਰ ਵੀ ਡਿਫਾਈਨ ਕੀਤੇ ਗਏ ਹਨ। ਮੰਨੇ ਦੀ ਲੈਵਲ, ਹਾਂ, ਮੰਨੇ ਦੀ ਇਹ ਹੈ ਕਿ ਮੰਨੇ ਨੂੰ ਜੋ ਪ੍ਰਾਪਤੀਆਂ ਹੋਈਆਂ ਉਹ ਜ਼ਰੂਰ ਡਿਫਾਈਨ ਕੀਤੀਆਂ ਗਈਆਂ। ਤੇ ਉਸ ਪ੍ਰਾਪਤੀਆਂ ਦੀਆਂ ਤੁਸੀਂ ਲਿਸਟ ਦੇਖੋਗੇ ਅਗਰ, ਤੇ ਅੱਖਾਂ 'ਚ ਅਥਰੂ ਆ ਜਾਂਦੇ ਹਨ ਪੜ੍ਹ ਕੇ, ਕਿ ਮਹਾਰਾਜ ਕਿਤਨੀ ਵੱਡੀ ਤੁਸੀਂ ਅਵਸਥਾ ਡਿਫਾਈਨ ਕੀਤੀ ਹੈ ਮੰਨਿਆਂ ਦੀ। ਇੱਥੇ ਤੱਕ ਲਿਖਿਆ ਨੇ ਕਿ ਮੰਨੇ ਪਾਵੇ ਮੋਖ ਦੁਆਰ। ਮੋਖ ਦੁਆਰ ਦੀ ਪ੍ਰਾਪਤੀ ਹੈ ਮੰਨੇ ਨੂੰ, ਅਲਟੀਮੇਟ ਗਿਫਟ ਹੈ ਉਸਨੂੰ, ਜਿੰਦਿਆਂ ਜਿੰਦਿਆਂ, ਮਰਨ ਤੋਂ ਬਾਅਦ ਨਹੀਂ। ਇੱਥੇ ਮਰਨ ਤੋਂ ਬਾਅਦ ਕੁਝ ਨਹੀਂ ਹੈ, ਜਿੰਦਿਆਂ ਜਿੰਦਿਆਂ ਹੀ ਸਭ ਕੁਝ ਹੈ ਇੱਥੇ। ਫਿਰ ਹੋਰ ਬੜੀਆਂ ਜ਼ਬਰਦਸਤ ਲਾਈਨਾਂ ਹਨ ਮੰਨੀ ਦੀਆਂ। ਮੇਰੀ ਫੇਵਰੇਟ ਹੈ,
मन्ने मग न चलै पंथ, मग ना चलै पंथ। मग कहते हैं रस्ते नू, रस्ता जिहड़ा है ना चले, नहीं चलदा पंथ। ਉਹ ਆਪਣਾ ਪੰਥ, ਉਹ ਸਾਰੇ ਪੰਥ ਨੂੰ ਆਪਣਾ ਪੰਥ ਦਿਸਦਾ ਹੈ, ਉਹਨੂੰ ਕੋਈ ਇੱਕ ਗਠਬੰਧਨ ਨਜ਼ਰ ਨਹੀਂ ਆਉਂਦਾ, ਉਹਨੂੰ ਸਾਰੇ ਹੀ ਪ੍ਰਮਾਤਮਾ ਦੇ ਬੰਦੇ ਨਜ਼ਰ ਆਉਂਦੇ ਆ। ਉਹਨੂੰ ਹਿੰਦੂਆਂ ਵਿੱਚ, ਮੁਸਲਮਾਨਾਂ ਵਿੱਚ, ਜੂਇਸ਼ ਪੀਪਲ ਵਿੱਚ, ਵਾਈਟਸ, ਬਲੈਕਸ, ਬ੍ਰਾਊਨ, ਕਿਸੇ ਚੀਜ਼ ਕੋਈ ਫਰਕ ਨਜ਼ਰ ਨਹੀਂ ਆਉਂਦਾ। ਮਗ ਨਾ ਚੱਲੇ ਪੰਥ, ਨਹੀਂ ਉਹ ਪੰਥ ਦੇ ਹਿਸਾਬ ਦੇ ਨਾਲ ਨਹੀਂ ਚੱਲਦਾ, ਉਹ ਨਹੀਂ ਚੱਲਦਾ। ਉਹ ਮਗਨਾ ਨਹੀਂ ਉਹ ਰਸਤਾ ਲੈਂਦਾ ਜਿਹੜੇ ਇੱਕ ਪੰਥ ਨੂੰ ਡਿਫਾਈਨ ਕਰਕੇ ਚੱਲਦਾ ਹੈ। ਇਹ ਅਵਸਥਾ ਮੰਨੇ ਵਿੱਚ ਹੈ, ਸੁਣਿਆ ਵਿੱਚ ਨਹੀਂ ਹੈ ਅਵਸਥਾ ਹੈ। ਤੇ ਮਗ ਨਾ ਚੱਲੇ ਪੰਥ ਜਦੋਂ ਕਹਿੰਦੇ ਹਨ, ਇਸੇ ਵਜ੍ਹਾ ਗੁਰੂ ਨਾਨਕ ਦੇਵ ਜੀ ਜ਼ਿੰਦਗੀ ਨੂੰ ਦੇਖੋ, ਕਦੀ ਇੱਕ ਸਾਖੀ ਮੈਨੂੰ ਦੱਸ ਦਿਓ, ਇੱਕ ਜ਼ਿੰਦਗੀ ਵਿੱਚ ਇੰਸਟੈਂਸ ਦੱਸ ਦਿਓ, ਇੱਕ ਗੁਰਬਾਣੀ ਦੀ ਤੁਕ ਦੱਸ ਦਿਓ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਜੀ ਹਿੰਦੂ ਮਾੜੇ ਹਨ ਤੇ ਮੁਸਲਮਾਨ ਚੰਗੇ ਹਨ, ਸਿੱਖ ਮਾੜੇ, ਸਿੱਖ ਚੰਗੇ ਹਨ, ਜਿਹੜੀ ਮੇਰੀ ਗੱਲ ਸੁਣਦੇ ਹਨ ਉਹ ਚੰਗੇ ਹਨ, ਜਿਹੜੀ ਉਹਨਾਂ ਦੀ ਗੱਲ ਸੁਣਦੇ ਹਨ ਉਹ ਮਾੜੇ। ਪੀਰ ਮਾੜੇ ਹਨ ਹਿੰਦੂਆਂ ਦੇ, ਮੁਸਲਮਾਨਾਂ ਦੇ ਪੀਰ ਜਿਹੜੇ ਉਹ ਠੀਕ ਨਹੀਂ ਹਨ, ਪਰ ਹਿੰਦੂ ਜਿਹੜੇ ਸਾਧੂ ਹਨ ਉਹ ਠੀਕ ਹਨ, ਜਾਂ ਆਪੋਜ਼ਿਟ ਵੀ ਹੋਵੇ ਉਹਨਾਂ ਦਾ। ਨਹੀਂ ਇਹੋ ਜਿਹੀ ਗੱਲ ਕੋਈ ਨਾ ਹੋ ਸਕਦੀ ਹੈ ਗੱਲ। ਤੇ ਇਸੇ ਵਾਸਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਣੀ ਦੀ ਰਚਨਾ ਜਦੋਂ ਕੀਤੀ ਤਾਂ ਉਹਨਾਂ ਨੂੰ ਤੇ ਫਰਕ ਨਜ਼ਰ ਨਹੀਂ ਆਇਆ ਭਗਤ ਜੈਦੇਵ ਵਿੱਚ ਤੇ ਰਵਿਦਾਸ ਵਿੱਚ। ਪੁੱਛੋ ਨਾ ਫਰਕ ਨਜ਼ਰ ਆਇਆ ਤੁਹਾਨੂੰ ਕਿਧਰੇ? ਕਬੀਰ ਵਿੱਚ ਫਰਕ ਸੀ, ਉਹਦੇ ਵਿੱਚ ਕਬੀਰ ਤੇ ਸੂਰਦਾਸ ਕੋਈ ਫਰਕ ਸੀ? ਬਹੁਤ ਵੱਡਾ ਫਰਕ ਹੈ, ਕੋਈ ਕਹੇਗਾ। ਕਿੱਥੇ ਕਬੀਰ ਹਨ, ਕਿੱਥੇ ਸੂਰਦਾਸ? ਤੁਹਾਨੂੰ ਕੋਈ ਫਰਕ ਨਜ਼ਰ ਆਇਆ? ਜੇ ਪੁੱਛੋ ਉਹਨਾਂ ਕੋਲੋਂ ਜੇ ਫਰਕ ਨਜ਼ਰ ਆਇਆ ਹੋਵੇ। ਸੂਫੀ ਸੰਤਾਂ ਵਿੱਚ ਤੇ ਭਗਤ ਜੈਦੇਵ ਜਿਹੜੇ ਬੋਧੀ ਵਾਲੇ ਬ੍ਰਾਹਮਣ ਹਨ, ਫਰਕ ਨਜ਼ਰ ਆਇਆ ਮਹਾਰਾਜ ਤੁਹਾਨੂੰ? ਤੁਸੀਂ ਫਰਕ, ਤੁਸੀਂ ਕੋਈ ਦੇਖਿਆ ਉਹਨਾਂ 'ਚ ਫਰਕ ਕੋਈ? ਕੀ ਇਕੱਠਾ ਬਿਠਾ ਦਿੱਤਾ ਇੱਕ ਜਗ੍ਹਾ? ਤੇ ਮੰਨੇ ਮਗ ਨਾ ਚੱਲੇ ਪੰਥ ਸਿਰਫ ਲਿਖਿਆ ਹੀ ਨਹੀਂ ਨੇ, ਸਿਰਫ ਲਿਖਿਤ ਤੌਰ ਤੇ ਨਹੀਂ ਲਿਖਿਆ, ਜਪਜੀ ਵੀ ਕਰਕੇ ਦਿਖਾਇਆ ਉਹਨਾਂ ਨੇ, ਆਪ ਜ਼ਿੰਦਗੀ ਜੀ ਹੈ ਉਹਨਾਂ ਨੇ ਉਹ ਜੀ। ਤੇ ਹੁਣ 16ਵੀਂ ਪੌੜੀ ਤੱਕ ਮੈਂ ਸਾਰੀਆਂ ਮੰਨੇ ਦੀਆਂ ਪੌੜੀਆਂ ਡਿਫਾਈਨ ਨਹੀਂ ਕੀਤੀਆਂ, ਜਪਜੀ ਦੀ ਡਿਸਕਸ਼ਨ ਇੱਕ ਅਲੱਗ ਲੈਵਲ ਹੈ। ਉਹ ਕਦੀ ਟਾਈਮ ਪ੍ਰਮਾਤਮਾ ਸੁਖ ਬਖਸ਼ੇ, ਕਦੀ ਟਾਈਮ ਮਿਲਿਆ, ਕਦੀ ਇਹੋ ਜਿਹੀ ਗੱਲ ਹੋਈ ਵਿਚਕਾਰ ਤੇ ਉਹਨਾਂ ਮੰਨਿਆਂ ਦੀ ਪੌੜੀਆਂ ਦੀਆਂ ਡਿਸਕ੍ਰਿਪਸ਼ਨ ਦੇਾਂਗੇ। ਪਰ ਇੱਕ ਗੱਲ ਯਾਦ ਰੱਖਣਾ ਕਿ ਮੰਨੇ ਦੀ ਅਵਸਥਾ ਵਿੱਚ, ਕਿਉਂਕਿ ਇਤਨੀ ਉੱਚੀ ਅਵਸਥਾ ਹੈ, ਨਾ ਤੇ ਇਹਨਾਂ ਨੂੰ ਕੋਈ ਠੱਗ ਸਕਦਾ ਕੋਈ। ਇਹ ਤਰਨ ਤਾਰਨ ਵਿੱਚ ਅੱਗੇ ਹਨ, ਇਹ ਗੁਰੂ ਤਾਰ ਲੈਂਦੇ ਹਨ। ਹਾਂਜੀ ਦੇਖੋ ਲੈਣੇ ਨੂੰ ਦੇਖ ਲਵੋ, ਗੁਰੂ ਬੜੇ ਹਨ ਅੱਗੇ ਜਾ ਕੇ, ਗੁਰੂ ਤਰੇ ਹਨ ਗੁਰੂ ਕੋਲੋਂ, ਮੰਨੇ ਤਰੇ ਤਾਰੇ ਗੁਰਸਿੱਖ ਹੈ। ਤੇ ਇਹ ਠੱਗਦੇ ਵੀ ਨਹੀਂ ਕਿਸੇ ਕੋਲੋਂ, ਇਹ ਬੜੀ ਉੱਚੀ ਅਵਸਥਾ ਦੇ ਮਾਲਕ ਹਨ। ਤੇ ਮਹਾਰਾਜ ਕਹਿੰਦੇ ਹਨ ਜਿਹੜੇ ਇਹ ਪੰਜ ਜਿਹੜੇ ਹਨ ਨਾ, ਜਿਹੜੇ ਪੰਜ ਵਰਡ ਦੇ ਡਿਸਕ੍ਰਿਪਸ਼ਨ ਬੜੀਆਂ ਗੁਰਬਾਣੀ ਚ ਆਈਆਂ ਹਨ, ਬੜੀ ਤਰੀਕੇ ਨਾਲ ਡਿਫਾਈਨ ਕੀਤਾ ਹੈ ਪੰਜ ਨੂੰ। ਅਗਰ ਕਲੋਕੀਅਲੀ ਦੇਖੋਗੇ ਤੇ ਪੰਜ ਦੇ ਮੀਨਿੰਗ ਹੁਣ ਵੀ ਪੰਜ ਵਿੱਚ, ਪੰਜਾਬ ਵਿੱਚ ਪੰਜ ਦੇ ਮੀਨਿੰਗ ਹਨ। ਪੰਜ ਉਹ ਹੈ ਜਿਹੜਾ ਪ੍ਰਧਾਨ ਹੋਵੇ, ਜਿਹੜਾ ਮੁਖੀਆ ਹੋਵੇ, ਉਹਨੂੰ ਪੰਚ ਕਹਿੰਦੇ ਹਨ। ਗ੍ਰਾਂ ਦੇ ਮੁਖੀਏ ਨੂੰ ਪੰਚ ਕਿਹਾ ਜਾਂਦਾ ਹੈ ਜੀ। ਹਾਂਜੀ ਤੇ ਇੱਥੇ ਪੰਜ, ਕਈ ਆਥਰਸ ਨੇ ਲਿਖਿਆ ਇੱਥੇ ਪੰਜ ਉਹ ਹਨ ਜਿਨ੍ਹਾਂ ਨੇ ਮੰਨਣ ਦੀ ਅਵਸਥਾ ਪ੍ਰਾਪਤ ਕੀਤੀ ਹੋ, ਉਹ ਪੰਜ ਹਨ ਜਿਹੜੇ ਉੱਪਰ ਪਹੁੰਚ ਗਏ ਹੋਣ, ਜਿਹੜੀ ਸ਼੍ਰੇਮਣੀ, ਇਹ ਉਹਨਾਂ ਦੀ ਡਿਸਕ੍ਰਿਪਸ਼ਨ ਦਿੱਤੀ ਨੇ ਜਿਹੜੇ ਮੰਨਣ ਦੀ ਅਵਸਥਾ ਪਾਰ ਕਰ ਚੁੱਕੇ ਹਨ, ਜਿਹੜੇ ਉਸ ਲੈਵਲ ਤੇ ਪਹੁੰਚ ਗਏ ਹਨ, ਜਿਹੜੇ ਉਸ ਚੀਜ਼ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋ ਗਈ ਹੈ, ਜਿਨ੍ਹਾਂ ਦੀ। ਤੇ ਪੰਜ ਫਿਰ ਇਹੋ ਜਿਹੇ ਪੰਜ ਜਿਹੜੇ ਹਨ ਜਿਹੜੇ, ਤੇ ਭਾਈ ਸਾਹਿਬ ਵੀਰ ਸਿੰਘ ਇਹਨਾਂ ਨੇ ਸੰਥਿਆ ਵਿੱਚ ਪੰਜਾਂ ਦੀ ਡੈਫੀਨੇਸ਼ਨ ਇਹ ਵੀ ਦਿੱਤੀ ਨੇ, ਤੇ ਬੜੀ ਲੰਬੀ ਵਿਸਥਾਰ ਨਾਲ ਡੈਫੀਨੇਸ਼ਨ ਆਈ ਹੈ। ਤੇ ਪੰਜਾਂ ਦੀ ਡੈਫੀਨੇਸ਼ਨ ਇਹ ਵੀ ਦਿੱਤੀ ਨੇ ਕਿ ਜਿਹੜੇ ਹੁਕਮ ਰਜਾਈ ਜਿਹੜੇ ਚੱਲੇ ਹੋਣ, ਜਿਨ੍ਹਾਂ ਨੇ ਮਨ ਰੱਖਿਆ ਭਾਉ ਹੋਵੇ, ਜਿਨ੍ਹਾਂ ਨੇ ਗੁਣ ਗਾਵੇ ਹੋਣ, ਜਿਨ੍ਹਾਂ ਨੇ ਸੁਣਿਆ ਹੋਵੇ ਤੇ ਜਿਨ੍ਹਾਂ ਨੇ ਮੰਨਿਆ ਹੋਵੇ। ਇਹ ਪੰਜ ਚੀਜ਼ਾਂ ਲਿਖੀਆਂ ਨੇ ਉਹਨਾਂ ਨੇ, ਉਹ ਪੰਜ ਹਨ। ਬਟ ਡਜ਼ਨਟ ਮੈਟਰ ਵਿਚ ਐਵਰ ਆਥਰ ਯੂ ਫੋਲੋ, ਬਾਟਮ ਲਾਈਨ ਹੈ ਕਿ ਪੰਜ ਉਹ ਹਨ, ਉਹ ਮੁਖੀ ਹਨ, ਉਹ ਸ਼੍ਰੋਮਣੀ ਹਨ ਪੰਜ, ਜਿਨ੍ਹਾਂ ਨੇ ਮੰਨਣ ਦੀ ਅਵਸਥਾ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਉਹ ਸਟੇਜ ਕ੍ਰਾਸ ਕੀਤੀ ਹੈ ਮੰਨਣ ਦੀ, ਉਹ ਪੰਜ ਹਨ। I want to stop for a second. I spoke a lot. I'm going to take a pause for a minute or so and see if anybody ਕੋਈ ਧੁੰਦਲਾਪਨ ਨਾ ਰਹਿ ਜਾਏ ਕਿਧਰੇ, ਜਪਜੀ ਦੀ ਬਾਣੀ ਥੋੜੀ differently arranged ਹੈ ਸੁਖਮਨੀ ਨਾਲੋਂ, language ਵੀ different ਹੈ ਥੋੜੀ ਉਹਦੀ, ਔਰ philosophical ਬਹੁਤ ਹੈ, so I'll stop here for a second and see if anybody has any questions.
please unmute yourself and ask me the question. Or jag na karna bilkul, you know, don't be shy of asking any questions. Oh, I'm very happy to hear कि कोई question नहीं है. That's good. ਵੀਰ ਜੀ ਪੰਜ ਤੇ 5 ਨੰਬਰ ਵਿੱਚ ਵੀ ਹੈ ਨਾ, ਤੇ ਫਿਰ 5 ਨੰਬਰ ਇੱਥੇ 5 numerical number ਨਹੀਂ ਆਇਆ ਵੀਰ ਜੀ. ਇੱਥੇ ਕੋਈ 5 ਕੋਈ numerical ਚੀਜ਼ ਨਹੀਂ ਹੈ. ਤੇ ਵੈਸੇ 5 ਨੂੰ ਇੰਡੀਅਨ ਕਲਚਰ 'ਚ ਬੜੀ ਇੰਪੋਰਟੈਂਸ ਦਿੱਤੀ ਗਈ ਹੈ. 5 ਨੂੰ 5 ਪਿਆਰੇ ਹਨ, ਜਿਸ ਤਰ੍ਹਾਂ you know 5 ਕਕਾਰ ਹਨ, you know. ਸੋ ਪੰਜਾਂ ਦੀ ਇੱਕ ਕਲਚਰਲੀ ਇੱਕ ਇੰਪੋਰਟੈਂਸ ਰਹੀ ਹੈ ਇੰਡੀਅਨ ਕਲਚਰ ਵਿੱਚ. 5 ਚੀਜ਼ਾਂ ਦੀ 5 ਦੀ ਬੜੀ ਇੱਕ ਰਹੀ ਹੈ. ਇੱਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਜੋ ਵੀ ਰਹੇ 5 ਹੈ, you know. ਸੋ 5 ਦੀ ਇੱਕ ਰਹੀ ਆ. ਆਪਣੀ ਭਾਈ ਸਾਹਿਬ ਅੱਗੇ ਜਾ ਕੇ ਲਿਖਦੇ ਵੀ ਹਨ ਇਸ ਬਾਰੇ. ਪਰ ਇੱਥੇ ਪੰਚ ਜਿਹੜਾ ਵਰਡ ਆਇਆ ਹੈ ਉਹ ਪ੍ਰਧਾਨ ਵਾਸਤੇ ਆਇਆ ਹੈ ਵਰਡ. ਇੱਥੇ ਪੰਚ ਜਿਹੜਾ ਵਰਡ ਆਇਆ ਹੈ ਉਹ ਆਇਆ ਹੈ ਉਹ ਬੰਦੇ ਜਿਨ੍ਹਾਂ ਨੇ ਉਹ ਅਵਸਥਾ ਪ੍ਰਾਪਤ ਕੀਤੀ ਹੈ. ਤੇ ਅੱਗੇ ਜਾ ਕੇ let me test ਜਪਜੀ ਦੀ ਨੌਲੇਜ ਥੋੜੀ ਜੀ. ਟੈਸਟ ਨਹੀਂ, ਪਰ ਇੱਕ ਬੰਦਾ ਸੋਚਣਾ ਚਾਹੀਦਾ ਇਸ ਬਾਰੇ. ਪੰਜ ਵਰਡ ਜਪਜੀ ਅੱਗੇ ਜਾ ਕੇ ਵੀ ਵਰਡ ਯੂਜ਼ ਕੀਤਾ ਨੇ ਜਪਜੀ ਦੀਆਂ ਅਖੀਰਲੀਆਂ ਪੌੜੀਆਂ ਵਿੱਚ ਜਾ ਕੇ. let me take a pause for 30 seconds. who can figure it out? ਕਿਹੜੀ ਜਗ੍ਹਾ ਆ ਕੇ ਉਹਨਾਂ ਨੇ ਫਿਰ ਇਹ ਸਬਜੈਕਟ ਫਿਰ ਦੁਹਰਾਇਆ ਇੱਕ ਵਾਰੀ ਦੁਬਾਰਾ? ਪੰਜ ਪ੍ਰਧਾਨ ਨਹੀਂ, ਉਹ ਤੇ 16ਵੀਂ ਪੌੜੀ ਚ ਆਇਆ ਹੀ ਹੈ ਨਾ. ਉਹ ਤੇ we all know that. ਮੈਂ 16th ਪੌੜੀ ਦੀ ਗੱਲ ਨਹੀਂ ਕਰ ਰਿਹਾ. ਮੈਂ 16th ਪੌੜੀ ਤੋਂ ਜੰਪ ਕਰਕੇ ਮੈਂ ਅੱਗੇ ਚਲਾ ਜਾਵਾਂ ਥੋੜਾ ਹੋਰ, ਤੇ ਅੱਗੇ ਜਾ ਕੇ ਫਿਰ ਖੰਡਾ ਦੀ ਬਾਣੀ ਹੈ ਜੀ. ਜਦੋਂ ਖੰਡਾ ਦੀ ਆਈ ਹੈ, ਖੰਡਾਂ ਦੀ ਗੱਲ ਚ ਆਇਆ ਪ੍ਰੀਤ ਜੀ. ਕਿੱਥੇ ਆਇਆ? ਕਿਹੜੀ ਜਗ੍ਹਾ ਆਇਆ ਖੰਡਾਂ ਚ? ਕਿਹੜੇ ਖੰਡ ਵਿੱਚ ਕਿਹੜੇ ਖੰਡ ਵਿੱਚ ਪੰਚਾਂ ਦੀ ਗੱਲ ਦੁਬਾਰਾ ਕੀਤੀ ਨੇ? ਇੱਕ ਖੰਡ ਵਿੱਚ ਕੀਤੀ ਨੇ ਪੰਚਾਂ ਦੀ ਗੱਲ. ਸੋ ਪੌੜੀ ਜਿਹੜੀ ਜਿੱਥੇ ਧਰਮਖੰਡ ਹੈਗਾ ਉੱਥੇ, ਪਰ ਸੱਚਖੰਡ ਇਸ ਡਿਸਕ੍ਰਾਈਬ ਕੀਤਾ ਹੈ. ਸੱਚਖੰਡ, ਲੇਕਿਨ ਧਰਮਖੰਡ ਦੀ ਐਂਡ ਵਿੱਚ ਜਿਹੜਾ ਧਰਮਖੰਡ ਤੋਂ ਗਿਆਨਖੰਡ ਦੀ ਜਿਹੜੀ ਟ੍ਰਾਂਜੀਸ਼ਨ ਜਿਹੜੀ ਹੈ ਨਾ, ਤਿੱਥੇ ਸੋਹਣ ਪੰਜ ਪਰਵਾਨ. ਥੈਂਕ ਯੂ. ਸੱਚਾ ਆਪ, ਸੱਚਾ ਦਰਬਾਰ, ਤਿੱਥੇ ਸੋਹਣ ਪੰਜ. ਉੱਥੇ ਵੀ ਪੰਜ, ਉੱਥੇ ਜਿਹੜਾ ਪੰਜ ਪ੍ਰਵਾਨ ਜਿਹੜਾ ਵਰਡ ਆਇਆ ਹੈ ਉਹ ਸੇਮ ਪੰਜ ਪ੍ਰਵਾਨ ਇੱਥੇ ਵੀ ਆਇਆ ਹੈ ਵਰਡ. ਕੋਈ ਬਹੁਤਾ ਫਰਕ ਨਹੀਂ ਹੈ ਦੋਨਾਂ ਵਿੱਚ ਗੱਲਾਂ 'ਚ. But we now jump from 16 to 34, Preet, you know. We had a pretty big jump, you know, from, because there's a lot of discussion in between that goes on. We ਕਿਸ ਤਰ੍ਹਾਂ ਪਹੁੰਚਣਾ ਉੱਥੇ, you know, ਉੱਥੇ ਪਹੁੰਚਣ ਦਾ ਤਰੀਕਾ ਕਿਹੜਾ ਹੈ? ਉੱਥੇ ਹੈ ਤੇ ਗੂਗਲ ਮੈਪ ਹੀ ਹੈ ਨਾ ਸੱਚਖੰਡ ਦਾ, ਜਿਹੜਾ ਇੱਕ ਓਂਕਾਰ ਤੋਂ ਸ਼ੁਰੂ ਹੋ ਕੇ ਤੇ ਸੱਚਖੰਡ ਦੀ ਜਿਹੜੀ ਜਰਨੀ ਜਿਹੜੀ ਹੈ, ਜਿਹੜੀ ਜਿਹਨਾਂ ਇਹਨਾਂ ਪੌੜੀਆਂ ਵਿੱਚ ਜਿਹੜੀ ਲਿਖੀ ਹੈ, ਜਿਹੜੀ ਹੈ ਤੇ ਮੈਪ ਹੀ ਬਣਾਇਆ ਨੇ ਨਾ, ਪੂਰਾ ਡੀਟੇਲਡ ਮੈਪ ਬਣਿਆ ਹੋਇਆ ਹੈ, you know. ਕਿਤੇ ਕੋਈ ਸੁਣਨ ਜ਼ਿਆਦਾ ਕੋਈ ਤੁਹਾਨੂੰ ਕੋਈ ਬਹੁਤਾ ਦਿਮਾਗ ਲਾਉਣ ਦੀ ਲੋੜ ਨਹੀਂ ਹੈ, you know. ਦੇਖੋ, ਮੈਂ ਤੇ ਕਈ ਵਾਰੀ ਹੈਰਾਨ ਰਹਿ ਜਾਂਦਾ, ਕਿਸੇ ਦੂਸਰੇ ਧਰਮ ਵਿੱਚ ਬੰਦਾ ਜੰਮਿਆ ਹੋਵੇ, ਬੰਦੀ ਕਿੰਨੀ ਮਿਹਨਤ ਕੇ ਪਹਿਲੇ ਤੇ ਗੁਰੂ ਧਾਰਨ ਕਰੇ, ਕਿਹਨੂੰ ਮੰਨੇ ਪਹਿਲੇ, ਫਿਰ ਕਈ ਗ੍ਰੰਥ ਜ਼ਿਆਦਾ ਤੋਂ ਇੱਕ ਹੁੰਦੇ ਵੀ ਕਿਹਨੂੰ ਮੰਨੇ, ਵੇਦਾਂ ਨੂੰ ਮੰਨੇ, you know, ਹਦੀਸਾਂ ਨੂੰ ਮੰਨੇ, ਕੁਰਾਨਾਂ ਨੂੰ ਮੰਨੇ, you know, ਕਿਸ ਚੀਜ਼ ਨੂੰ ਮੰਨੇ, you know, ਕਿ ਉਪਨਿਸ਼ਦਾਂ ਨੂੰ ਮੰਨੇ, ਗੀਤਾ ਨੂੰ ਮੰਨੇ, ਰਾਮਾਇਣ ਨੂੰ ਮੰਨੇ. ਕਿੰਨੀਆਂ ਇਸ਼ੂਜ਼ ਆ ਜਾਂਦੀਆਂ. ਸਾਡੇ ਤੇ ਕੋਈ ਇਸ਼ੂ ਹੀ ਨਹੀਂ ਹੈ ਵਾਲਾ ਨਾ ਕੋਈ. ਮਨੇ ਕਿ ਜੰਮਦਿਆਂ ਸਾਜ, the day you were born you got a guru, the day you were born the Japji is with you. But ਸਾਡੇ ਚ ਇਸ਼ੂ ਹੈ ਕਿ ਸਾਡੇ ਚ ਕਿਸੇ ਨੂੰ ਇੰਟਰਸਟ ਹੀ ਨਹੀਂ ਹੈ ਸਮਝਣ ਦਾ. ਸਾਡੇ ਚ ਇਹ ਬੜਾ ਵੱਡਾ ਇਸ਼ੂ ਹੈ. ਸਾਡੇ ਚ ਇਸ਼ੂ ਹੈ ਕਿ 60 ਸਾਲ ਹੋ ਗਏ ਗੁਰਦੁਆਰੇ ਜਾਂਦਿਆਂ, ਤੇ 70 ਸਾਲ ਦੀ ਉਮਰ ਚ ਪੁੱਛੋ ਨਾ ਕਿਸੇ ਕੋਲੋਂ ਜਪਜੀ ਦੀਆਂ ਪਹਿਲੀ 5 ਪੌੜੀਆਂ ਦਾ ਨਿਚੋੜ ਦੱਸ ਦਿਓ, ਜਪਜੀ ਦੀ ਪਹਿਲੀ 5 ਪੌੜੀਆਂ ਦਾ ਸਾਰ ਦੱਸ ਦਿਓ ਮੈਨੂੰ. ਕੀ ਹੈ ਗੁਰੂ ਨਾਨਕ ਦੇਵ ਜੀ ਦਾ ਸੈਂਟਰਲ ਮੈਸੇਜ 5 ਪੌੜੀਆਂ ਚ? I tell you, 90% of the people, or maybe 95% of the people, will draw a blank look on their face and they say, no, ਅਸੀਂ ਪੜ੍ਹਦੇ ਆਏ ਹਾਂ ਜੀ, ਸਾਨੂੰ ਕੋਈ ਖਾਸ ਅੰਡਰਸਟੈਂਡਿੰਗ ਨਹੀਂ ਹੈ ਸਬਜੈਕਟ ਮੈਟਰ ਦੀ. ਉਹ ਇਸ਼ੂ ਹੈ, ਉਹ ਬਹੁਤ ਸੀਰੀਅਸ ਇਸ਼ੂ ਹੈ ਵਾਲਾ. ਪਰ ਇਹ ਇਸ਼ੂ, ਇਹ ਤੁਸੀਂ ਖੁਦ ਸੋਚੋ ਇਸ ਇਸ਼ੂ ਬਾਰੇ ਵੀ ਕਿਉਂ ਇਸ਼ੂ ਹੈ ਵਾਲਾ. ਕਿਉਂ ਇੱਕ ਚੀਜ਼ ਜਦੋਂ ਥਾਲੀ ਚ ਪਰੋਸ ਕੇ ਤੁਹਾਡੇ ਅੱਗੇ ਰੱਖੀ ਹੋਵੇ, ਤੇ ਮੁਦਾਵਣੀ ਦੀ ਬਾਣੀ ਵਿੱਚ ਇੱਥੇ ਤੱਕ ਲਿਖਦਾ ਨਾ ਕਿ ਥਾਲ ਵਿੱਚ 3 ਵਸਤੂ ਪਈ ਹੋ, ਸੰਤ ਸੰਤੋਖ ਤੇ ਨਾਮ ਪਾ ਦਿੱਤਾ ਹੈ, ਤੇ ਨਾਮ ਤੇ ਪਹਿਲੇ ਦਾ ਹੀ ਪਿਆ ਹੋਇਆ ਸੀ. ਇੱਕ ਜਗ੍ਹਾ ਪਇਓ ਆਏ ਹਨ ਵਰਡ ਤੇ ਇੱਕ ਜਗ੍ਹਾ ਪਾਇਓ ਆਏ ਹਨ ਵਰਡ. ਯਾਰ ਉਹ ਅਲੱਗ ਡਿਸਕਸ ਹੈ, ਮੈਂ ਮੁਦਾਵਣੀ ਤਰਫ ਨਹੀਂ ਜਾਣਾ.
ਪਰ ਥਾਲ ਤੇ ਪਰੋਸ ਦਿੱਤਾ ਨਾ ਉਹਨੇ, ਥਾਲ ਤੇ ਪਰੋਸਿਆ ਹੋਇਆ, ਸਭ ਕੁਝ ਪਾਇਆ ਹੋਇਆ ਅੰਦਰ, ਕੁਝ ਕਰਨ ਦੀ ਲੋੜ ਨਹੀਂ ਹੈ। ਕਰਨ ਦੀ ਕੀ ਲੋੜ ਹੈ? ਜੇ ਕੋ ਖਾਵੇ ਜੇ ਕੋ ਪੁੰਚੇ, ਕਰਨ ਦੀ ਲੋੜ ਹੈ ਬਸ। ਹੁਣ ਬੰਦਾ ਦੇਖੋ ਜੀ ਰੈਸਿਪੀ ਬੁੱਕ ਲੈ ਕੇ ਆਏ ਤੇ ਉਹ ਫਿਰ ਉਹ ਦੇਖੇ ਰੈਸਿਪੀ ਬੁੱਕ ਨੂੰ ਬਾਰ-ਬਾਰ ਤੇ ਉਹ ਖਾਣਾ ਬਣਾਇਆ ਹੀ ਨਾ ਉਹਦਾ, ਫਿਰ ਇੰਗਰੀਡੀਐਂਟਸ ਵੀ ਲੈ ਆਏ ਉਹਦੇ ਗਰੋਸਰੀ ਸਟੋਰ ਤੋਂ ਤੇ ਇੰਗਰੀਡੀਐਂਟਸ ਲਿਆ ਕੇ ਉਹ ਫਿਰ ਬਣਾਏ ਹੀ ਨਾ ਉਸ ਖਾਣੇ ਨੂੰ, ਤੇ ਜੇ ਬਣ ਵੀ ਜਾਏ ਖਾਣਾ ਫਿਰ ਉਹ ਖਾਏ ਹੀ ਨਾ ਖਾਣੇ ਨੂੰ, ਤੇ ਜੇ ਖਾ ਵੀ ਲਵੇ ਤੇ ਖਾ ਕੇ ਉਲਟੀ ਕਰ ਦੇਵੇ, ਉਹਦੀ ਵੋਮਿਟ ਕਰ ਦੇਵੇ, ਪੁੰਚੇ ਹੀ ਨਾ ਉਸਨੂੰ, ਤੇ ਉਹਦੇ ਖਾਣੇ ਦਾ ਖੂਨ ਕਿਸ ਤਰ੍ਹਾਂ ਬਣੇਗਾ? ਉਹਦੇ ਖਾਣੇ ਦੀ ਆਤਮਿਕ ਗਿਆਨ ਕਿੰਜ ਪੈਦਾ ਹੋਏਗਾ ਉਹਦੇ ਅੰਦਰ? ਤੇ ਜਪਜੀ ਤੇ ਥਾਲ ਵਿੱਚ ਪਰੋਸਿਆ 500 ਸਾਲ ਹੋ ਗਏ ਇਸ ਬਾਣੀ ਨੂੰ, 550 ਸਾਲ ਉਹਨਾਂ ਦੀ ਬਣਾਇਆ ਹੋਣੇ ਅਸੀਂ, ਤੇ ਇਸ ਬਾਣੀ ਦੀ ਰਚਨਾ ਹੋਇਆ ਤੇ 550 ਸਾਲ ਹੋ ਗਏ। 550 years we have had this with us, ਹੁਣ ਤੁਸੀਂ ਸੋਚਣ ਦੀ ਗੱਲ ਇਹ ਹੈ ਕਿ ਸੱਚਖੰਡ ਕਿੰਨੇ ਪਹੁੰਚੇ ਹਨ ਤੇ ਧਰਮਖੰਡ ਚ ਕਿਤਨੇ ਪਹੁੰਚੇ ਹਨ। ਪਹਿਲੇ ਧਰਮਖੰਡ ਪਤਾ ਵੀ ਹੈ ਕਿ ਨਹੀਂ ਪਤਾ ਕੀ ਹੈ ਧਰਮਖੰਡ, ਪਤਾ ਵੀ ਹੈ ਕਿ ਨਹੀਂ ਪਤਾ ਧਰਮਖੰਡ ਤੇ ਗਿਆਨਖੰਡ ਚ ਫਰਕ ਕੀ ਹੈ, ਗਿਆਨਖੰਡ ਤੇ ਸਰਮਖੰਡ ਤੇ ਕਰਮਖੰਡ ਚ ਕੀ ਹੈ, ਡਿਫਰੈਂਸ਼ੀਏਸ਼ਨ ਕੀ ਹੈ ਆਪਸ ਵਿੱਚ, ਕਿੰਨੀਆਂ ਕੁ ਪਤਾ ਹੈ ਸਾਨੂੰ? ਕਿਉਂ ਨਹੀਂ ਪਤਾ? ਜੇ ਨਹੀਂ ਪਤਾ ਤੇ ਪੰਚ ਪ੍ਰਵਾਨ ਪੰਚ ਪ੍ਰਧਾਨ, ਤੇ ਇਹ ਪੰਜ ਜਿਹੜੇ ਇਸ ਸਟੇਜ ਤੱਕ ਪਹੁੰਚੇ ਹਨ, ਜਿਨ੍ਹਾਂ ਨੇ ਹੁਕਮ ਰਜਾਈ ਚੱਲਿਆ ਹੈ, ਜਿਨ੍ਹਾਂ ਨੇ ਗੁਰੂ ਦੇ ਗੁਣਾਂ ਨੂੰ ਗਾਵਿਆ ਹੈ, ਜਿਨ੍ਹਾਂ ਨੇ ਮਨ ਰੱਖਿਆ, ਭਾਵ ਦੀ ਅਵਸਥਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੇ ਪਿਆਰ ਦੀ ਉਹ ਲਵ ਦੀਆਂ ਉਹ ਹੱਦਾਂ ਪਾਰ ਕੀਤੀਆਂ ਹਨ, ਜਿਨ੍ਹਾਂ ਨੇ ਨਾਮ ਨੂੰ ਸੁਣਿਆ ਹੈ ਤੇ ਸੁਣਿਆ ਦੂਪ ਪਾਪ ਦਾ ਨਾਸ ਆਪਣੇ ਅੰਦਰ ਵਸਾਇਆ ਹੈ, ਜਿਨ੍ਹਾਂ ਦੇ ਅੰਦਰ ਵਿਗਾਸ ਹੈ, ਜਿਹੜੇ ਸਰਾ ਗੁਣਾ ਕੇ ਗਾ ਹਾਥ ਹੋਵੇ ਇਸ ਗਾ ਵਾਲੀ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ, ਜਿਹੜੇ ਮੰਨੇ ਦੀ ਅਵਸਥਾ ਚ ਆ ਕੇ ਮੰਨੇ ਮਗ ਨ ਚੱਲੇ ਪੰਥ, ਮੰਨੇ ਪਰਵਾਰੇ ਸਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਮਾਰਗ ਠਾਕ ਨਾ ਪਾਏ ਵਾਲੀ ਅਵਸਥਾ ਨੂੰ ਜਿਨ੍ਹਾਂ ਨੇ ਗ੍ਰਹਿਣ ਕੀਤਾ ਹੈ, ਜਿਨ੍ਹਾਂ ਨੇ ਇਹ ਵਾਲੀਆਂ ਸਟੇजेस ਜਿਨ੍ਹਾਂ ਨੇ ਕ੍ਰਾਸ ਕੀਤੀਆਂ ਹਨ, ਉਹ ਪੰਜ ਹਨ। ਤੇ ਜਿਹੜੇ ਪੰਜ ਹਨ ਉਹਨਾਂ ਦਾ ਗੁਰੂ ਕੌਣ ਹੈ? ਉਹਨਾਂ ਦਾ ਗੁਰੂ ਸਿਰਫ ਇੱਕੋ ਹੀ ਗੁਰੂ ਹੈ, ਉਹ ਗੁਰੂ ਹੈ ਉਹਨਾਂ ਦੀ ਕਨਸੈਂਟ੍ਰੇਸ਼ਨ। ਉਹਨਾਂ ਦੀ ਕਨਸੈਂਟ੍ਰੇਸ਼ਨ ਜਾਂ ਧਿਆਨ ਇਤਨਾ ਵੱਧ ਗਿਆ ਹੈ ਹੁਣ। ਪਹਿਲੇ ਜਦੋਂ ਧਿਆਨ ਲਗਾਉਂਦੇ ਸਨ ਪ੍ਰਮਾਤਮਾ ਵਿੱਚ ਤੇ ਕੋਸ਼ਿਸ਼ ਕਰਨੀ ਪੈਂਦੀ ਸੀ, ਤੇ ਜਿਸ ਬੰਦੇ ਦਾ ਧਿਆਨ 24 ਘੰਟੇ ਹਰ ਸਵਾਸ ਤੇ ਸਿੱਧ ਗੋਸ਼ ਇੱਕ ਲਾਈਨ ਆਂਦੀ ਹੈ, ਯਾਦ ਆਈ ਹੈ, ਭਾਈ ਸਾਹਿਬ ਵੀ ਕੋਟ ਕਰਦੇ ਹਨ ਕਿ ਗੁਰਮੁਖ ਲਾਗੇ ਸਹਿਜ ਧਿਆਨ ਆਏ ਹਨ। ਸਿੱਧ ਗੁਜਰਨ ਨੇ ਸਿੱਧ ਗੋਸ਼ ਪੜ੍ਹੀ ਹੈ, they must have noticed that line that come ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰੀ ਹੋਈ ਰਾਮਕਲੀ ਰਾਗ ਵਿੱਚ ਬਾਣੀ ਹੈ, ਜਿੱਥੇ ਸਿੱਧਾ ਨਾਲ ਗੱਲਬਾਤ ਹੋਈ ਹੈ। ਸਹਿਜ ਧਿਆਨ, ਉਹਨਾਂ ਦਾ ਧਿਆਨ, ਜਿਹੜੀ ਕਨਸੈਂਟ੍ਰੇਸ਼ਨ ਬੜੀ ਕ੍ਰਿਟੀਕਲ ਹੈ ਸਪਿਰਿਚੁਅਲ ਰਸਤੇ ਵਿੱਚ। ਕਨਸੈਂਟ੍ਰੇਸ਼ਨ ਹਰ ਜਗ੍ਹਾ ਕ੍ਰਿਟੀਕਲ ਹੈ, ਕਨਸੈਂਟ੍ਰੇਸ਼ਨ ਨਾ ਹੋਵੇ ਤੁਸੀਂ ਕਿਤੇ ਕੁਝ ਕਰ ਨਹੀਂ ਸਕਦੇ। ਸੰਗੀਤ ਵਿੱਚ ਹੀ ਬੜੀ ਇੰਪੋਰਟੈਂਟ ਹੈ, ਕਨਸੈਂਟ੍ਰੇਟ ਕਰਨਾ ਪੈਂਦਾ ਹੈ ਕਾਫੀ ਦੇਰ ਤੱਕ। ਪਰ ਲੰਬੀ ਕਨਸੈਂਟ੍ਰੇਸ਼ਨ ਜਦੋਂ ਪ੍ਰਮਾਤਮਾ ਦੇ ਖਿਆਲ ਦੀ ਤਰਫ ਚਲੀ ਜਾਵੇ, ਪ੍ਰਮਾਤਮਾ ਦੇ ਪਿਆਰ ਦੀ ਤਰਫ ਚਲੀ ਆਵੇ, 24 ਘੰਟੇ ਤੁਹਾਡੇ ਮਨ ਵਿੱਚ ਦੂਸਰਿਆਂ ਦੇ ਭਲੇ ਕਰਨ ਦੀ ਅਵਸਥਾ ਬਣੀ ਨਵੇ, ਅਗਰ ਹੈ ਨਾ, ਬ੍ਰਹਮ ਗਿਆਨੀ ਪਰਉਪਕਾਰ ਉਮਾ ਵਰਡ ਆਏ ਹਨ ਸੁਖਮਨੀ ਵਿੱਚ। ਜਦੋਂ 24 ਆਵਰਸ ਅ ਡੇ ਆਲ ਦਾ ਟਾਈਮ ਤੁਹਾਡਾ ਮਾਈਂਡ ਉਹਦੇ ਉੱਤੇ ਫੋਕਸ ਹੋਵੇ, ਤੇ ਤੁਹਾਡਾ ਗੁਰੂ ਕੌਣ ਹੈ? ਤੁਹਾਡਾ ਵਿਚਾਰਧਾਰਾ ਕੀ ਹੈ? ਤੁਹਾਡਾ ਵਿਚਾਰ ਤੁਹਾਡਾ ਧਿਆਨ ਹੈ। ਜਿਹੜਾ ਧਿਆਨ ਕਿੱਥੇ ਹੈ? ਤੁਹਾਡਾ ਧਿਆਨ ਪ੍ਰਮਾਤਮਾ ਵਿੱਚ ਹੈ, ਤੇ ਗੁਰੂ ਤੁਹਾਡਾ ਧਿਆਨ ਹੋ ਗਿਆ। ਤੁਹਾਡੀ ਕਨਸੈਂਟ੍ਰੇਸ਼ਨ ਇਤਨੀ ਵੱਧ ਗਈ ਹੈ, ਤੁਹਾਡੀ ਕਨਸੈਂਟ੍ਰੇਸ਼ਨ ਇਤਨੀ ਵੱਧ ਗਈ ਹੈ ਕਿ ਤੁਹਾਡੀ ਕਨਸੈਂਟ੍ਰੇਸ਼ਨ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਰਹਿ ਹੀ ਨਹੀਂ ਗਿਆ। ਤੁਹਾਡੀ ਕਨਸੈਂਟ੍ਰੇਸ਼ਨ ਸਿਰਫ ਪ੍ਰਮਾਤਮਾ ਹੀ ਰਹਿ ਗਈ ਹੈ, ਹੁਣ ਕੋਈ ਹੈ ਹੀ ਨਹੀਂ ਕਿਧਰੇ ਹੋਰ ਕੋਈ ਧਿਆਨ ਤੁਹਾਡਾ। ਇਹਦਾ ਮਤਲਬ ਇਹ ਨਹੀਂ ਕਿ ਦੁਨੀਆ ਦੇ ਕੰਮ ਨਹੀਂ ਕਰਦੇ, ਇਹਦਾ ਮਤਲਬ ਇਹ ਨਹੀਂ ਕਿ ਦੁਨੀਆ ਦੇ ਕੰਮ ਕਾਜ ਛੋੜ ਜਾਂਦੇ ਹਨ। ਹੁਣ ਇਹਨਾਂ ਗੱਲਾਂ ਨਾਲ ਰਿਲੇਟ ਕਰਨਾ ਬੜਾ ਮੁਸ਼ਕਿਲ ਹੈ ਆਮ ਬੰਦੇ ਨੂੰ, ਜਿਨ੍ਹਾਂ ਨੇ ਪਹਿਲੀਆਂ ਸਟੇਜਾਂ ਹੀ ਕ੍ਰਾਸ ਨਹੀਂ ਕੀਤੀਆਂ। ਉਹ ਕਹਿੰਦੇ ਨਹੀਂ ਯਾਰ ਕਿੰਜ ਹੋ ਸਕਦਾ ਹੈ, 24 ਘੰਟੇ ਬੰਦਾ ਕਿੰਜ ਸੋਚ ਸਕਦਾ? ਹੋ ਸਕਦਾ ਹੈ, ਬੜੀ ਜਗ੍ਹਾ ਬਾਣੀ 'ਚ ਐਗਜ਼ਾਮਪਲ ਲਾਏ ਹਨ ਉਸ ਗੱਲ ਦੇ। ਮੈਂ ਉਸ ਬਾਰੇ ਜ਼ਿਆਦਾ ਜਾਣਾ ਨਹੀਂ ਹੈ। ਮੇਰੀ ਰਿਕੁਐਸਟ ਜਿਹੜੀ ਸੀ 16ਵੀਂ ਪੌੜੀ ਤੱਕ ਸੀ, ਤੇ ਮੈਂ ਉੱਥੇ ਹੀ ਆਪਣਾ ਕੰਮ ਰੱਖਾਂ ਜ਼ਿਆਦਾ, ਫਿਰ ਨਹੀਂ ਤੇ ਅੱਗੇ ਉਧਰ ਜਾਵਾਂ ਫਿਰ ਬਹੁਤ ਟਾਈਮ ਲੱਗ ਜਾਂਦਾ ਹੈ ਬੜਾ। ਤੇ ਪੰਚਾਂ ਕਾ ਗੁਰ ਏਕ ਧਿਆਨ ਆਏ ਹਨ, ਵਰਡ ਲਾਸਟ ਲਾਈਨ ਜਿੱਥੇ ਜਿਹੜੀ ਚੌਥੀ ਲਾਈਨ ਜਿਹੜੀ ਆਈ, ਉਹਨਾਂ ਦਾ ਗੁਰੂ ਧਿਆਨ ਦੇ ਨੰਨੇ ਨੂੰ ਔਕੜ ਹੈ, ਤੇ ਏਕ ਦੇ ਕੱਕੇ ਨੂੰ ਔਕੜ ਹੈ, ਤੇ ਗੁਰ ਦੇ ਰਾਰੇ ਨੂੰ ਵੀ ਔਕੜ ਹੈ। ਧਿਆਨ ਰੱਖਣਾ, ਇਹ ਸਾਰੇ ਸਿੰਗੂਲਰ ਆਏ ਹਨ। ਉਹਨਾਂ ਦਾ ਇੱਕੋ ਗੁਰੂ ਹੈ ਪ੍ਰਮਾਤਮਾ,
ਤੇ ਇੱਕੋ ਹੀ ਧਿਆਨ ਹੈ ਪ੍ਰਮਾਤਮਾ ਤੇ ਇੱਕੋ ਹੀ ਗੁਰੂ ਹੈ ਉਹਨਾਂ ਦਾ ਤੇ ਇੱਕ ਹੈ ਵਨੇ ਵਨ ਐਂਡ ਦੀ ਓਨਲੀ ਵਨ ਨੋਬਡੀ ਐਲਸ ਨੋ ਇੱਕ ਕੋਈ ਪਲੂਰੈਲਿਟੀ ਚ ਇੱਕ ਨਹੀਂ ਆਇਆ ਉੱਥੇ ਉਹਨਾਂ ਪੰਜਾਂ ਦਾ ਧਿਆਨ ਉਹਨਾਂ ਪੰਜਾਂ ਦੀ ਕਨਸੈਂਟਰੇਸ਼ਨ ਉਹਨਾਂ ਪੰਜਾਂ ਦਾ ਟੋਟਲ ਜਿਹੜਾ ਮਾਈਂਡ ਜਿਹੜਾ ਹੈ ਫੋਕਸ ਜਿਹੜਾ ਹੈ ਉਹ ਸਪਿਰਿਚੁਅਲਿਟੀ ਦੀ ਤਰਫ ਰਹਿੰਦਾ ਹੈ ਹਮੇਸ਼ਾ ਇਸ ਵਾਸਤੇ ਪੰਚਾਂ ਕਾ ਗੁਰ ਏਕ ਧਿਆਨ ਉਹਨਾਂ ਦਾ ਧਿਆਨ ਇਤਨਾ ਸਿੰਗੂਲਰ ਬਣ ਗਿਆ ਹੁਣ ਕਿ ਬਾਕੀ ਦੁਨੀਆ ਦੇ ਚੀਜ਼ਾਂ ਜਿਹੜੀਆਂ ਧਿਆਨ ਦਿੰਦੇ ਹਨ ਉਹ ਸਭ ਧਿਆਨ ਹਨ ਮੇਨ ਧਿਆਨ ਉਧਰ ਹੈ ਉਹਨਾਂ ਦਾ ਕਿਉਂਕਿ ਮੇਨ ਧਿਆਨ ਉਧਰ ਹੋਣ ਕਾਰਨ ਪ੍ਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਉਹਨਾਂ ਦੀ ਉਹ ਫਿਰ ਉਹ ਸੇਵਕ ਬਣ ਗਏ ਇਹਨੂੰ ਤੇ ਉਸ ਦਿਨ ਗੁਰੂ ਨਾਨਕ ਚਮਤਕਾਰ ਦੀ ਕਲਾਸ ਵਿੱਚ ਕਮਲ ਵਾਸ ਟਾਕਿੰਗ ਅਬਾਊਟ ਸੇਵਕ ਦੀ 17ਵੀਂ ਅਸ਼ਟਪਦੀ ਵਿੱਚੋਂ ਲਾਈਨਾਂ ਤੇ ਸੇਵਕ ਕੀ ਰਾਖੇ ਨਿਰੰਕਾਰ ਫਿਰ ਸੇਵਕ ਦੀ ਰੱਖਿਆ ਤਾਂ ਆਪ ਕਰਦਾ ਹੈ ਸੇਵਕ ਨੂੰ ਤਾਂ ਕੋਈ ਛੂਹ ਨਹੀਂ ਦਿੰਦਾ ਫਿਰ ਉਹ ਆਪਣੇ ਸੇਵਕ ਨੂੰ ਸੇਵਕ ਦੀ ਰੱਖਿਆ ਤੇ ਪਿੱਛੋਂ ਕਰੇਗਾ ਕਰੇ ਫਿਰ ਕਰਦਾ ਹੀ ਕਰਦਾ ਤੇ ਸੇਵਕ ਦੇ ਸਵਾਸ ਸੇਵਕ ਜਦੋਂ ਉਸਨੂੰ ਜਪਦਾ ਹੈ ਤੇ ਉਸ ਸੇਵਕ ਕੀ ਫਿਰ ਉਸ ਸੇਵਕ ਦੀ ਤੇ ਅਲੱਗ ਅਵਸਥਾ ਹੈ ਉਹਦੀ ਉਹਨੂੰ ਫਿਰ ਥੋੜਾ ਇੱਧਰ ਉੱਧਰ ਹੋਣ ਦਿੰਦਾ ਉਹਦੇ ਕੰਮ ਹਾਂਜੀ ਉਹਦੇ ਨਿਰੰਕਾਰ ਆਪ ਅੱਗੇ ਹੋ ਕੇ ਉਹ ਸੇਵਕ ਦੀ ਰੱਖਿਆ ਕਰਦਾ ਫਿਰ ਉਹ ਧਿਆਨ ਜਦੋਂ ਉਧਰ ਜਾਂਦਾ ਤੇ ਪਰਿਵਾਰ ਦੀ ਪ੍ਰਤਪਾਲਨਾ ਵੀ ਉਹਦੀ ਹੋ ਜਾਂਦੀ ਫਿਰ ਪੈਸੇ ਦਾ ਧਿਆਨ ਵੀ ਨਹੀਂ ਰਹਿੰਦਾ ਉਹਨੂੰ ਪੈਸੇ ਖੁਦ ਬਖੁਦ ਹੋ ਜਾਂਦੇ ਨੇ ਤੇ ਮਾਇਆ ਉਹਦੇ ਪਿੱਛੇ ਫਿਰਦੀ ਹੈ ਫਿਰ ਹੁਣ ਕੋਈ ਬੰਦਾ ਕਹਿ ਸਕਦਾ ਯਾਰ ਇਹ ਗੱਲਾਂ ਐਵੇਂ ਹੀ ਹਨ ਕਿਧਰੇ ਲਿਖੀਆਂ ਹੋਈਆਂ ਇਹ ਗੱਲਾਂ ਹੀ ਹਨ ਸਿਰਫ ਫਿਰ ਜਿਹਨੇ ਨਹੀਂ ਪ੍ਰੈਕਟਿਸ ਕਰਨਾ ਉਹਨੇ ਨਹੀਂ ਪ੍ਰੈਕਟਿਸ ਕਰਨਾ ਉਹਨੇ ਜਿਹਨੇ ਨਹੀਂ ਦੇਖਿਆ ਉਹਨੇ ਨਹੀਂ ਦੇਖਿਆ ਹਾਂਜੀ ਤੇ ਜਿਹਨੇ ਦੇਖਿਆ ਉਹ ਦੇਖ ਕੇ ਫਿਰ ਅਚੰਭੇ ਚ ਆ ਜਾਂਦਾ ਫਿਰ ਬੜਾ ਬੰਦਾ ਤੇ ਫਿਰ ਇਹੋ ਜਿਹੇ ਪੰਜ ਜਿਨ੍ਹਾਂ ਦਾ ਇੱਕ ਧਿਆਨ ਹੋਵੇ ਗੁਰੂ ਹੀ ਉਹਨਾਂ ਦਾ ਧਿਆਨ ਹੋਵੇ ਫਿਰ ਉਹ ਪੰਜ ਫਿਰ ਉਹ ਪ੍ਰਵਾਨ ਹੋ ਜਾਂਦੇ ਹਨ ਤੇ ਪ੍ਰਵਾਨ ਕੀ ਹੈ I'm going to wait a second. What is pravan? Pravan ਕੀ ਹੈ ਜੀ somebody participate now. Accept recognize ਹੋ ਜਾਣਾ recognition ਮਿਲ ਜਾਣੀ ਕਿਸੇ ਦੇ ਸਾਹਮਣੇ ਇੱਕ ਬੰਦੇ ਨੇ ਬੜੀ ਸੇਵਾ ਕੀਤੀ ਹੋਵੇ ਤੇ ਗੁਰੂ ਮਹਾਰਾਜ ਦਰਬਾਰ ਵਿੱਚ ਆਇਆ ਹੋਵੇ ਤੇ recognize ਕਰ ਦਿੱਤਾ ਹੋਵੇ ਭਾਈ ਮੰਝ ਦੀ ਸਾਖੀ ਬੜੇ ਲੋਕਾਂ ਨੇ ਸੁਣੀ ਹੋਣੀ ਹੈ ਜਦੋਂ ਤੇ ਭਾਈ ਮੰਝ ਘਰ ਔਲਾਦ ਨਾ ਹੋਈ ਤੇ ਜਦੋਂ ਇਹ ਭਾਈ ਜਦੋਂ ਆਏ ਗੁਰੂ ਦੇ ਮਹਾਰਾਜ ਦਰਬਾਰ ਵਿੱਚ ਤੇ ਸ਼ਰਮਾਏ ਬੜਾ ਨਾ ਮੰਨਣ ਤੇ ਕਹਿੰਦੇ ਕਿਸੇ ਨੇ ਕਿਹਾ ਕਿ ਨਹੀਂ ਜੇ ਕੋਈ ਸੇਵਾ ਬਹੁਤੀ ਕਰੇ ਨਾ ਗੁਰੂ ਦੇ ਦਰਬਾਰ ਵਿੱਚ ਤੇ ਸੇਵਾ ਤੋਂ ਟੁੱਟਦੇ ਹਨ ਗੁਰੂ ਬੜੇ ਤੇ ਭਾਈ ਮੰਝ ਸੂਰਜ ਪ੍ਰਕਾਸ਼ ਬੜੀ ਲੰਬੀ ਕਥਾ ਆਈ ਹੈ ਭਾਈ ਮੰਝ ਬਾਰੇ ਤੇ ਕਹਿੰਦੇ ਜੰਗਲ ਦੀ ਲੱਕੜੀਆਂ ਕੱਟਣ ਜਾਂਦੇ ਹਨ ਰੋਜ਼ ਤੇ ਜੰਗਲ ਦੀ ਲੱਕੜੀਆਂ ਕੱਟਦੇ ਹਨ ਤੇ ਕੱਟ ਕੇ ਅੱਧੀਆਂ ਲੱਕੜਾਂ ਜਿਹੜੀਆਂ ਹਨ ਉਹ ਲੰਗਰ ਵਿੱਚ ਦਿੰਦੇ ਹਨ ਤੇ ਅੱਧੀਆਂ ਲੱਕੜਾਂ ਜਿਹੜੀਆਂ ਹਨ ਉਹ ਆਪ ਗੁਜ਼ਾਰੇ ਵਾਸਤੇ ਰੱਖਦੇ ਹਨ ਤੇ ਜੰਗਲ ਦੀ ਅੱਧੀਆਂ ਲੱਕੜਾਂ ਜਿਹੜੀਆਂ ਹਨ ਉਹ ਪਾ ਦਿੰਦੇ ਹਨ ਉਹਦੇ ਚ ਲੰਗਰ ਚ ਪਾ ਦਿੰਦੇ ਹਨ ਤੇ ਸੇਵਾ ਬੜੀ ਕਰਦੇ ਹਨ ਤੇ ਲੰਗਰ ਉੱਥੋਂ ਖਾਂਦੇ ਹਨ ਗੁਰੂ ਕਾ ਲੰਗਰ ਨਾਲ ਖਾਂਦੇ ਹਨ ਮਹਾਰਾਜ ਨੇ ਕਿਹੜੀ ਬੁਲਾ ਲਿਆ ਪੁੱਛਿਆ ਭਾਈ ਮੰਝ ਕੀ ਹਾਲ ਹੈ ਠੀਕ ਹੈ ਕੀ ਕਰਦੇ ਹੋ ਇਹ ਕਰਦੇ ਆ ਕਹਿੰਦੇ ਤੇ ਕੀ ਫਾਇਦਾ ਕਰਕੇ ਜੇ ਤੂੰ ਲੱਕੜੀਆਂ ਆਦੀਆਂ ਦੇ ਵੀ ਦਿੱਤੀਆਂ ਜਾਂ ਪੂਰੀਆਂ ਹੀ ਲੱਕੜੀਆਂ ਦੇ ਦਿੱਤੀਆਂ ਕਈਆਂ ਉਹਨਾਂ ਉੱਥੇ ਲਿਖਿਆ ਪੂਰੀਆਂ ਦਿੱਤੀਆਂ ਜਾਂ ਵਟਐਵਰ ਤੇ ਜੇ ਲੰਗਰ ਹੀ ਖਾ ਲਿੱਤਾ ਉੱਥੋਂ ਤੇ ਫਿਰ ਕੀ ਤੂੰ ਖੱਟਿਆ ਤੂੰ ਗੁਰੂ ਘਰ ਦਾ ਹੀ ਖਾਣਾ ਪਿਆ ਤੂੰ ਤੇ ਫਿਰ ਕੀ ਸੇਵਾ ਤੇਰੀ ਤੇਰੀ ਕਿਰਤ ਹੈ ਹੀ ਨਹੀਂ ਆਪਣੀ ਕੋਈ ਤੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਬੜੀਆਂ ਸਟੇਜਸ ਤੋਂ ਗੁਜ਼ਰੇ ਭਾਈ ਮੰਝ ਫਿਰ ਝੂਠ ਵੀ ਖਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਝੂਠ ਜੇ ਖਾਣਾ ਹੈ ਤਾਂ ਵੀ ਤੂੰ ਕਿਸੇ ਪੰਛੀ ਦਾ ਤੇ ਕਿਸੇ ਜੰਤੂ ਦਾ ਜਾਂ ਕਿਸੇ ਜਾਨਵਰ ਦਾ ਝੂਠ ਖਾ ਜਾਂਦਾ ਉਹਨਾਂ ਦਾ ਹਿੱਸਾ ਤੂੰ ਮਾਰ ਜਾਂਦਾ ਤੂੰ ਉਹਨਾਂ ਦਾ ਹਿੱਸਾ ਉਹ ਵੀ ਤੇਰੀ ਗੱਲ ਨਹੀਂ ਹੋਈ ਫਿਰ ਮੈਂ ਆਈ ਐਮ ਸੌਰੀ ਉਹ ਪਹਿਲੇ ਉੱਥੋਂ ਸਾਰੀਆਂ ਲੱਕੜੀਆਂ ਦਿੰਦੇ ਸਨ ਮੈਂ ਗਲਤ ਕਰ ਗਿਆ ਗੱਲ ਪਹਿਲੇ ਲੱਕੜੀਆਂ ਸਾਰੇ ਦਿੰਦੇ ਸਨ ਫਿਰ ਸੈਕੰਡ ਝੂਠ ਖਾਂਦੇ ਰਹੇ ਫਿਰ ਤੀਸਰੀ ਵਾਰੀ ਅੱਧਾ ਦਿੰਦੇ ਹਨ ਤੇ ਅੱਧਾ ਰੱਖਦੇ ਹਨ ਫਿਰ ਇੱਕ ਵਾਰੀ ਖੂਹ ਚ ਗਿਰ ਜਾਂਦੇ ਹਨ ਥੱਲੇ ਜਦੋਂ ਲੱਕੜੀਆਂ ਕੱਟਣ ਜਾਂਦੇ ਹਨ ਸਵੇਰੇ ਤੇ ਫਿਰ ਮਹਾਰਾਜ ਜਾਣ ਹਨ ਅੰਮ੍ਰਿਤਸਰ ਬੈਠੇ ਹੋਏ ਹਨ ਤੇ ਕਹਿੰਦੇ ਹਨ ਨਹੀਂ ਚਲੋ ਮੈਨੂੰ ਲੈ ਚੱਲੋ ਉਸ ਖੂਹ ਦੇ ਕੋਲ ਤੇ ਉੱਥੇ ਭਾਈ ਮੰਝ ਥੱਲੇ ਗਿਰੇ ਹੋਏ ਲੱਕੜੀਆਂ ਦਾ ਪੰਡ ਚੁੱਕਿਆ ਹੋਇਆ ਭਾਈ ਮੰਝ ਨੇ ਤੇ ਉਸ ਦਿਨ ਸਵੇਰੇ ਜਦੋਂ ਭਾਈ ਮੰਝ ਨੂੰ ਬੁਲਾਇਆ ਗਿਆ ਨਾ ਦਰਬਾਰ ਵਿੱਚ ਤੇ ਸੁਸ਼ੋਭਿਤ ਕੀਤਾ ਗਿਆ ਉਹਨਾਂ ਨੂੰ ਅੱਗੇ ਇੱਥੇ ਵੀ ਵਰਡ ਸੋਹੇ ਵਰਡ ਆਏ ਹਨ ਪੰਚੇ ਸੋਹੇ ਦਰ ਰਾਜਾਨ ਇੱਥੇ ਵੀ ਵਰਡ ਸੋਹੇ ਆਏ ਹਨ ਜਪਜੀ ਸਾਹਿਬ ਵਿੱਚ ਸੋਹੇ ਵਰਡ ਆਏ
ਤੇ ਉਹਨਾਂ ਨੂੰ ਫਿਰ ਤਿਆਰੀ ਕੀਤੀ ਗਈ, ਉਹਨਾਂ ਦੀ ਸੰਗਤ ਚ ਬੁਲਾਇਆ ਗਿਆ ਤੇ ਸੰਗਤ ਵਿੱਚ ਭਾਈ ਮੰਝ ਦੀ ਸੇਵਾ ਦੀ ਪ੍ਰਵਾਨਗੀ ਦਾ ਪ੍ਰਮਾਣ ਦਿੱਤਾ ਗਿਆ ਉਹਨਾਂ ਨੂੰ ਸਾਹਮਣੇ, ਪ੍ਰਵਾਨ ਹੋਏ ਉਹ ਤੇ ਗੁਰੂ ਦੇ ਸਾਹਮਣੇ, ਰਿਕਗਨਾਈਜ਼ ਕੀਤੇ ਗਏ ਗੁਰੂ ਦੇ ਸਾਹਮਣੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਲਾਸ਼ ਜਦੋਂ ਪੈਰ ਥਿੜਕਿਆ, ਅਮਰੂ ਨਿਥਾਵਾਂ ਕਿਹਾ ਉਹਨੇ, ਜੁਲਾਏ ਨੇ ਜਦੋਂ, ਤੇ ਉਸ ਦਿਨ ਜਦੋਂ ਸਵੇਰੇ ਗੁਰੂ ਬਣਾਉਣ ਤੋਂ ਪਹਿਲੇ ਵੀ ਰਿਕਗਨਾਈਜ਼ ਕੀਤੇ ਗਏ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਵਰ ਵੀ ਬੜੇ ਦਿੱਤੇ, ਹੋ ਜੀ ਨਿਥਾਵਿਆਂ ਦੇ ਥਾਂ ਹੋ ਤੁਸੀਂ, ਤੁਹਾਨੂੰ ਕੌਣ ਕੱਢਣ ਵਾਲਾ ਹੈ, ਨਿਆਸਰਿਆਂ ਦੇ ਆਸਰੇ ਹੋ, ਪੱਤਿਆਂ ਦੀ ਪੱਤ ਹੋ ਤੁਸੀਂ। ਤੇ ਉੱਥੇ ਵੀ ਪ੍ਰਵਾਨਗੀ ਦਿੱਤੀ ਗਈ, ਉੱਥੇ ਵੀ ਰਿਕਗਨਾਈਜ਼ ਕੀਤਾ ਗਿਆ ਗੁਰੂ ਦੇ ਸਾਹਮਣੇ। ਇਹ ਪ੍ਰਵਾਨ ਵਰਡ ਜਿਹੜਾ ਹੈ ਗੁਰੂ ਦਾ, ਇਹ ਬਹੁਤ ਵੱਡੀ ਹੈ। ਹੁਣ ਵੀ ਕੜਾ ਪ੍ਰਸ਼ਾਦ ਕਹਿੰਦੇ ਆ ਤੁਹਾਨੂੰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਚ ਵਰਤਣ ਦੀ ਆਗਿਆ ਬਖਸ਼ੋ ਤੁਸੀਂ। ਕਿਉਂ? ਕਿਉਂਕਿ ਕੜਾ ਪ੍ਰਸ਼ਾਦ ਦੀ ਪ੍ਰਵਾਨਗੀ ਮਹਾਰਾਜ ਦੀ ਸ੍ਰੀ ਸਾਹਿਬ ਨਾਲ ਛੂ ਕੇ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹ ਗੁਰੂ ਮਰਿਆਦਾ ਹੈ ਪੁਰਾਤਨ। ਪ੍ਰਵਾਨ ਕਰਦੇ ਸਨ ਪਹਿਲੇ ਮਹਾਰਾਜ ਆਪ। ਕੋਈ ਗਿਫਟ ਲੈ ਕੇ ਜਦੋਂ ਕੋਈ ਆਂਦਾ ਸੀ ਉਹਨਾਂ ਦੇ ਦਰਬਾਰ ਵਿੱਚ, ਦਸਮ ਪਾਤਸ਼ਾਹ ਦੇ ਕਲਗੀਧਰ ਮਹਾਰਾਜ ਦੇ ਦਰਬਾਰ ਵਿੱਚ ਜਦੋਂ ਕੋਈ ਗਿਫਟ ਲੈ ਕੇ ਆਂਦਾ ਸੀ ਤੇ ਆਪਣੀ ਸ੍ਰੀ ਸਾਹਿਬ ਨਾਲ ਛੂਹਦੇ ਸਨ, ਉਸ ਚੀਜ਼ ਨੂੰ ਪ੍ਰਵਾਨ ਕਰਦੇ ਸਨ ਵੀ ਹਾਂ ਵੀ ਐਕਸੈਪਟਡ ਹੈ ਤੇਰੀ ਚੀਜ਼। ਕੜਾ ਪ੍ਰਸ਼ਾਦ ਦੀ ਪ੍ਰਵਾਨਗੀ ਹੁਣ ਵੀ ਦਰਬਾਰ ਹਾਲ ਵਿੱਚ ਅਸੀਂ ਸ੍ਰੀ ਸਾਹਿਬ ਨਾਲ ਛੂ ਕੇ ਕੜਾ ਪ੍ਰਸ਼ਾਦ ਦੀ ਪ੍ਰਵਾਨਗੀ ਲੈਂਦੇ ਹਾਂ। ਅਸੀਂ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਰਤਨ ਦੀ ਆਗਿਆ ਹੋਵੇ ਤੁਹਾਡੀ। ਤੇ ਇੱਥੇ ਪ੍ਰਵਾਨ ਆਏ ਹਨ ਵਰਡ, ਜਿਸ ਤਰ੍ਹਾਂ ਭਾਈ ਮੰਝ ਪ੍ਰਵਾਨ ਹੋਏ ਹਨ, ਜਿਸ ਤਰ੍ਹਾਂ ਅਮਰੂ ਨਿਥਾਵਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਬੜੇ ਹਨ ਜਿਹੜੇ, ਉਸੇ ਤਰ੍ਹਾਂ ਪੰਚ ਵੀ ਪ੍ਰਵਾਨ ਹੋ ਜਾਂਦੇ ਹਨ ਉਹਦੇ ਦਰਬਾਰ ਵਿੱਚ। ਉਹ ਪ੍ਰਵਾਨ ਹੋ ਉਹ ਰਿਕਗਨਾਈਜ਼ ਹੋ ਜਾਂਦੇ ਹਨ। ਤੇ ਇੱਥੇ ਰਿਕਗਨਾਈਜ਼ ਹੋ ਜਾਂਦੇ ਹਨ, ਮਰਨ ਤੋਂ ਪਹਿਲੇ ਰਿਕਗਨਾਈਜ਼ ਹੋ ਜਾਂਦੇ ਹਨ, ਮਰਨ ਤੋਂ ਪਹਿਲੇ ਰਿਕਗਨੀਸ਼ਨ ਮਿਲ ਜਾਂਦੀ ਉਹਨਾਂ ਨੂੰ। ਤੇ ਖਾਲੀ ਪ੍ਰਵਾਨ ਹੀ ਨਹੀਂ ਹੁੰਦੇ, ਇਹੋ ਜਿਹੇ ਬੰਦੇ ਪੰਚ ਪ੍ਰਧਾਨ ਵੀ ਹਨ, ਪ੍ਰਧਾਨਗੀ ਵੀ ਮਿਲ ਜਾਂਦੀ ਹੈ, ਭਾਵ ਲੋਕ ਫੋਲੋ ਕਰਦੇ ਹਨ ਉਹਨਾਂ ਨੂੰ। ਪਰਮਾਤਮਾ ਦੇ ਜਿਹੜੇ ਨਾਮ ਬਹੁਤਾ ਜਪਦੇ ਹਨ, ਜਿਹੜੇ ਇਸ ਸਟੇਜ ਵਿੱਚ ਪਹੁੰਚਦੇ ਹਨ, ਜਿਹੜੇ ਇਸ ਮੁਕਾਮ ਤੇ ਪਹੁੰਚਦੇ ਹਨ, ਉਹਨਾਂ ਨੂੰ ਪ੍ਰਧਾਨਗੀ ਵੀ ਮਿਲਦੀ ਹੈ, ਪੰਚ ਪ੍ਰਵਾਣੇ ਜਾਂਦੇ ਹਨ। ਤੇ ਪੰਚਾਂ ਦੇ ਉੱਤੇ ਪ੍ਰਧਾਨਗੀ ਦਾ ਵੀ ਰੂਪ ਦੱਸਿਆ ਨੇ, ਪ੍ਰਧਾਨ ਵੀ ਹਨ ਪੰਚ, ਪ੍ਰਧਾਨ ਰੂਪ ਵਿੱਚ ਮੰਨੇ ਗਏ ਹਨ। ਕਿਉਂ ਪ੍ਰਧਾਨ ਹਨ? ਕਿਉਂਕਿ ਦੁਨੀਆ ਉਹਨਾਂ ਦੇ ਪਿੱਛੇ ਚੱਲਦੀ ਹੈ। ਉਹਨਾਂ ਦੇ ਇਹ ਜਨ ਜਿਹੜੇ ਪਰਉਪਕਾਰੀ ਆਏ ਹਨ, ਇਹਨਾਂ ਜਨਾਂ ਦੀ ਵਜ੍ਹਾ ਦੇ ਨਾਲ ਸਾਰੀ ਦੁਨੀਆ ਕਾਇਮ ਹੈ। ਇਹਨਾਂ ਦੀ ਸਿਮਰਨ ਦੇ ਨਾਲ ਸਾਰੀ ਦੁਨੀਆ ਕਾਇਮ ਹੈ। ਇਹ ਜਗ ਆਸਾ ਦੀ ਵਾਰ ਇੱਥੇ ਤੱਕ ਲਿਖ ਦਿੱਤਾ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ का विश्वास। ਇਹ ਆਇਆ ਵਰਡ ਸੱਚੇ ਕੀ ਕੋਠੜੀ ਕਿਉਂ ਹੈ? ਕਿਉਂਕਿ ਝੂਠਿਆਂ ਦੀ ਕੋਠੜੀ ਨਹੀਂ ਹੈ। ਇਹ ਬਣਾਈ ਤੇ ਸੱਚਿਆਂ ਵਾਸਤੇ ਸੀ, ਬਣਾਈ ਤੇ ਉਹਨਾਂ ਵਾਸਤੇ ਸੀ। ਹੁਣ ਝੂਠੇ ਨਾਲ ਲੱਗ ਜਾਂਦੇ ਹਨ ਤੇ ਝੂਠ ਖਾ ਲੈਂਦੇ ਨੇ ਉਹਨਾਂ ਦਾ, ਤੇ ਉਹ ਫਿਰ ਨਾਲ ਟੁਰ ਪੈਂਦੇ ਉਹਨਾਂ ਦੇ। ਆਸਾ ਦੀ ਵਾਰ ਦੀਆਂ ਪਹਿਲੀਆਂ ਪੌੜੀਆਂ ਅਗਰ ਤੁਸੀਂ ਪਹਿਲੇ ਸ਼ਲੋਕਾਂ ਨੂੰ ਐਗਜ਼ਾਮਿਨ ਕਰੋ ਆਸਾ ਦੀ ਵਾਰ ਦੀਆਂ, ਤੇ ਉੱਥੇ ਲਿਖਿਆ ਹੋਇਆ ਨਾ ਕਿ ਇਹ ਜਦੋਂ ਇਹ ਜਿਹੜੇ ਤਿਲ ਦੇ ਬੂਟੇ ਜਿਹੜੇ ਨਾਲ, ਜਿਹੜੇ ਬੁਆੜ ਦੇ ਬੂਟੇ, ਜਿਹੜੇ ਇਹ ਤਿਲਾਂ ਦੇ ਬੂਟੇ ਨਾਲ ਜਿਹੜੇ ਬੁਆੜ ਦੀ ਬੂਟੇ ਦੀ ਗੱਲ ਜਿਹੜੀ ਆਸਾ ਦੀ ਵਾਰ ਚ ਆਈ ਹੈ, ਬਿਲਕੁਲ ਠੀਕ ਹੈ ਨਾ, ਬਿਲਕੁਲ। ਹੁਣ ਬੁਆੜ ਦਾ ਬੂਟਾ ਜਿਹੜੀਆਂ ਵੀਡਸ ਹਨ, ਜਿਹੜੀਆਂ ਵੀਡਸ ਆਪੇ ਗਰੋ ਹੋ ਜਾਂਦੀਆਂ ਤਿਲਾਂ ਦੇ ਨਾਲ, ਤਿਲਾਂ ਦੇ ਬੂਟਿਆਂ ਦੇ ਨਾਲ ਉਹ ਵੀਡਸ, ਬੁਆੜ ਦੇ ਬੂਟੇ ਵੀ ਨਾਲ ਆ, ਉਹ ਇੱਕੋ ਜਿਹੇ ਲੱਗਦੇ ਦੋਨਾਂ ਨੂੰ। ਤੇ ਬੁਆੜ ਜੇ ਖੁਸ਼ ਹੋ ਜਾਵੇ ਕਿ ਮੈਂ ਵੀ ਤਿਲ ਵਰਗਾ ਬਣ ਗਿਆ, ਆਸਾ ਦੀ ਵਾਰ ਚ ਬੜੀ ਕਲੈਰਿਟੀ ਹੈ ਇਸ ਗੱਲ ਦੀ। ਉੱਥੇ ਬੜੀ ਕਲੈਰਿਟੀ ਹੈ ਕਿ ਜਦੋਂ ਟਾਈਮ ਆਏਗਾ ਨਾ ਚੁਣਨ ਦਾ, ਜਦੋਂ ਪ੍ਰਵਾਨਗੀ ਦਾ ਟਾਈਮ ਆਏਗਾ, ਤੇ ਇਹਨਾਂ ਨੂੰ ਕਿਸੇ ਨੇ ਪ੍ਰਵਾਹ ਨਹੀਂ ਕਰਨੀ, ਇਹਨਾਂ ਬੁਆੜ ਦੇ ਬੂਟਿਆਂ ਦੀ। ਉੱਥੇ ਵਰਡ ਆਏ ਹਨ, ਇਹਨਾਂ ਦਾ ਸੋ ਨਾ, ਇਹਨਾਂ ਦੇ ਤੇ ਸੋ ਖਸਮ ਹੈ, ਇਹਨਾਂ ਨੂੰ ਕਿਸੇ ਨੇ ਪ੍ਰਵਾਹ ਨਹੀਂ ਕਰਨੀ। ਪ੍ਰਵਾਨਗੀ ਸਿਰਫ ਤਿਲਾਂ ਦੇ ਬੂਟੇ ਦੀ ਹੋਣੀ ਹੈ, ਬੁਆੜ ਦੇ ਬੂਟਿਆਂ ਦੀ ਨਹੀਂ ਹੋਣੀ। ਤੇ ਪ੍ਰਵਾਨ ਤੇ ਪ੍ਰਧਾਨ ਸਿਰਫ ਪੰਚ ਹੀ ਹੈ, ਹੋਰ ਕੋਈ ਨਹੀਂ। ਹੋਰ ਇਸੇ ਵਾਸਤੇ ਪੰਚ ਪ੍ਰਵਾਨ ਤੇ ਪੰਚ ਪ੍ਰਧਾਨ। ਤੇ ਮਰਨ ਤੋਂ ਬਾਅਦ ਵੀ ਜਦੋਂ ਗੁਰੂ ਨਾਨਕ ਨੂੰ ਫੇਸ ਕਰਦੇ ਹਨ, ਜਦੋਂ ਜਾਂਦੇ ਹਨ ਇੱਥੋਂ, ਜਦੋਂ ਆਪਣੇ ਗੁਰੂ ਨੂੰ ਫੇਸ ਕਰਦੇ ਹਨ, ਜਦੋਂ ਲੇਖਾ ਜੋਖਾ ਹੁੰਦਾ ਹੈ, ਤੇ ਉਸ ਦਰਗਾਹ ਵਿੱਚ ਹੀ ਮਾਨ ਪਾਉਂਦੇ ਹਨ। ਪੰਚੇ ਪਾਵੇ ਦਰਗਹਿ ਮਾਨ, ਉਸ ਦਰਗਾਹ ਵਿੱਚ ਵੀ ਮਾਨ ਹੈ ਉਹਨਾਂ ਨੂੰ।
ਇੱਥੇ ਵੀ ਮਾਣ ਹੈ, ਇੱਥੇ ਪ੍ਰਵਾਨ ਹਨ, ਇੱਥੇ ਵੀ ਪ੍ਰਧਾਨ ਹਨ ਤੇ ਅੱਗੇ ਜਾ ਕੇ ਵੀ ਮਾਣ ਹੈ। ਮਾਣ ਖਤਮ ਨਹੀਂ ਹੁੰਦਾ ਉਹਨਾਂ ਦਾ, ਬੜਾ ਮਾਣ ਹੈ। ਇਤਨਾ ਮਾਣ ਹੈ ਕਿ ਇਹੋ ਜਿਹੇ ਆਤਮਾਵਾਂ ਨੂੰ ਫਿਰ ਵਾਪਸ ਆਉਣ ਦੀ ਲੋੜ ਨਹੀਂ। ਇੱਥੇ ਇਹ ਜਨਮ ਮਰਨ ਕੱਟਿਆ ਜਾਂਦਾ ਹੈ। ਕਲਗੀਧਰ ਚਮਤਕਾਰ ਵਿੱਚ ਦਸਮ ਪਿਤਾ ਦੇ ਉੱਤੇ ਜਿਹੜੀ ਦਸਮ ਪਿਤਾ ਦੇ ਆਤਮਾ ਦੇ ਦਰਸ਼ਨ ਜਿਹੜੇ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਨੇ ਕਰਾਏ ਹਨ, ਕਲਗੀਧਰ ਚਮਤਕਾਰ ਵਿੱਚ ਪਹਿਲੇ ਚੈਪਟਰ ਵਿੱਚ ਲਿਖਿਆ ਨੇ ਕਿ ਜਿਹੜੀ ਗੱਲ ਵਿਚਿਤਰ ਨਾਟਕ ਵਿੱਚ ਵੀ ਆਈ ਹੈ ਕਿ ਉਹਨਾਂ ਦਾ ਵੀ ਚਿੱਤ ਥੱਲੇ ਆਉਣ ਨੂੰ ਕਰਦਾ ਨਹੀਂ ਸੀ ਕਿ ਮੈਂ ਜਾਣਾ ਹੈ ਥੱਲੇ। ਧਰਮ ਹੇਤ ਗੁਰਦੇਵ ਪਠਾਏ ਵਡਾਏ, ਮੈਨੂੰ ਭੇਜਿਆ ਗਿਆ ਥੱਲੇ। ਮੈਂ ਕਿਸੇ ਮੈਨੂੰ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਸੀ ਇੱਥੇ ਥੱਲੇ। ਉਹਨਾਂ ਨੂੰ ਦਸਮ ਪਿਤਾ ਨੂੰ ਆਉਣ ਭੇਜਿਆ ਗਿਆ, ਕੰਮ ਕਰਾਣੇ ਸਨ ਨਾ ਉਹਨਾਂ ਕੋਲ। ਉਹਨਾਂ ਨੂੰ ਜਿਹੜੇ ਜ਼ਿੰਦਗੀ ਜਿਹੜੇ ਲੋਕ ਦੁਖੀ ਸਨ ਲਗੇ ਉਸ ਸਮਾਜ ਵਿੱਚ ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਭੇਜਿਆ ਗਿਆ ਉਹਨਾਂ ਨੂੰ। ਇਹੋ ਜਿਹੇ ਬੰਦੇ ਪੰਚੇ ਪਾਵੇ ਦਰਗਹਿ ਮਾਨ, ਇਹ ਮਾਨ ਪ੍ਰਾਪਤੀ ਉਹਨਾਂ ਨੂੰ ਦਰਗਾਹ ਵਿੱਚ ਹੀ ਉਹਨਾਂ ਤੋਂ ਮਿਲਦੀ ਹੈ। ਤੇ ਇੱਥੇ ਵੀ ਪ੍ਰਵਾਨ ਹੁੰਦੇ ਹਨ ਭਾਈ ਮੰਝ ਵਰਗੇ, ਭਾਈ ਆਦਮ ਵਰਗੇ, ਭਾਈ ਕਨਈਆ ਵਰਗੇ ਬੰਦੇ ਜਿਹੜੇ ਉਹਨਾਂ ਉਸ ਕਲਗੀਧਰ ਪਿਤਾ ਦੇ ਦਰਬਾਰ ਵਿੱਚ ਜਿਹੜੇ ਪ੍ਰਵਾਨ ਹੋਏ। ਜਿਹੜੇ ਭਾਈ ਜੋਗਾ ਸਿੰਘ ਵਰਗੇ, ਹੁਣ ਵੀ ਭਾਈ ਜੋਗਾ ਸਿੰਘਾਂ ਦੀ ਅਸਥਾਨ, ਮੈਂ ਤੇ ਪਿਸ਼ਾਵਰ ਗਿਆ ਨਹੀਂ ਕਦੀ, ਜਦੀ ਮੇਰਾ ਮਨ ਕਰੇ ਕਦੀ ਉਹਨਾਂ ਦੀ ਲਾਈਫ ਬਾਰੇ ਪੜ੍ਹ ਕੇ ਦੇਖੋ, ਕਦੀ ਉਹਨਾਂ ਦੀ ਭਗਤੀ ਦਸਮ ਪਿਤਾ ਬਾਰੇ ਪੜ੍ਹ ਕੇ ਦੇਖੋ। ਹਾਂਜੀ, ਕਿੱਥੋਂ ਚੱਲ ਕੇ ਆਏ ਹੋ। ਹੁਣ ਵੀ ਗੁਰਦੁਆਰਾ ਹੈ ਪਿਸ਼ਾਵਰ, ਸਿਟੀ ਦੇ ਦਰਸ਼ਨ ਕੀਤੇ ਹਨ ਇਹਨਾਂ ਨੇ, ਮੈਂ ਨਹੀਂ ਕੀਤੇ ਹੋਏ ਦਰਸ਼ਨ। ਪ੍ਰਵਾਨ ਹੋਏ, ਕਲਗੀਧਰ ਪਿਤਾ ਦੇ ਦਰਬਾਰ ਚ ਪ੍ਰਵਾਨ ਕੀਤੇ ਗਏ। ਤੇ ਪੰਚੇ ਸੋਹੇ ਦਰ ਰਾਜਾਨ, ਸੋਹੇ ਮਨੇ ਸੋਭਦੇ ਹਨ, ਸੋਹਣੇ ਲੱਗਦੇ ਹਨ ਬੜੇ। ਦਰ ਰਾਜਾਨ, ਦਰ ਮਨੇ ਦਰ ਉਹਦਾ ਦਰਬਾਰ ਉਹਦਾ, ਤੇ ਰਾਜਾਨ ਰਾਜਿਆਂ ਵਾਂਗੂ। ਤੇ ਜਿਹੜਾ ਰਾਜੇ ਦੇ ਦਰਬਾਰ ਵਿੱਚ ਜਿਹੜਾ ਵੱਡਾ ਰਾਜਾ ਬੈਠਾ ਹੋਵੇ ਤੇ ਉਹਦੇ ਰਾਜ ਵਿੱਚ ਦੂਸਰਾ ਰਾਜਾ ਆ ਜਾਵੇ ਕੋਈ, ਤੇ ਉਸ ਰਾਜੇ ਨੂੰ ਬੜੇ ਇੱਜ਼ਤ ਮਾਨ ਸਤਿਕਾਰ ਨਾਲ ਬਿਠਾਇਆ ਜਾਂਦਾ ਹੈ। ਉਹਨੂੰ ਥੱਲੇ ਨਹੀਂ ਬਿਠਾਇਆ ਜਾਂਦਾ, ਉਸਨੂੰ ਇਕੁਅਲ ਮਾਨ ਦਿੱਤਾ ਜਾਂਦਾ ਹੈ ਕਿ ਤੁਸੀਂ ਆਓ ਜੀ, ਇਹ ਆਸਨ ਗ੍ਰਹਿਣ ਕਰੋ ਮੇਰੇ ਨਾਲ ਵਾਲਾ, ਤੁਸੀਂ ਮੇਰੇ ਨਾਲ ਬੈਠੋ, ਤੁਸੀਂ ਮੇਰੇ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਹੈ। ਤੁਸੀਂ ਵੀ ਰਾਜੇ ਹੋ ਆਪਣੇ ਦੇਸ਼ ਦੇ, ਮੈਂ ਵੀ ਰਾਜਾ ਹਾਂ ਆਪਣੇ ਦੇਸ਼ ਦਾ। ਤੇ ਇਹੋ ਜਿਹੇ ਪੰਚ ਜਿਹੜੇ ਹਨ, ਇਹੋ ਜਿਹੇ ਪੰਚ, ਇਹੋ ਜਿਹੇ ਨਾਮ ਜਪੀਏ ਰਸੀ, ਇਹੋ ਜਿਹੇ ਉੱਚ ਕੋਟੀ ਤੇ ਜਗਿਆਸੂ ਜਿਹੜੇ ਹਨ, ਇਹਨਾਂ ਨੂੰ ਰਾਜਿਆਂ ਵਰਗਾ ਮਾਣ ਉਸ ਦਰਬਾਰ 'ਚ ਮਿਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਜਪਜੀ ਦੀ ਇਸ ਬਾਣੀ ਵਿੱਚ ਉਹਨਾਂ ਮੰਨੇ ਦੀ ਅਵਸਥਾ ਪ੍ਰਾਪਤ ਕਰਨ ਵਾਲੇ ਨੂੰ ਉਹਨਾਂ ਉੱਚਾ ਸਥਾਨ ਦੇ ਦਰਸ਼ਨ ਕਰਵਾਏ ਹਨ 16ਵੀਂ ਪੌੜੀ ਵਿੱਚ। ਤੇ ਥੈਂਕ ਯੂ ਅਨੀਸ਼ਾ ਜੀ, ਤੁਸੀਂ ਮੇਰੇ ਮੂੰਹੋਂ ਫਿਰ ਦੁਬਾਰਾ ਗੁਰੂ ਦੀ ਸਿਫਤ ਕਰਾਈ ਹੈ ਇਹਨਾਂ ਪੌੜੀਆਂ ਦੇ ਦੁਆਰਾ। ਬਟ ਤੁਸੀਂ ਦੇਖ ਕੇ ਦੇਖੋ ਕਿ ਉਹਨਾਂ ਪੰਚਾਂ ਦੀ ਸਿਫਤ ਕਰਦੇ ਹਨ ਮਹਾਰਾਜ, ਉਹਨਾਂ ਉੱਚੇ ਬੰਦਿਆਂ ਦੀ ਸਿਫਤ ਕਰਦੇ ਹਨ ਕਿ ਕਿਤਨੀ ਉੱਚੀ ਸਿਫਤ ਹੈ ਉਹਨਾਂ ਦੀ। ਪ੍ਰਵਾਨ ਹੁੰਦੇ ਹਨ, ਪ੍ਰਧਾਨ ਬਣਦੇ ਹਨ, ਦਰਗਾਹ ਵਿੱਚ ਮਾਨ ਪਾਉਂਦੇ ਹਨ, ਰਾਜਿਆਂ ਵਾਂਗੂ ਸੋਭਦੇ ਹਨ ਉਸ ਦਰਬਾਰ ਵਿੱਚ, ਤੇ ਆਪਣੇ ਨਾਲ ਬਿਠਾਉਂਦੇ ਹਨ ਉਹਨਾਂ ਨੂੰ। ਤੇ ਫਿਰ ਇਹ ਵੀ ਅਵਸਥਾ ਆ ਜਾਂਦੀ ਹੈ ਇੱਕ, ਜਿਹੜੇ ਉਹ ਪੰਜ ਹਨ, ਭਾਈ ਲਹਿਣਾ ਜੀ ਨੂੰ ਦੇਖ ਲਵੋ, ਇੱਕ ਉਹ ਵੀ ਅਵਸਥਾ ਆ ਜਾਂਦੀ ਹੈ ਜਦੋਂ ਗੁਰੂ ਆਪ ਥੱਲੇ ਬੈਠ ਕੇ ਤੇ ਉਹਨਾਂ ਨੂੰ ਤਖਤ ਤੇ ਬਿਠਾ ਦਿੰਦੇ ਹਨ। ਉਹ ਵੀ ਅਵਸਥਾ ਆਉਂਦੀ ਹੈ, ਉਹ ਵੀ ਅਵਸਥਾ ਆਈ ਹੈ ਜਦੋਂ ਗੁਰੂ ਥੱਲੇ ਬੈਠੇ ਹਨ ਤੇ ਉਹ ਆਪ ਉੱਤੇ ਬੈਠੇ ਹਨ। ਤੇ ਇਹੋ ਜਿਹੇ ਪੰਚਾਂ ਬਾਰੇ ਗੱਲ ਕਰਕੇ ਤੇ ਜਪਜੀ ਦੀ ਇਹ 16ਵੀਂ ਪੌੜੀ ਦਾ ਜਿਹੜਾ ਪਹਿਲਾ ਹਿੱਸਾ ਜਿਹੜਾ ਲਿਖਿਆ ਨੇ, ਜਿਹਦੇ ਉੱਤੇ ਅੱਜ ਮੈਂ ਡਿਸਕਸ ਕੀਤਾ ਹੈ। I'm going to stop for a second, and I've talked a lot, and these are important lines from Japji, I'm going to see if people have any comments or questions, or you must be like little amazed ਜਿਨ੍ਹਾਂ ਨੇ ਪਹਿਲੇ ਨਹੀਂ ਪਤਾ ਸੀ, ਮਤਲਬ ਉਹਨਾਂ ਨੂੰ ਤੇ amazement ਆਈ ਹੋਣੀ ਹੈ ਬੜੀ, ਵੀ ਯਾਰ ਹੈ ਇਤਨੇ ਸਾਲਾਂ ਤੋਂ ਜਪਜੀ ਪੜਨ ਤੋਂ ਬਾਅਦ ਵੀ ਇਹ ਗੱਲ ਦੀ ਸੋਝੀ ਪਹਿਲੇ ਕਿਉਂ ਨਹੀਂ ਆਈ ਇਸ ਗੱਲ ਦੀ। So I'll wait for a second if somebody has any questions or comments or something. ਵੀਰ ਜੀ ਪਹਿਲੇ ਸੁਣੀਏ ਦੀ ਅਵਸਥਾ ਆਉਂਦੀ ਹੈ, ਫਿਰ ਮੰਨੇ ਦੀ, ਫਿਰ ਅੱਗੇ ਕਿ ਸਾਰੀਆਂ ਇੰਡੀਪੈਂਡੈਂਟ ਨੇ, ਸਾਰੀਆਂ ਵਿਚਾਲੇ ਨਹੀਂ ਵੀਰ, ਇੰਡੀਪੈਂਡੈਂਟ ਤਾਂ ਨਹੀਂ ਹਨ ਵੀਰ ਜੀ, ਫਿਰ ਵੀ ਡਿਪੈਂਡੈਂਸੀ ਤੇ ਪੌੜੀਆਂ ਦੀ ਆਪਸ ਰਹੀ ਹੈ ਬੜੀ, ਹੈ ਤੇ ਬਹੁਤ ਹੀ ਲੌਜੀਕਲ ਪ੍ਰੋਗਰੈਸ਼ਨ ਹੈ ਜਪਜੀ ਦੀ ਬਾਣੀ ਵਿੱਚ। ਸੋ
ਇੰਡੀਪੈਂਡੈਂਟ ਤਾਂ ਕੁਝ ਵੀ ਨਹੀਂ ਹੈ, ਬਟ ਜਰਨੀ ਤੇ ਹੈ ਵੀਰ ਜੀ। ਇੱਕ ਹੁਣ ਇੱਕ ਟ੍ਰੇਨ ਜਿਹੜੀ ਦਿੱਲੀ ਤੋਂ ਚੱਲ ਕੇ ਜਿਹਨੇ ਕਲਕੱਤੇ ਜਾਣਾ, ਉਹਨੇ ਫਿਰ ਉਹ ਦਿੱਲੀ ਤੋਂ ਚੱਲ ਕੇ ਗਾਜ਼ੀਆਬਾਦ ਪਹੁੰਚੀ, ਅਸੀਂ ਟ੍ਰੇਨ ਵਾਲਾਬਾਦ ਵਿੱਚ ਚਲਤਾ ਵਿਚਕਾਰ ਕਿਧਰੇ ਵਿਚਕਾਰਲੀ ਜਰਨੀ ਅਸੀਂ ਮਿਸ ਕਰ ਗਏ। ਹੁਣ ਅਗਲੀ ਜਰਨੀ ਵੀ ਅਸੀਂ ਤਾਂ ਮੈਂ ਇੱਥੇ ਤੱਕ ਹੀ ਰੱਖਣੀ ਹੈ ਸੀਮਿਤ। ਹੁਣ ਤੁਹਾਡੀ ਮਰਜ਼ੀ ਹੈ, ਹੁਣ ਤੁਸੀਂ ਉਸ ਜਰਨੀ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ ਤੇ ਜੀ ਸਦਕੇ ਵੀਰ ਜੀ ਤੁਸੀਂ ਜਪਜੀ ਬਾਰੇ you must read and understand. I can suggest several books. I can suggest several materials for you to go through it and put your own efforts and try to understand of what the Guru's message is. Yeah. Thank you very much. No Virji, no problem. And anybody else has any questions though? Any? ਜੀ ਵੀਰ ਜੀ ਤੁਸੀਂ ਕਿਹੜੀ ਬੁੱਕ ਯੰਗਸਟਰ ਵਾਸਤੇ ਕਰੋਗੇ ਕਿ ਜੇ ਕਿਸੇ ਬੱਚੇ ਨੂੰ ਨਾ ਪਤਾ ਹੋਵੇ ਸਮਝ ਤੇ ਉਹਨੂੰ ਸੌਖੇ ਅਰਥਾਂ ਵਿੱਚ ਜਪਜੀ ਬਾਣੀ ਬਹੁਤ ਮੈਚੁਰ ਹੈ, ਸੋ ਯੰਗ ਬੱਚੇ young means like the 30s, in 30s ਵਿੱਚ ਇੰਗਲਿਸ਼ ਵਿੱਚ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ, so I don't even ask me English ਵਿੱਚ ਮੇਰੇ ਕੋਲ I wish I had something to show. I don't know. I mean literal meaning ਤੁਹਾਨੂੰ ਇੰਗਲਿਸ਼ ਵਿੱਚ ਮਿਲ ਜਾਣਗੇ ਜਪਜੀ ਬਾਣੀ ਦੇ word by word ਦੇ। ਸਾਰ ਨਹੀਂ ਪਤਾ ਲੱਗਦਾ ਨਾ, ਉਹ ਤੇ ਅਖਰੀ ਅਰਥ ਮਿਲਦੇ ਨੇ, ਉਹਦੇ ਨਾਲ ਨਹੀਂ ਸਮਝ ਨਹੀਂ ਆਉਂਦੀ। ਹਾਂ ਅਖਰੀ ਅਰਥ ਤੁਹਾਨੂੰ ਮਿਲ ਜਾਣਗੇ, ਲੇਕਿਨ ਅਖਰੀ ਅਰਥ ਨਾਲ ਹੋਣਾ ਕੁਝ ਵੀ ਨਹੀਂ ਹੈ। ਸੋ the way to do it is ਕੋਈ ਸਿਆਣਾ ਘਰ ਚ ਹੋਵੇ ਤਾਂ ਉਹ ਕੋਈ ਪੜ੍ਹੇ ਉਸ ਨੂੰ ਜਪਜੀ ਨੂੰ, ਉਸ ਮੀਨਿੰਗ ਨੂੰ ਸਮਝੇ ਤੇ ਫਿਰ ਉਹ ਰਿਲੇ ਕਰੇ ਅੱਗੇ, ਜਾਂ ਆਪਣੀ ਪੰਜਾਬੀ ਦੀ ਵੋਕੈਬਲਰੀ ਵਧਾਏ। ਇਹ ਬਹੁਤ ਅਫਸੋਸ ਹੈ ਇਸ ਗੱਲ ਦਾ ਮੈਨੂੰ ਕਿ ਇਹ ਕੁਐਸਚਨ ਖਾਲੀ ਤੁਸੀਂ ਨਹੀਂ ਪੁੱਛਦੇ ਜਿੰਦੀ ਜੀ, ਮੈਨੂੰ ਬੜੇ ਲੋਕ ਕਲਾਸ ਚ ਆ ਕੇ ਪੁੱਛਦੇ ਹਨ ਤੇ ਮੇਰੀ ਜੇ ਤੁਹਾਡੀ ਪੰਜਾਬੀ ਨਹੀਂ ਤੁਹਾਨੂੰ ਪੜ੍ਹਨੀ ਆਉਂਦੀ, ਤੁਹਾਨੂੰ ਅਗਰ ਜਾਂ ਤੁਹਾਡੀ ਪੰਜਾਬੀ ਦੀ ਵੋਕੈਬਲਰੀ ਬਹੁਤ ਕਮਜ਼ੋਰ ਹੈ ਤੁਹਾਡੀ, ਤੇ ਉਸ ਵੋਕੈਬਲਰੀ ਨੂੰ ਸਟਰੋਂਗ ਕਰੋ। ਦੇਖੋ ਜ਼ਿੰਦਗੀ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਨੇ ਤੁਸੀਂ ਕਰਦੇ ਹੀ ਹੋ ਨਾ, ਸਾਰੇ ਪੈਸੇ ਵੀ ਕਮਾਉਂਦੇ ਹੀ ਹੋ ਨਾ ਸਾਰੇ, ਹੈ ਨਾ। ਲੋਕ ਲਾਇਰ ਬਣਦੇ ਹਨ, ਡਾਕਟਰ ਬਣਦੇ ਹਨ, ਕਿਤਨੀ ਮਿਹਨਤ ਕਰਦੇ ਹਨ, ਮੈਡੀਕਲ ਸਕੂਲ ਜਾਂਦੇ ਹਨ, ਲਾਅ ਸਕੂਲ ਜਾਂਦੇ ਹਨ, ਪੈਸੇ ਕਮਾਉਣ ਵਾਸਤੇ ਇਤਨੀ ਮਿਹਨਤ ਕਰਦੇ ਤੇ ਫਿਰ ਇਸ ਬਾਰੇ ਵੀ ਮਿਹਨਤ ਕਰੋ। ਇੰਟਰਸਟ ਪਾਣਾ ਹੋਵੇ, ਜੇ ਸਾਨੂੰ ਹੀ ਇੰਨੀ ਚੀਜ਼ ਸਮਝ ਨਹੀਂ ਆ ਰਹੀ ਤਾਂ ਉਹਨਾਂ ਵਾਸਤੇ ਤੇ ਬੜੀ ਵੱਡੀ ਚੀਜ਼ ਹੈ। ਇਹ ਨਾ ਸੋਚਿਓ ਦੀਦੀ ਕਦੀ ਕਿ ਅਸੀਂ ਜ਼ਿਆਦਾ ਸਿਆਣੇ ਉਹਨਾਂ ਕੋਲੋਂ, ਇਹ ਵੀ ਸਾਡੀਆਂ ਗਲਤ ਫਹਿਮੀਆਂ ਹੈ ਕਿ ਸਾਨੂੰ ਹੀ ਸਮਝ ਨਹੀਂ ਆਉਂਦੀ। ਜੇ ਸਾਨੂੰ ਸਮਝ ਨਹੀਂ ਆ ਰਹੀ ਤਾਂ ਉਹਨਾਂ ਨੂੰ ਸਮਝ ਨਹੀਂ ਆਣੀ। I think that is not the right way to think, because sometimes ਮੈਨੂੰ ਵੀ ਇੰਨੇ ਸਾਲ ਹੋ ਗਏ ਪੜ੍ਹਾਉਂਦਿਆਂ, ਚੰਨੀ ਦੀਦੀ ਵੀ ਸੁਣਦੇ ਪਏ ਨੇ ਇੱਥੇ ਗੱਲ ਮੇਰੀ, ਕਈ ਵਾਰੀ ਬੱਚੇ ਇਹੋ ਜਿਹੀ ਚੀਜ਼ਾਂ ਸਮਝ ਲੈਂਦੇ ਜਿਹੜੀ ਵੱਡੇ ਨਹੀਂ ਸਮਝ ਸਕਦੇ। ਇਹ ਮੈਂ ਪਿਛਲੇ 22 ਸਾਲਾਂ 'ਚ ਦੇਖਿਆ, ਮੈਂ 21-22 ਸਾਲਾਂ 'ਚ ਇਹ ਮੈਂ ਸਟੱਡੀ ਕੀਤੀ ਹੈ ਗੱਲ, so don't underestimate the young minds, ਇਹਨਾਂ ਨੂੰ ਅਗਰ ਸਿੱਧੇ ਰਾਹ ਪਾਇਆ ਜਾਵੇ, ਉਹ ਸਮਝਾਉਣ ਵਾਲਾ ਕੋਈ ਹੋਵੇ ਅਗਰ ਪਹਿਲੇ, ਲੇਕਿਨ ਘਰ ਵਿੱਚ ਜੇ ਇੰਟਰਸਟ ਨਹੀਂ ਹੈ, ਜੇ ਪਿਆਸ ਨਹੀਂ ਲੱਗੀ ਨਾ ਅੰਦਰ। ਪਰ ਵੀ ਜੀ ਸਿਚੁਏਸ਼ਨ ਇਸ ਹੁਣ ਤੇ ਜਿਵੇਂ ਬੱਚੇ ਸਾਰੇ ਆਪਣੇ ਆਪਣੇ ਘਰਾਂ ਚ ਨੇ, ਰਾਈਟ, ਕੋਈ ਕਿੱਥੇ ਹੁਣ ਅਸੀਂ ਇਸ ਸਟੇਜ ਉੱਪਰ ਕੀ ਕਰ ਸਕਦੇ, ਜੋ ਹੋਊਗਾ ਤੇ ਬਸ ਇਹ ਗੱਲ ਹੈ। May I suggest one resource? I'm sure everyone knows about it. Absolutely. There are several resources, Didi, but ਤੁਸੀਂ ਦੱਸੋ। ਹਾਂਜੀ, ਮੈਂ ਉਹਨਾਂ ਦਾ ਕਹਿ ਰਹੀ ਸੀ, ਭਾਈ ਸਤਪਾਲ ਸਿੰਘ from ਨਾਨਕ ਨਾਮ, he has YouTube ਤੇ ਨਾ ਇੱਕ ਪੌੜੀ ਦਾ ਮਤਲਬ ਉਹਨਾਂ ਨੇ ਪੂਰਾ ਇੰਗਲਿਸ਼ ਚ ਸਮਝਾਇਆ ਹੈ। Maybe that might be ਮੈਂ ਸੁਣਿਆ ਨਹੀਂ, but ਤੁਸੀਂ ਜ਼ਰੂਰ ਸੁਣੋ। He does it in great detail. And it's actually a very good resource for people who don't know Punjabi. You know what, Manjeet Didi, ਤੁਸੀਂ ਵੀ ਨਾ ਬੇਸ਼ੱਕ WhatsApp group ਤੇ ਵੀ ਪਾ ਦੇਣਾ ਉਹਨਾਂ ਦਾ। ਅੱਛਾ ਜੀ, ਮੈਂ ਪਾ ਦਿਆਂਗੀ। ਹਾਂਜੀ, please ਗੁਰਬਾਣੀ ਵਾਲੇ ਗਰੁੱਪ ਵਿੱਚ ਪਾ ਦਿਓ, please link. I mean, we are all trying to learn Punjabi, so am I, but for people who are in the very beginning stages and don't understand, that's a great resource. Sure. So I will put that. ਪਾਲ ਸਿੰਘ ਜੀ। ਪਰ ਤਾਂ ਵੀ ਮੈਂ ਇੱਕ ਗੱਲ ਕਹਾਂ, ਜੇ ਤੁਹਾਨੂੰ ਗੁਰਮੁਖੀ ਨਹੀਂ ਪੜ੍ਹਨੀ ਆਉਂਦੀ ਨਾ, ਤੁਸੀਂ ਜ਼ਰੂਰ ਸਿੱਖੋ, ਬਿਕਾਜ਼ ਜੇ ਨਹੀਂ ਪੜ੍ਹੋਗੇ, ਨਹੀਂ ਕਰੋਗੇ, ਤੇ ਜਿਤਨੇ ਮਰਜ਼ੀ ਮਾਡਰਨ ਬੰਦਿਆਂ ਨੂੰ ਸੁਣ ਲਵੋ, ਤੁਸੀਂ ਕਲਾਸੀਕਲ ਜਿਹੜੇ ਆਥਰਸ ਜਿਹੜੇ ਹਨ ਨਾ ਤੁਹਾਡੇ, ਜੇ ਤੁਹਾਡੇ ਹੱਥ ਨਹੀਂ ਆਏ ਨਾ ਤੁਹਾਡੇ ਉਹ, ਤੇ ਤੁਹਾਨੂੰ ਸੱਚੀ ਗੁਰਸਿੱਖੀ ਦੀ ਸਮਝ ਆਣੀ ਬਹੁਤ ਮੁਸ਼ਕਿਲ ਹੈ। I don't care who that person is though, but ਤੁਹਾਨੂੰ ਕਾਹਨ ਸਿੰਘ ਨਾਭਾ ਨੂੰ, ਭਾਈ ਗੁਰਦਾਸ ਨੂੰ, ਭਾਈ ਸਾਹਿਬ ਭਾਈ ਵੀਰ ਸਿੰਘਾਂ ਨੂੰ, ਭਾਈ ਜੋਤ ਸਿੰਘਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹਨਾਂ ਗੁਰਸਿੱਖੀ ਦੀ, ਇਹਨਾਂ ਨੂੰ, ਇਹ ਆਪ ਗੁਰਸਿੱਖ ਸਨ, ਇਹਨਾਂ ਨੂੰ ਸਮਝ ਸੀ ਪੂਰੀ। ਸੋ ਤੁਸੀਂ ਮਿਹਨਤ ਕਰਕੇ, ਥੋੜੀ ਜਿਹੀ ਹੈਲਪ ਕਰਕੇ, ਮਿਹਨਤ ਕਰਕੇ ਤੁਸੀਂ ਜ਼ਰੂਰ ਸਿੱਖੋ ਪੜ੍ਹਨੀ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ। You must try to learn, you must try to focus, you must try to read,
ਹਾਂਜੀ ਐਨੀ ਕੁਐਸਚਨ ਅਦਰ ਦੈਨ ਦਿਸ ਔਨ ਦੀ ਪੰਚ ਵਾਲੀਆਂ ਜਿਹੜੀਆਂ ਹਨ, ਜਿਹੜੀਆਂ ਪੌੜੀਆਂ, ਜਿਹੜੀਆਂ ਪੰਜ ਵਾਲੀਆਂ ਜਿਹੜੀਆਂ ਲਾਈਨਾਂ ਜਿਹੜੀਆਂ ਹਨ, ਕੋਈ ਕਲੈਰਿਟੀ ਨਾ ਹੋਵੇ ਕਿਸੇ ਲਾਈਨ ਦੀ ਤੇ ਮੈਨੂੰ ਜ਼ਰੂਰ ਦੱਸੋ, ਆਈ ਵਿਲ ਗੋ ਓਵਰ ਇਟ ਅਗੇਨ। ਤੇ ਇਸ ਤੋਂ ਬਾਅਦ ਜਿਹੜੀਆਂ ਲਾਈਨਾਂ ਜਿਹੜੀਆਂ ਹਨ, ਮੈਂ ਥੋੜੀ ਬੈਕਗ੍ਰਾਉਂਡ ਦੇ ਦਿਆਂਗਾ, ਐਂਡ ਵਿਲ ਸਟਾਰਟ ਔਨ ਇਟ ਮੇਬੀ ਨੈਕਸਟ ਵੀਕ ਔਨ ਦਿਸ ਵਨ। ਇਸ ਤੋਂ ਬਾਅਦ ਸਬਜੈਕਟ ਮੈਟਰ ਬਦਲ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਬਜੈਕਟ ਮੈਟਰ ਚੇਂਜ ਹੋ ਜਾਂਦਾ ਹੈ। ਹੁਣ ਤੱਕ ਜਿਹੜੀ ਜਪਜੀ ਡਿਸਕਸ਼ਨ ਆਈ ਸੀ, ਉਹ ਡਿਸਕਸ਼ਨ ਪ੍ਰਮਾਤਮਾ ਦੀ ਖੋਜ, ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਨਾਲ ਜੁੜਨਾ, ਉੱਥੇ ਤੱਕ ਡਿਸਕਸ਼ਨ ਆਈ ਸੀ ਖਾਲੀ, ਵੀ ਕਿਸ ਤਰ੍ਹਾਂ ਜੁੜਨਾ ਹੈ, ਹੁਕਮ ਰਜਾਈ ਕੀ ਹੈ, ਸੁਣਨਾ ਕੀ ਹੈ, ਮੰਨਣਾ ਕੀ ਹੈ, ਮਨ ਰੱਖੀਏ ਭਾਵ ਕੀ ਹੈ, ਗਾਵਣਾ ਕੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਲਪ ਕਰਦੀਆਂ ਹਨ ਟੂ ਗੈਟਿੰਗ ਕਲੋਜ਼ਰ ਤੋਂ। ਹੁਣ ਜਿਹੜੀ ਡਿਸਕਸ਼ਨ ਜਿਹੜੀ ਫੋਲੋ ਕਰੇਗੀ ਇਸ ਤੋਂ ਬਾਅਦ, ਉਸ ਡਿਸਕਸ਼ਨ ਵਿੱਚ ਦ੍ਰਿਸ਼ਟਾ ਨਾ ਹੋਣ ਕਰਕੇ ਦ੍ਰਿਸ਼ਟਮਾਨ ਦੀ ਜਿਹੜੀ ਡਿਸਕ੍ਰਿਪਸ਼ਨ ਜਿਹੜੀ ਹੈ, ਹੁਣ ਦੱਸਣਗੇ ਤੁਹਾਨੂੰ ਮੂਰਖ ਇੱਕ ਗੱਲ ਸਮਝ, ਕਿ ਜਿਹੜੀ ਚੀਜ਼, ਜਿਸ ਚੀਜ਼ ਨੂੰ ਤੂੰ ਗਾ ਰਿਹਾ ਹੈ, ਜਿਹਦੇ ਤੂੰ ਗੁਣ ਗਾਉਂਦਾ ਪਿਆ ਹੈ, ਉਹ ਤੇਰੇ ਆਲੇ ਦੁਆਲੇ ਹੈ ਸਾਰੀ। ਇਹ ਸ੍ਰਿਸ਼ਟੀ ਜਿਹੜੀ ਬਣੀ ਹੋਈ ਹੈ ਸਾਰੀ, ਇਹ ਜਿਹੜੀਆਂ ਚੀਜ਼ਾਂ ਤੂੰ ਦੇਖ ਰਿਹਾ ਹੈ, ਇਹ ਉਹਦੀਆਂ ਆਪਣੀਆਂ ਹਨ। ਇਹਦੇ ਵਿੱਚ ਰਲਿਆ ਹੋਇਆ ਹੈ ਉਹ ਆਪ, ਇਸ ਕੁਦਰਤ ਵਿੱਚ। ਤੇ ਇਸ ਕੁਦਰਤ ਵਿੱਚ ਤੇ ਉਸ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ। ਹੁਣ ਸਰਗੁਣ ਰੂਪ ਪ੍ਰਮਾਤਮਾ ਦੀ ਡੈਫੀਨੇਸ਼ਨ ਇਸ ਪੌੜੀ ਤੋਂ ਦੇਣੀ ਸ਼ੁਰੂ ਕਰਦੇ ਹਨ, ਤੇ ਉਸ ਕੁਦਰਤ ਵਿੱਚੋਂ, ਉਸ ਕ੍ਰੀਏਸ਼ਨ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਗੁਰਸਿੱਖ ਨੂੰ ਕਰਾਉਣਗੇ। ਇਹ ਗੋਲ ਹੈ ਹੁਣ ਅਗਲਾ ਉਹਨਾਂ ਦਾ। ਤੇ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਇਹ ਜਿਹੜੀ ਦੁਨੀਆ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਉਹਦੇ ਹੁਕਮ ਨਾਲ ਬਣੀ ਹੈ। ਜਿਹੜਾ ਹੁਕਮ ਉਹਦੀ ਦਇਆ ਤੋਂ ਆਇਆ ਹੈ, ਤੇ ਦਇਆ ਤੇ ਆਉਣ ਨਾਲ ਇਹ ਸਾਰੇ ਹੁਕਮਬੱਧ ਹਨ। ਸਾਰੇ ਕਿਸੇ ਦੇ ਜ਼ੋਰ ਤੇ ਖੜੀ ਨਹੀਂ ਹੋਈ। ਤੇ ਇਹ ਦੁਨੀਆ, ਇਹ ਉਹਦੀ ਸ੍ਰਿਸ਼ਟੀ ਜਿਹੜੀ ਤੁਸੀਂ ਦੇਖਦੇ ਪਏ ਹੋ, ਸਾਰੀ ਜਿਹੜੀ ਕਾਇਨਾਤ ਜਿਹੜੀ ਸਾਰੀ ਦੇਖਦੇ ਪਏ ਹੋ, ਯੂਨੀਵਰਸ ਜਿਹੜਾ ਦੇਖ ਰਹੇ ਹੋ, ਇਹ ਉਹਦਾ ਆਪਣਾ ਹੈ ਉਹਦਾ। ਤੇ ਇਹ ਆਪਣੇ ਕਾਇਨਾਤ ਵਿੱਚ ਖੁਦ ਰਹਿੰਦਾ ਹੈ, ਕਰਤਾ ਪੁਰਖ ਵਰਗਾ। ਤੇ ਜਿੱਥੇ ਉਸਨੂੰ ਆਪਣੇ ਅੰਦਰ ਨਿਰਗੁਣ ਰੂਪ ਵਿੱਚ, ਜਿੱਥੇ ਹੁਕਮ ਦੀ ਰਜ਼ਾ ਨੂੰ ਮੰਨ ਕੇ ਗੁਣ ਗਾਇਨ ਕਰਕੇ ਉਸਨੂੰ ਢੂੰਡਦੇ ਹੋ, ਸਿਮਰਨ ਦੁਆਰਾ, ਯਾਦ ਕਰਕੇ, ਮਨਨ ਦੁਆਰਾ, ਸੁਣਨ ਦੁਆਰਾ, ਉਸੀ ਤਰ੍ਹਾਂ ਆਪਣੇ ਆਲੇ ਦੁਆਲੇ ਜਿਹੜੀ ਦੁਨੀਆ ਨਜ਼ਰ ਆਂਦੀ ਪਈ ਹੈ, ਇਸ ਨੂੰ ਵੀ ਪ੍ਰਮਾਤਮਾ ਦਾ ਰੂਪ ਜਾਣੋ। ਤੇ ਇਹਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਹਨ, ਇਹਨਾਂ ਨੂੰ ਵੀ ਪ੍ਰਮਾਤਮਾ ਦਾ ਰੂਪ ਜਾਣੋ। ਮੰਦੇ ਤੋਂ ਮੰਦੇ ਬੰਦੇ ਨੂੰ ਪ੍ਰਮਾਤਮਾ ਦਾ ਰੂਪ ਜਾਣੋ। ਤੇ ਇਹਨਾਂ ਦੀ ਸੇਵਾ, ਇਹਨਾਂ ਦੀ ਰੱਖਿਆ, ਇਹਨਾਂ ਦੀ ਦੇਖਭਾਲ ਸਮਝ ਲਓ ਪ੍ਰਮਾਤਮਾ ਦੀ ਦੇਖਭਾਲ ਹੈ। ਬਲਿਹਾਰੀ ਕੁਦਰਤ ਵਸਿਆ, ਇਹ ਕੁਦਰਤ ਵਿੱਚ ਵਸਿਆ ਹੋਇਆ ਹੈ ਬਲਿਹਾਰੀ। ਕੁਦਰਤ ਦੀ ਸੇਵਾ ਸਮਝ ਲਓ, ਕੁਦਰਤ ਵਿੱਚ ਆਪ ਹੈ ਉਹ ਆਪ। ਆਸਾ ਕੀ ਵਾਰ ਵਿੱਚ ਇੱਥੇ ਤੱਕ ਲਿਖਿਆ ਹੋਇਆ ਹੈ ਕਿ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਇਹ ਵਰਡ ਆਏ ਹਨ ਆਸਾ ਕੀ ਵਾਰ ਵਿੱਚ। ਇਹ ਸਾਰੀ ਕੁਦਰਤ ਉਸੇ ਦੀ ਹੈ। ਧਿਆਨ ਕਰਨ ਵਾਲਾ ਉਹ ਹੈ, ਬਣਾਉਣ ਵਾਲਾ ਉਹ ਹੈ, ਉਹਦੇ ਵਿੱਚ ਆਪ ਬੈਠਦਾ ਹੈ। ਜੇ ਮੇਰੇ ਦਰਸ਼ਨ, ਜੇ ਹੋਰਾਂ ਨੂੰ ਦੇਖ ਕੇ ਉਹਦੇ ਵਿੱਚ ਉਹਨਾਂ ਨੂੰ ਦਰਸ਼ਨ ਕਰੋ, ਉਹਨਾਂ ਦੇ ਉਸ ਪ੍ਰਮਾਤਮਾ, ਤਾਂ ਹੀ ਉਹਦੀ ਸੇਵਾ, ਤਾਂ ਹੀ ਸੇਵਾ ਦਾ ਜਿਹੜਾ ਫਲ, ਜਿਹੜਾ ਜਿੰਨੀ ਗੁਰਮਤ ਵਿੱਚ ਸੇਵਾ ਦਾ ਫਲ ਜਿਹੜਾ ਲਿਖਿਆ ਗਿਆ, ਕਿਸੇ ਹੋਰ ਧਰਮ ਵਿੱਚ ਸੇਵਾ ਦਾ ਫਲ ਉਹ ਨਹੀਂ ਲਿਖਿਆ ਗਿਆ। ਕਈ ਵਾਰੀ ਲੋਕ ਆ ਕੇ ਮੈਨੂੰ ਕੁਐਸਚਨ ਕਰਦੇ ਹਨ, ਨਹੀਂ ਜੀ ਕ੍ਰਿਸਚੀਅਨਿਟੀ 'ਚ ਬੜਾ ਕਮਿਊਨਿਟੀ ਸਰਵਿਸ ਬਾਰੇ ਹੈ। ਬਿਲਕੁਲ ਹੈ, ਔਰ ਬੜੀ ਸੇਵਾ ਕਰਦੇ ਹਨ ਕਮਿਊਨਿਟੀ ਦੀ, ਪਰ ਉੱਥੇ ਫਿਰ ਵੀ ਕਮਿਊਨਿਟੀ ਸਰਵਿਸ ਹੈ, ਵਰਸ਼ਿਪ ਨਹੀਂ ਹੈ। ਪ੍ਰਮਾਤਮਾ ਦੀ ਆਰਾਧਨਾ ਨਹੀਂ ਹੈ ਸੇਵਾ ਉਹਨਾਂ ਵਾਸਤੇ। ਪ੍ਰਮਾਤਮਾ ਦੀ ਆਰਾਧਨਾ ਸਿਰਫ ਗੁਰੂ ਨਾਨਕ ਦੇ ਘਰ ਹੈ ਸੇਵਾ ਜਿਹੜੀ। ਹੁਣ ਇਸ ਗੱਲ ਦੇ ਉੱਤੇ ਫੋਕਸ ਕਰਨਗੇ। ਹੁਣ ਸਾਰੀਆਂ, ਹੁਣ ਪੌੜੀ ਦੇਖੋਗੇ ਬਦਲ ਜਾਏਗਾ ਟੌਪਿਕ। ਹੁਣ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰੂੰ, ਕਰਤੇ ਕੇ ਕਰਨੇ ਦੇ ਉੱਤੇ ਹੋ ਗਿਆ ਕੰਮ ਸਾਰਾ। ਹੋ ਚੁੱਕੀ ਗੱਲ ਹੁਣ ਮੰਨਣ ਦੀ, ਹੋ ਚੁੱਕੀ ਗੱਲ ਪੰਜ ਪ੍ਰਵਾਨ ਦੀ, ਹੋ ਚੁੱਕੀ ਗੱਲ ਹੁਕਮ ਮੰਨਣ ਦੀ, ਹੋ ਚੁੱਕੀ ਗੱਲ ਪ੍ਰੇਮ ਦੀ। ਕਹਿੰਦੇ ਨੇ ਹੁਣ ਤੇ ਜੋ ਕੀਤਾ ਹੈ ਪ੍ਰੇਮ, ਤੇ ਹੁਣ ਜਿਹੜੀ ਉਹਦੀ ਦੁਨੀਆ ਜਿਹੜੀ ਕਾਇਮ ਹੈ, ਜਿਹੜੀ ਉਹਦੇ ਨਾਲ ਵੀ ਪ੍ਰੇਮ ਕਰ, ਉੱਥੇ ਵੀ ਮਨ ਰੱਖਿਆ ਪਾਓ ਕਰ। ਜਿਹੜੇ ਨਜ਼ਰ ਆਉਂਦੇ ਨੇ ਇਹਨਾਂ ਨਾਲ ਪ੍ਰੇਮ ਕਰ। ਜੇ ਇਹਨਾਂ ਨਾਲ ਕਰੇਗਾ ਤੇ ਮੇਰੇ ਨਾਲ ਪ੍ਰੇਮ ਹੋਏਗਾ। ਕਿਉਂ? ਜੇ ਇਹਨਾਂ ਨਾਲ ਪਿਆਰ ਕਰੇਗਾ ਤਾਂ ਸਮਝ ਲੈ ਮੇਰੇ ਨਾਲ ਪਿਆਰ ਕਰਦਾ ਪਿਆ। ਕਿਉਂ?
क्योंकि सब तेरी कुदरत, तू कादर करता है, कुदरत तेरी है तू। ਤੇ ਕੁਦਰਤ ਦੇ ਸ਼ਲੋਕ ਵਿੱਚ ਅਗਰ ਤੁਸੀਂ ਜਾਓਗੇ ਆਸੇ ਸਾਰੀ ਚੀਜ਼ ਡਿਫਾਈਨ ਕੀਤੀ ਹੈ। ਕੁਦਰਤ ਕੀ ਹੈ? ਕੁਦਰਤ ਮਾਨ ਅਭਿਮਾਨ ਵੀ ਕੁਦਰਤ ਹੈ, ਉਹਦੀ ਸਭ ਕੁਝ ਅੰਦਰ ਵੀ ਕੁਦਰਤ ਹੈ, ਬਾਹਰ ਵੀ ਕੁਦਰਤ ਹੈ, ਉਹਦੀ ਸਭ ਕੁਝ ਕੁਦਰਤ ਹੈ ਉਹਦੀ। ਤੇ ਕੁਦਰਤ ਤੋਂ ਪਿੱਛੇ ਕੋਈ ਨਹੀਂ ਹੈ, ਔਰ ਕੁਦਰਤ ਵਿੱਚ ਆਪ ਵਸਿਆ ਹੋਇਆ ਹੈ। ਸਭ ਤੇਰੀ ਕੁਦਰਤ ਹੈ, ਤੂੰ ਕਾਦਰ ਕਰਤਾ ਹੈ, ਤੂੰ ਬਣਾਉਣ ਵਾਲਾ ਹੈ ਕੁਦਰਤ। ਇਸ ਵਾਸਤੇ ਤੇਰੀ ਕੁਦਰਤ ਦੀ ਸੇਵਾ ਸਮਝ ਲਓ, ਤੇਰੀ ਸੇਵਾ ਹੈ। ਇਸ ਵਾਸਤੇ ਗੁਰਮਤ ਵਿੱਚ ਕਿਸੇ ਲੋੜਵੰਦ ਦੀ ਪੁਰਾਤਨ ਗੁਰਸਿੱਖ ਇੱਕ ਚੀਜ਼ ਬੜੀਆਂ ਕਿਹਾ ਕਰਦੇ ਸਨ, ਬੜਾ ਇਹ I have heard my grandparents say this a lot, you know, ਕਿ ਕਿਸੇ ਦੀ ਗਰੀਬ ਦੇ ਮੂੰਹ ਦੇ ਵਿੱਚ ਨਾ ਗੁਰੂ ਕੀ ਗੋਲਕ ਬਣੀ ਜਾਂਦੀ ਸੀ। ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਇਹ ਪੁਰਾਤਨ ਗੁਰਸਿੱਖ ਕਿਆ ਕਰਦੇ ਸਨ? ਕਿਉਂ ਗਰੀਬ ਦੇ ਮੂੰਹ ਵਿੱਚ ਗੁਰੂ ਕੀ ਗੋਲਕ ਕਿਉਂ ਹੈ? ਇਹ ਗੱਲ ਪੁਰਾਣੇ ਰਹਿਤਨਾਮਿਆਂ ਵਿੱਚ ਵੀ ਵਰਡ ਆਏ ਹਨ ਇਹ ਵਾਲੇ। ਕਿਉਂ? ਕਿਉਂਕਿ ਕਿਸੇ ਲੋੜਵੰਦ ਨੂੰ ਉਹਦੀ ਲੋੜ ਪੂਰੀ ਕਰਨੀ ਸਮਝ ਲਓ ਪ੍ਰਮਾਤਮਾ ਦੀ ਸੇਵਾ ਹੈ, ਪ੍ਰਮਾਤਮਾ ਦਾ ਧਰਮ ਹੈ ਤੁਹਾਡਾ ਸੇਵਾ ਕਰਨਾ। ਇਸ ਵਾਸਤੇ ਸੇਵਾ ਦਾ ਬੜਾ ਉੱਚਾ ਮਹੱਤਵ ਦਿੱਤਾ ਗਿਆ ਹੈ ਗੁਰਮਤ ਵਿੱਚ। ਤੇ ਹੁਣ ਉਸ ਸਬਜੈਕਟ ਨੂੰ ਲੈਣਗੇ ਤੇ ਦੱਸਣਗੇ ਕਿ ਇਹ ਜਿਹੜੇ ਜੀਵ ਜੰਤ ਜਿਹੜੇ ਨਜ਼ਰ ਆਉਂਦੇ ਪਏ ਨੇ ਤੁਹਾਨੂੰ, ਜਿਹੜੇ ਸਾਰੇ ਜਿਨ੍ਹਾਂ ਦੇ ਬੜੇ ਰੰਗ ਹਨ, ਬੜੇ ਨਾਮ ਹਨ ਜਿਨ੍ਹਾਂ ਦੇ, ਇਹ ਉਹਦੇ ਬਖਸ਼ੇ ਹੋਏ ਹਨ, ਇਹ ਉਹਦੇ ਬਣਾਏ ਹੋਏ ਹਨ। ਇਹਨਾਂ 'ਚ ਕੋਈ ਮਾੜਾ ਚੰਗਾ ਨਹੀਂ ਹੈ। ਹਾਂ, ਇਹਨਾਂ ਦੇ ਸੁਭਾਅ ਅਲੱਗ-ਅਲੱਗ ਹਨ, ਸੁਭਾਅ ਵਿੱਚ ਫਰਕ ਹੈ, ਲੇਕਿਨ ਇਹਨਾਂ ਚੰਗਾ ਮਾੜਾ ਨਹੀਂ ਹੈ। ਉਸਨੇ ਬਣਾਏ ਹਨ ਸਾਰੇ, ਤੇ ਇਹਨਾਂ ਸਾਰਿਆਂ ਨਾਲ ਪਿਆਰ ਕਰ ਤੂੰ, ਇਹਨਾਂ ਸਾਰਿਆਂ ਵਿੱਚੋਂ ਦੇਖ ਮੈਨੂੰ। ਹਾਂਜੀ, ਤੇ ਜਿਹੜੇ ਦੇਖਦੇ ਹਨ, ਜਿਹੜੇ ਪਿਆਰ ਕਰਦੇ ਹਨ, ਗੁਰੂ ਨਾਨਕ ਦੇਵ ਕੋਲ ਪੁੱਛੋ ਆਸਾ ਦੀ ਵਾਰ ਤੁਸੀਂ ਕੀਤਾ ਹੈ? ਕਹਿੰਦੇ ਹਾਂ ਕੀਤਾ ਹੈ। ਤੇ ਵਿਸਮਾਦ ਵਾਲੀ ਅਵਸਥਾ ਪ੍ਰਾਪਤ ਹੋਈ ਉਹਨਾਂ ਨੂੰ। ਵਿਸਮਾਦ ਨਾਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ। ਕਿੱਥੇ ਕਿੱਥੇ ਕਿਹੜੀ ਚੀਜ਼ਾਂ 'ਚ ਉਹਨਾਂ ਨੂੰ ਨਜ਼ਰ ਨਹੀਂ ਆਇਆ ਪ੍ਰਮਾਤਮਾ? ਦੱਸੋ। ਨੰਗੇ ਪਸ਼ੂਆਂ ਵਿੱਚ ਨਜ਼ਰ ਆ ਗਿਆ, ਸੰਤ ਨਹੀਂ ਨਜ਼ਰ ਆਉਂਦੇ ਕਿ ਕੁੱਤੇ ਨੰਗੇ ਹਨ, ਸ਼ੇਰ ਨੰਗੇ ਹਨ ਤੇ ਬੜੇ ਸੋਹਣੇ ਲੱਗਦੇ ਹਨ। ਹਾਂਜੀ, ਸਾਡਾ ਸਰੀਰ ਢਕਿਆ ਹੋਇਆ ਹੈ, ਲੇਕਿਨ ਇਹ ਨੰਗੇ ਜੰਤ ਜਿਹੜੇ ਹਨ ਇਹ ਬੜੇ ਸੋਹਣੇ ਲੱਗਦੇ ਹਨ। ਜਿਰਾਫ ਨੂੰ ਦੇਖ ਲਓ, ਇਹਨਾਂ ਨੂੰ ਕੱਪੜੇ ਪਾਉਣ ਦੀ ਲੋੜ ਨਹੀਂ ਹੈ ਨਾ, ਕਿੰਨੇ ਖੂਬਸੂਰਤ ਹਨ ਦੇਖਣ 'ਚ, ਨੰਗੇ ਹੋ ਕੇ ਵੀ ਕਿੰਨੇ ਖੂਬਸੂਰਤ ਹਨ। ਪਰ ਸਾਡਾ ਦਿਲ ਇਹ ਦੇਖ ਕੇ ਕਦੀ ਵਿਸਮਾਦ 'ਚ ਨਹੀਂ ਗਿਆ, ਉਹਨਾਂ ਦਾ ਗਿਆ, ਉਹਨਾਂ ਨੇ ਲਿਖਿਆ ਉੱਥੇ। ਸੋ ਜੇ ਕੋ ਕਹੇ ਕਰੇ ਵਿਚਾਰ ਵੀ ਕਰਤੇ ਕੇ ਕਰਨੇ, ਕਰਤੇ ਦੇ ਕਰਨੇ ਸੁਮਾਰ, ਮਤਲਬ ਉਹਦੀ ਕਰਨੀਆਂ ਦਾ ਕੌਣ ਵਿਚਾਰ ਕਰ ਸਕਦਾ? ਉਹ ਕਿੰਨਾ ਵੱਡਾ ਹੈ, ਕੀ ਕਰ ਸਕਦਾ? ਉਹ ਕਿਹੜੀਆਂ ਚੀਜ਼ਾਂ ਉਹਨੇ ਕ੍ਰੀਏਟ ਕਰਤੀਆਂ, ਜਿਹਨੇ ਵਿਚਾਰ ਕਰ ਕਰਕੇ ਦੇਖ ਲਓ। ਜੇ ਕੋ ਕਹੇ ਕਰੇ ਕਰ ਕਰਕੇ ਵਿਚਾਰ ਸੋਚ ਲਓ ਸਾਰੇ। ਬੜੇ ਲੋਕਾਂ ਨੇ ਸੋਚਿਆ ਵੀ ਇਹ ਦੁਨੀਆ ਕਿੱਥੇ ਤੱਕ ਹੈ, ਕੋਈ ਕਰ ਸਕਿਆ ਇਸ ਉੱਤੇ? ਕੋਈ ਕਰ ਸਕਿਆ ਇਸ ਚੀਜ਼ ਦਾ ਵਿਚਾਰ? ਕੋਈ ਕਰ ਸਕਿਆ ਉਹਦੀਆਂ ਹੱਦਾਂ ਪਾਰ? ਕੋਈ ਉਹਦਾ ਸੁਮਾਰ ਕੱਢ ਸਕਿਆ ਕੋਈ ਉਹਦਾ? ਇਹ ਦੁਨੀਆ ਜਿਸਨੇ ਕ੍ਰੀਏਟ ਕੀਤੀ ਹੈ। ਤੇ ਉਹ ਪੁਰਾਣੇ ਧਰਮ ਗ੍ਰੰਥਾਂ ਵਿੱਚ ਇੱਕ ਗੱਲ, ਮੈਂ 2 ਲਾਈਨਾਂ ਹੋਰ ਕਰਕੇ I will end the class 10-15 ਤੱਕ for sure ਦੋ। ਉਹ ਪੁਰਾਣੇ ਸ਼ਾਸਤਰਾਂ ਵਿੱਚ, ਹਿੰਦੂ ਗ੍ਰੰਥਾਂ ਵਿੱਚ ਇੱਕ ਮਿਥਿਆਸ ਹੈ, ਇੱਕ ਮਾਈਥੋਲੋਜੀ ਹੈ ਕਿ ਹੁਣ ਦੁਨੀਆ, ਹੁਣ ਅਰਥ ਗੋਲ ਹੈ ਤੇ ਉਹ ਸਪੇਸ ਵਿੱਚ ਟਿਕੀ ਹੋਈ ਹੈ, ਤੇ ਵੀ ਉਹ ਗਿਰਦੀ ਨਹੀਂ ਥੱਲੇ, ਵੀ ਥੱਲੇ ਕੋਈ ਸਪੋਰਟ ਨਹੀਂ ਹੈ ਉਹਦੇ। ਤੇ ਉਹ ਪਹਿਲੇ ਇਹ ਮੰਨਦੇ ਸਨ ਲੋਕ ਕਿ ਹੁਣ ਕੀ ਥੱਲੇ ਕੋਈ ਬੈਲ ਖੜਾ ਹੈ, ਜਿਹੜੇ ਸਿੰਘ ਜਿਹੜੇ ਹਨ 2 ਦੇ, ਉਹਨਾਂ ਬੈਲਾਂ ਦੇ ਉੱਤੇ ਉਹ ਦੁਨੀਆ ਜਿਹੜੀ ਉਹ ਕਾਇਮ ਹੈ, ਤੇ ਉਹ ਬੈਲ ਸਪੋਰਟ ਕਰਦੇ ਪਏ ਹਨ। ਵੱਡੇ ਕੋਈ ਬੈਲ ਕ੍ਰੀਏਟ ਕੀਤੇ ਹਨ ਪ੍ਰਮਾਤਮਾ ਨੇ, ਤੇ ਉਸ ਬੈਲ ਦੇ ਨਾਲ ਉਹ ਸਪੋਰਟ ਹੈ ਉਸ ਪ੍ਰਮਾਤਮਾ ਦੀ, ਬਲਦ ਕਿਹਾ ਗਿਆ ਉਸਨੂੰ। ਇੱਥੇ ਧੋਲ ਵਰਡ ਆਇਆ ਹੈ। ਤੇ ਇਹ ਤੋਂ ਇਸ ਗੱਲ ਦੀ ਇੱਕ ਕਲੈਰਿਟੀ ਕਰਵਾਉਂਦੇ ਹਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਮਹਾਰਾਜ ਦੀ ਬਾਣੀ ਵਿੱਚ ਕਿ ਉਹਦੇ ਥੱਲੇ ਕੋਈ ਬੈਲ ਨਹੀਂ ਹੈ। ਉਹਦਾ ਬੈਲ ਜਿਹੜਾ ਵੈ ਉਹਦਾ ਧਰਮ ਹੈ। ਧਰਮ ਇੱਥੇ ਵਰਡ ਉਹਦੇ ਹੁਕਮ ਤੋਂ ਆਇਆ ਹੈ। ਹੁਕਮ ਤੇ ਧਰਮ ਇੱਥੇ ਸੇਮ ਹੈ, ਨਿਯਮ ਹੈ ਧਰਮ। ਇੱਥੇ ਵਰਡ ਆਏ ਹਨ ਧੋਲ ਧਰਮ ਦਇਆ ਕਾ ਪੂਤ। ਤੇ ਧਰਮ ਨਿਯਮ ਹੈ, ਧਰਮ ਉਹਦਾ ਡਰ ਹੈ, ਧਰਮ ਉਹਦਾ ਇੱਕ ਡਿਸਪਲਿਨ ਹੈ, ਧਰਮ ਉਹਦਾ ਇੱਕ ਨਿਯਮ ਹੈ, ਧਰਮ ਉਹਦਾ ਇੱਕ ਵੇ ਆਫ ਲਾਈਫ ਹੈ ਜਿਹੜੀ ਕਹਿੰਦੀ ਹੈ ਕਿ the earth has to go around the sun, it will take x amount of hours, earth has to go, or moon has to go around the earth, in y amount of hours. However, Jupiter will go around the
sun in x amount of hours, you know. ਇਹ ਉਹਦੇ ਨਿਯਮ ਬਣਾਏ ਹੋਏ ਜਿਹੜੇ ਤੁਸੀਂ ਕੱਲ ਚੇਂਜ ਨਹੀਂ ਕਰ ਸਕਦੇ ਉਹਦੇ ਨਿਯਮ ਨੂੰ, ਕੱਲ ਮੈਂ ਬਦਲ ਦਿਆਂ ਕੁਛ ਨਹੀਂ ਹੋਣੀ 24 ਆਵਰਸ ਮੈਨੂੰ ਪਸੰਦ ਨਹੀਂ 23 ਕਰ ਦਿਓ ਜੀ, ਅਰਥ ਦੀ ਮੂਵਮੈਂਟ ਬਦਲ ਦਿਆਂਗੇ, ਉਹ ਤੁਹਾਡੇ ਹੱਥ ਵਿੱਚ ਨਹੀਂ ਹੈ। ਹਾਂਜੀ, ਉਹ ਨਿਯਮ ਉਹਦੇ ਬਣਾਏ ਹੋਏ ਹਨ, ਉਹ ਧਰਮ ਉਹਦਾ ਬਣਾਇਆ ਹੋਇਆ। ਤੇ ਇਹ ਉਸ ਪ੍ਰਮਾਤਮਾ ਦੇ ਨਿਯਮ, ਕਈ ਵਾਰੀ ਨਿਯਮ ਨੂੰ ਪਹਿਲੀ ਵਾਰੀ ਡਰ ਵੀ ਕਿਹਾ ਗਿਆ ਹੈ, ਭੈ ਵੀ ਕਿਹਾ ਗਿਆ ਹੈ। ਆਸਾ ਦੀ ਵਾਰ ਚ ਭੈ ਵਰਡ ਆਏ ਹਨ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਦ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਦੇ ਜੋਗ ਮਹਾਬਲ ਸੂਰ। ਉੱਥੇ ਸਾਰੇ ਉਸ ਨਿਯਮ ਵਿੱਚ ਹਨ, ਕੋਈ ਨਿਯਮ ਤੋਂ ਬਾਹਰ ਕੋਈ ਵੀ ਨਹੀਂ ਹੈ ਨਾ, ਸਾਰੇ ਉਹਦੇ ਡਰ ਵਿੱਚ ਹਨ, ਸਾਰੇ ਉਹਦੇ ਨਿਯਮ ਵਿੱਚ। ਸਿਰਫ ਇੱਕੋ ਹੀ ਹੈ ਜਿਹੜੇ ਉਸ ਡਰ ਵਿੱਚ ਨਹੀਂ ਚੱਲਦਾ, ਜਿਹੜੇ ਇੱਕੋ ਹੀ ਹੈ ਉਸ ਨਿਯਮ, ਉਹ ਨਿਯਮ ਉਹਦਾ ਆਪਣੇ ਹੈ, ਨਿਯਮ ਉਹ ਧਰਮ ਉਹਦਾ ਆਪਣਾ ਹੈ। ਤੇ ਇਹ ਜਿਹੜਾ ਧਰਮ ਹੈ ਉਹਦਾ, ਇਹ ਧਰਮ ਉਹਦੀ ਦਇਆ ਤੋਂ ਉਤਪੰਨ ਹੋਇਆ ਹੈ, ਇਹ ਖੁਸ਼ ਹੋ ਕੇ ਧਰਮ ਬਣਾਇਆ ਹੈ ਉਸ। ਸੂਰਜ ਦੀ ਵਾਰਮਥ ਜਿਹੜੀ ਹੈ ਉਹਦੀ ਦਇਆ ਤੋਂ ਉਤਪੰਨ ਹੋਈ ਹੈ, ਉਹਦੀ ਦਇਆ ਤੋਂ ਹੈ। ਅੱਖਾਂ ਦੀ ਰੋਸ਼ਨੀ ਤੁਹਾਨੂੰ ਜਿਹੜੀ ਮਿਲੀ ਹੈ ਉਹਦੀ ਦਇਆ ਤੋਂ ਹੈ। ਤੁਸੀਂ ਬਾਜ਼ਾਰੋਂ ਅੱਖਾਂ ਨਹੀਂ ਲਿੱਤੀਆਂ ਜਾ ਕੇ, ਜਿਹੜੀਆਂ ਚਲੀਆਂ ਜਾਂਦੀਆਂ ਉਹਨਾਂ ਕੋਲ ਪੁੱਛੋ। ਦੋ ਹੱਥ ਨਿਯਮ ਦੇ ਸਾਥ ਦੇ ਨਾਲ ਉਹਦੇ ਦਇਆ ਤੋਂ ਉਤਪੰਨ ਹੋਏ ਹਨ, ਉਹਦੀ ਕਰੁਣਾ ਤੋਂ ਉਤਪੰਨ ਹੋਏ ਹਨ। ਦੋ ਹੱਥ, ਹੱਥ ਲਗਾ ਲੈ ਦੂਸਰਾ ਕੋਈ ਬਾਜ਼ਾਰੋਂ ਲੈ ਕੇ। ਦੋ ਕੰਨ, ਉਹਦੀ ਇੱਕ ਕਰਨ ਇੰਦਰੀਆਂ ਉਹਦੇ ਦਇਆ ਤੋਂ ਉਤਪੰਨ ਹੋਈਆਂ ਹੈ। ਇਹ ਨਿਯਮ ਉਹਦੇ ਦਇਆ ਦਾ ਹੈ, ਦਇਆ ਦਾ ਪੂਤ ਹੈ, ਦਇਆ ਦਾ ਪੁੱਤਰ ਹੈ। ਧਰਮ ਦਇਆ ਦਾ ਪੁੱਤਰ ਹੈ, ਦਇਆ ਤੋਂ ਸਭ ਕੁਝ ਦਇਆ ਤੋਂ ਉਤਪੰਨ ਹੋਈ ਹੈ। ਤੇ ਗੁਰੂ ਨਾਨਕ ਤੇ ਸਿੱਖ ਦਾ ਧਰਮ ਵੀ ਦਇਆ ਹੈ, ਕਰੁਣਾ ਹੈ। ਇਸੀ ਵਾਸਤੇ ਸੇਵਾ ਇੰਪੋਰਟੈਂਟ ਹੈ। ਹਰ ਚੀਜ਼ ਵਿੱਚ ਦਇਆ ਹੈ। ਫੋਟੋਸਿੰਥੇਸਿਸ ਦੀ ਰਿਐਕਸ਼ਨ ਚ ਦਇਆ ਹੈ। ਆਕਸੀਜਨ ਚਾਹੀਦੀ ਹੈ, ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਬਣਦੀ ਹੈ ਰੋਜ਼। ਹੁਣ ਜੰਗਲ ਕੱਟਦੇ ਪਏ ਆ, ਆਪਣਾ ਖਰਾਬ ਕਰਦੇ ਪਏ ਆ ਕੰਮ, that is a different issue। ਹਾਂਜੀ, ਦਇਆ ਤੋਂ ਉਤਪੰਨ ਹੋਇਆ, ਸਾਰੀ ਉਹਦੀ ਕੁਦਰਤ ਸਾਰੀ ਦਇਆ ਤੋਂ ਆਈ, ਉਹਦੇ ਨਿਯਮ ਸਾਰੇ ਦਇਆ ਤੋਂ ਆਏ ਹਨ। ਹਰ ਚੀਜ਼ ਵਿੱਚ ਦਇਆ ਹੈ ਉਹਦੀ, ਹਰ ਚੀਜ਼ ਵਿੱਚ ਕਰੁਣਾ ਹੈ ਉਹਦੀ। ਦੇਖ ਲਓ ਜੋ ਜ਼ਿੰਦਗੀ ਆਸ-ਪਾਸ ਜਿੰਨੀਆਂ ਚੀਜ਼ਾਂ ਹਨ, ਸਭ ਦਾ ਰੋਲ ਹੈ। ਕਾਰਬੋਹਾਈਡਰੇਟ ਨਹੀਂ ਖਾਂਦੇ ਲੋਕ ਜੀ, weight ਘਟਾਵੇ, ਕਾਰਬੋਹਾਈਡਰੇਟ ਦਾ ਇੱਕ ਆਪਣਾ ਰੋਲ ਹੈ। ਜਿਹੜੇ ਬਹੁਤ ਨਹੀਂ ਖਾਂਦੇ ਉਹਨੂੰ ਦੂਸਰੇ ਇਸ਼ੂਜ਼ ਆ ਜਾਂਦੇ। ਹਾਂਜੀ, ਹਰ ਚੀਜ਼ ਮਰਿਆਦਾ ਵਿੱਚ, ਹਰ ਚੀਜ਼ ਦਇਆ ਵਿੱਚ, ਹਰ ਚੀਜ਼ ਉਹਦੇ ਧਰਮ ਵਿੱਚ ਹੈ। ਤੇ ਜਿਸ ਤਰ੍ਹਾਂ ਹਰ ਚੀਜ਼ ਬਣਾਉਣ ਵਿੱਚ ਉਹਦੇ ਧਰਮ ਵਿੱਚ ਹੈ, ਤੇ ਧੋਲ ਧਰਮ ਦਇਆ ਕਾ ਪੂਤ। ਤੇ ਇਹ ਜਿਹੜਾ ਸਪੋਰਟ ਦਾ ਸਿਸਟਮ ਜਿਹੜਾ ਹੈ, ਜਿਹੜਾ ਇਹ ਕੋਈ ਬਨਾਵਟੀ ਕੋਈ ਸਿੰਘ ਲੈ ਕੇ ਨਹੀਂ ਖੜਾ ਹੋਇਆ ਦੁਨੀਆ ਦੇ ਥੱਲੇ। ਹੁਣ ਕੋਈ ਉੱਤੋਂ ਸੈਟਲਾਈਟ ਤੋਂ ਜਦੋਂ ਅਰਥ ਨੂੰ ਦੇਖਦੇ ਆ, ਤੇ ਅਰਥ ਇਜ਼ ਅ ਗੋਲ, ਇੱਕ ਰਾਉਂਡ ਪਲੈਨਟ ਹੈ। ਉਹਦੇ ਆਸ-ਪਾਸ ਕੋਈ ਸਪੋਰਟ ਤੇ ਨਹੀਂ ਹੈ, ਕੋਈ ਖੜਾ, ਕੋਈ ਹੱਥ ਨਹੀਂ ਰੱਖਿਆ ਹੋਇਆ ਕਿਸੇ ਦੇ ਉੱਤੇ ਕਿ ਹਾਂਜੀ ਖੜੀ ਰਹੇਗੀ, ਜਾਂ ਗਿਰੇ ਨਾ ਥੱਲੇ ਕਿਧਰੇ, ਜਾਂ ਚਲਦੀ ਰਵੇ। ਕਿਸੇ ਨੇ ਕੋਈ ਉੱਥੇ ਕੋਈ ਜੱਫੀ ਵਿੱਚ ਨਹੀਂ ਪਾਰੀ ਹੋਈ, ਕੋਈ ਸਾਨੂੰ ਨਜ਼ਰ ਨਹੀਂ ਆਉਂਦੀ, ਲੇਕਿਨ ਹੈ ਤੇ ਹੈ ਨਾ, ਕਿਧਰੇ ਕੋਈ ਧਰਮ ਤੇ ਹੈ ਨਾ, ਕੋਈ ਤਾਕਤ ਤੇ ਹੈ ਨਾ, ਜਿਹੜੀ ਹਰ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ, ਜਿਸਨੇ। ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਸ਼ਲੋਕ ਆਉਂਦਾ ਹੈ ਟੂਵਰਡਸ ਦੀ ਐਂਡ, ਜੈਨ ਕਲਾ ਧਾਰਿਓ। ਮੈਨੂੰ ਯਾਦ ਨਹੀਂ ਹੈ ਪੂਰਾ ਸ਼ਲੋਕ, ਮੇਬੀ ਨੈਕਸਟ ਟਾਈਮ ਆਈ'll ਰਿਮੈਂਬਰ ਦ ਵਰਡਸ, ਉੱਥੇ ਵੀ ਉਸ ਸ਼ਲੋਕ ਵਿੱਚ ਹੀ ਮਹਾਰਾਜ ਨੇ ਇਸ ਗੱਲ ਨੂੰ ਦੱਸਿਆ ਵੀ ਇਹ ਕਿਹੜੀ ਕਲਾ ਨਾਲ ਸਮੁੰਦਰ ਦੇ ਪਾਣੀ ਨੂੰ ਰੋਕ ਕੇ ਰੱਖਿਆ ਹੋਇਆ ਹੈ, ਕਿਹੜੀ ਕਲਾ ਦੇ ਨਾਲ ਅੱਗ ਨੂੰ ਲੱਕੜੀ ਵਿੱਚ ਛੁਪਾ ਕੇ ਰੱਖਿਆ ਹੋਇਆ, ਕਿਸ ਕਲਾ ਨਾਲ ਛੁਪਾ ਕੇ ਰੱਖਿਆ ਹੋਇਆ, ਕਿਸ ਕਲਾ ਨਾਲ ਪਰਮਾਤਮਾ ਨੇ ਅਦ੍ਰਿਸ਼ ਰੂਪ ਦਿਖਾਇਆ ਹੋਇਆ ਇਸ ਪੂਰੀ ਦੁਨੀਆ ਦਾ। ਇਹ ਕਲਾ ਉਹਦੇ ਧਰਮ ਦੀ ਹੈ, ਉਹਦੇ ਨਿਯਮ ਦੀ ਹੈ, ਜਿਹੜਾ ਨਿਯਮ ਉਸਨੇ ਆਪਣੇ ਪਿਆਰ ਤੇ ਕਰੁਣਾ ਵਿੱਚੋਂ ਪੈਦਾ ਹੋਇਆ ਹੈ। ਧੋਲ ਧਰਮ ਦਇਆ ਕਾ ਪੂਤ, ਤੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਸੰਤੋਖ ਵਿੱਚ। ਸੰਤੋਖ ਕਹਿੰਦੇ ਹਨ ਕੰਟੈਂਟਮੈਂਟ ਵਿੱਚ ਹੈ ਸਾਰਾ ਕੁਝ। ਕਿਉਂ ਸੰਤੋਖ ਵਿੱਚ ਹੈ? ਕਿਉਂਕਿ ਵੱਧ ਘੱਟ ਨਹੀਂ, ਸਭ ਕੁਝ ਸੰਤੋਖ ਵਿੱਚ ਹੈ। ਇਹ ਨਹੀਂ ਹੈ ਕਿ ਹੁਣ ਠੰਡ ਬੜੀ ਪੈ ਰਹੀ ਹੈ ਤੇ ਸੂਰਜ ਦੀ ਰੋਸ਼ਨੀ ਹੁਣ ਜ਼ਿਆਦਾ ਕਰ ਦਿਓ ਜੀ ਇੱਥੇ। ਹਾਂਜੀ, ਇੱਥੇ ਠੰਡ ਬੜੀ ਪੈ ਰਹੀ ਹੈ ਤੇ let the sun not go out, let the sun stay here for 48 hours in a row, let people get warm। ਉਂਝ ਨਹੀਂ। ਹਾਂਜੀ, ਇਹ ਸਭ ਕੁਝ ਆਪਣੇ ਸੰਤੋਖ ਵਿੱਚ ਹੈ, ਸਭ ਕੁਝ ਆਪਣੇ ਨਿਯਮ ਵਿੱਚ ਹੈ, ਸਭ ਕੁਝ ਆਪਣੇ ਕੰਟੈਂਟਮੈਂਟ ਵਿੱਚ ਹੈ, ਸਭ ਕੁਝ ਇੱਕ ਆਪਣੇ ਦਾਇਰੇ ਵਿੱਚ ਹੈ। ਸਾਰਾ ਕੁਝ ਹਰ ਦਾਇਰੇ ਵਿੱਚ ਚੀਜ਼ਾਂ ਚੱਲਦੀਆਂ ਹਨ। ਹਾਂਜੀ, ਅੱਖਾਂ ਅੱਗੇ ਲੱਗੀਆਂ ਹਨ, ਸਭ ਕੁਝ ਦੇਖ ਸਕਦੀਆਂ ਹਨ, ਪਰ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ। ਇਹ ਵੀ ਇੱਕ ਦਾਇਰਾ ਹੈ।
है जी। ਕੰਨ सब कुछ सुन सकते हैं पर अपने शरीर के अंदर की होने नहीं देख सकते। ਅੱਖਾਂ अपने शरीर के अंदर नहीं देख सकती अंदर मेरे की चलता पिया है, कुछ नहीं देख सकती ਅੱਖਾਂ अपने अंदर, है जी। ਕਈਆਂ ਚੀਜ਼ਾਂ ਇਹ ਜਿਹੜੀ ਕੰਟੈਂਟਮੈਂਟ ਦੇ ਨਾਲ ਇਸ ਧਰਮ ਤੇ ਦਇਆ, ਤਿੰਨ ਚੀਜ਼ਾਂ ਡਿਸਕਸ ਕੀਤੀਆਂ ਨੇ। ਧਰਮ, ਇੱਕ ਦਇਆ ਤੇ ਇੱਕ ਸੰਤੋਖ। ਦੇਖੋ ਕਿਸ ਤਰ੍ਹਾਂ ਵਰਡ ਪਰੋਏ ਹਨ ਮੋਤੀਆਂ ਵਰਗੋ ਇੱਥੇ। ਜਿਨ੍ਹਾਂ ਨੂੰ ਨਹੀਂ ਸਮਝ ਇਸ ਬਾਣੀ ਦੀ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ। ਜਪਜੀ ਬਾਣੀ ਦੀ ਜਿਹੜੀ ਉਹਨਾਂ ਦੀ ਜਿਹੜੀ ਵਰਡ ਦੀ ਯੂਜ਼ੇਜ ਦੇਖੋ ਤੁਸੀਂ, ਉਹਨਾਂ ਦੀ ਕਿਸ ਤਰ੍ਹਾਂ ਇੱਕ ਮੋਤੀ ਵਰਗੇ ਵਰਡ ਪਰੋਏ ਹੋਏ। ਧੌਲ ਧਰਮ ਦਇਆ ਕਾ ਪੂਤ। ਇਹ ਧੌਲ ਜਿਹੜਾ ਹੈ, ਜਿਹੜੇ ਧੌਲ ਨਹੀਂ ਹੈ, ਇਹ ਧਰਮ ਹੈ ਉਹਦਾ, ਜਿਹੜੀ ਉਹਦੀ ਦਇਆ ਤੋਂ ਉਤਪੰਨ ਹੋਇਆ ਹੈ। ਇਹ ਦਇਆ ਹੈ ਉਸਦੀ, ਹਰ ਚੀਜ਼ 'ਚ ਦਇਆ ਹੈ। ਅੱਖਾਂ ਦੇਣ ਦੀ ਦਇਆ ਹੈ, ਹਵਾ ਦੀ ਦਇਆ ਹੈ, ਪਾਣੀ ਦੀ ਦਇਆ ਹੈ, ਧੀਆਂ ਪੁੱਤਰਾਂ ਦੀ ਦਇਆ ਹੈ, ਗ੍ਰੈਂਡ ਪੇਰੈਂਟਸ ਦੀ ਦਇਆ ਹੈ, ਸਪਾਊਸ ਅੱਛਾ ਮਿਲ ਜਾਣਾ ਦਇਆ ਹੈ ਉਹਦੀ। ਸਭ ਕੁਝ ਦਇਆ ਹੈ, ਸਭ ਕੁਝ ਕਰੁਣਾ ਵਿੱਚ ਹੈ ਉਹਦੇ। ਤੁਹਾਡੀ ਮਰਜ਼ੀ ਨਾਲ ਨਹੀਂ ਹੈ, ਤੁਹਾਡੇ ਕੋਲ ਨਹੀਂ ਹੋ ਸਕਦਾ। ਸੁਖਮਨੀ ਸਾਹਿਬ ਚ ਵਰਡ ਆਣੇ ਹਨ, ਦੀਨੇ ਹਸਤ ਭਾਵ ਕਰਨ ਨੇਤਰ ਰਸਮ। ਆਏ ਵਰਡ ਤੇ ਇਹ ਦੀਨੇ ਹਸਤ ਭਾਵ ਕਰਨ ਨੇਤਰ ਰਸਮ, ਇਹ ਚੀਜ਼ਾਂ ਦਇਆ ਨਾਲ ਮਿਲਦੀਆਂ ਹੈ। ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦਾ ਬੰਦਾ। ਕੋਈ ਫੈਕਟਰੀ ਹੈ ਦੁਨੀਆ ਦੀ ਜਿੱਥੋਂ ਕੰਨ ਮਿਲਦੇ ਹੋਣ? ਕੰਨ ਖਰਾਬ ਹੋ ਗਏ, ਬਾਜ਼ਾਰੋਂ ਲੈ ਆਈਏ ਜਾ ਕੇ, ਜਾਂ ਅੱਖਾਂ ਖਰਾਬ ਹੋ ਗਈਆਂ ਜਾ ਕੇ let's go buy them out, you know, charge it on a credit card। ਉਹ ਨਹੀਂ ਹੋ ਸਕਦਾ। ਉਹ ਅੱਖ ਹੀ ਦੇਣ ਵਾਲਾ ਹੈ, ਰੋਸ਼ਨੀ ਉਹੀ ਪਾਉਣ ਵਾਲਾ ਹੈ, ਕੋਈ ਨਹੀਂ ਕਰ ਸਕਦਾ ਦੂਸਰਾ ਕੋਈ ਹੋਰ। ਤੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਮਨੇ ਸੂਤਰ ਕਰਕੇ, ਸੂਤ ਚ ਬਣ ਕੇ, ਬੜੇ ਪਿਆਰ ਨਾਲ, ਹੈ ਨਾ। ਅਰਦਾਸ ਜੀ ਕਹਿੰਦੇ ਹਨ ਤੁਹਾਰੇ ਸੂਤਰ ਧਾਰੇ, ਸੂਤਰ ਵਿੱਚ ਰੱਖਣਾ ਉਹਨੂੰ। ਤੇ ਇਹ ਜਿਹੜਾ ਨਿਯਮ ਜਿਹੜੇ ਹਨ ਉਹਦੇ, ਜਿਹੜੇ ਉਹਦੀ ਦਇਆ ਤੋਂ ਉਤਪੰਨ ਹੋ ਕੇ ਜਿਹੜੇ ਸੰਤੋਖ ਵਿੱਚ ਹੈ ਨਿਯਮ, ਇਹ ਬੜੇ ਪਿਆਰ ਨਾਲ ਸੂਤਰ ਵਿੱਚ ਬਣ ਕੇ ਰੱਖੇ ਹੋਏ ਨੇ ਉਸਨੇ ਨਿਯਮ। ਔਰ ਇਹ ਨਿਯਮ ਕਦੀ ਬਦਲਦੇ ਨਹੀਂ, ਇਹ ਨਿਯਮ ਕਦੀ ਚੇਂਜ ਨਹੀਂ ਹੋ ਸਕਦੇ ਕਦੀ। ਇਹ ਨਿਯਮ ਹੈ, ਰਾਤ ਹੈ, ਦਿਨ ਹੈ, ਯੂ ਨੋ। ਇਹ ਨਿਯਮ ਬਦਲਦੇ ਨਹੀਂ, ਇਹ ਨਿਯਮ ਚੇਂਜ, ਇਹ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਹਨ, ਇਹ ਉਹਦੇ ਹੁਕਮ ਵਿੱਚ ਹਨ ਸਾਰੇ ਕੁਝ ਨਿਯਮ। ਤੇ ਕਿਉਂ ਦੱਸਦੇ ਪਏ ਸਾਰਾ ਕੁਝ? ਵਾਈ ਇਜ਼ ਹੀ, ਇਹ ਸਡਨਲੀ ਟੌਪਿਕ ਕਿਉਂ ਬਦਲ ਗਿਆ? ਕੀ ਬਦਲਾਵ ਆਇਆ ਇੱਥੇ ਹੁਣ ਇਹਨਾਂ ਜਪਜੀ ਦੀਆਂ ਪੌੜੀਆਂ ਵਿੱਚ, ਇਹਨਾਂ ਜਪਜੀ ਦੀਆਂ ਇਹਨਾਂ ਲਾਈਨਾਂ ਵਿੱਚ? ਬਦਲਾਵ ਕਿਉਂ ਆ ਰਿਹਾ ਇੱਥੇ? ਹਾਂਜੀ, ਕਿਉਂ ਬਦਲਾਵ ਆ ਰਿਹਾ? ਬਦਲਾਵ ਇਸ ਵਾਸਤੇ ਆ ਰਿਹਾ ਹੈ, ਆਮ ਸੌਰੀ ਮਨਜੀਤ ਜੀ, ਹਾਂ ਦੱਸੋ ਜੀ। My thought would be ਕਿ ਪਹਿਲੇ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਪਣੇ ਆਪ ਨੂੰ ਕੀ ਕਰਨਾ ਹੈ, ਕੀ ਚੇਂਜ ਕਰਨਾ ਹੈ। Now he's saying when you've achieved that stage, now you need to look outside yourself. That's right. Look outside and experience him. He's everywhere. ਤੁਹਾਡੀਆਂ ਅੱਖਾਂ ਵਿੱਚ ਦੋਸ਼ ਹੈ, ਤੁਸੀਂ ਦੇਖ ਨਹੀਂ ਸਕਦੇ ਉਸਨੂੰ। ਹੁਣ ਅੱਖਾਂ ਖੋਲ ਕੇ ਦੇਖੋ ਤੇ ਉਹਦੇ ਹੁਕਮ ਤੁਹਾਡੇ ਅੱਗੇ ਵਿਚਰਦਾ ਨਜ਼ਰ ਆਏਗਾ। ਹਾਂਜੀ, ਤੇ ਜਿਹੜੇ ਨਹੀਂ ਕਰ ਸਕਦੇ ਇਹ ਉਹਨਾਂ ਦੀ ਬਦਕਿਸਮਤੀ ਹੈ, ਪਰ ਸੇਵਾ ਵਾਲੇ ਕਰ ਲੈਂਦੇ ਹਨ। ਉਹ ਫਿਰ ਸੀਰੀਆ ਵਿੱਚ ਹੀ ਲੜਾਈ ਚੰਗੀ ਚੱਲ ਰਹੀ ਹੋਵੇ ਤੇ ਉੱਥੇ ਵੀ ਪਹੁੰਚ ਜਾਂਦੇ ਹਨ ਲੰਗਰ ਛਕਾਉਣ। COVID-19 ਹੋ ਰਿਹਾ ਹੋਵੇ ਉੱਥੇ ਵੀ ਲੰਗਰ ਛਕਾਉਣ ਪਹੁੰਚ ਜਾਂਦੇ ਹਨ। ਨੇਪਾਲ ਵਿੱਚ ਅਰਥਕੁਏਕ ਆਏ ਹੋਣ, ਉਹ ਵੀ ਪ੍ਰਵਾਹ ਨਹੀਂ ਕਰਦੇ, ਉੱਥੇ ਕੰਬਲ ਲੈ ਕੇ ਪਹੁੰਚ ਜਾਂਦੇ ਹਨ। ਤੇ ਭਾਈ ਕਨਈਆ ਤੇ ਹੋਰ ਅੱਗੇ ਚਲੇ ਜਾਂਦੇ ਹਨ। ਉਹ ਕਹਿੰਦੇ ਨੇ ਕਿ ਹੈ ਹੀ ਨਹੀਂ ਕੋਈ, ਉਹ ਦੁਸ਼ਮਣ ਨੂੰ ਵੀ ਪਿਆਸ ਲੱਗੇ ਤੁਸੀਂ ਵੀ ਪਾਣੀ ਪਿਲਾ ਦਿੰਦੇ ਹਨ। ਤੇ ਦੁਸ਼ਮਣ ਨੂੰ ਪਾਣੀ ਪਿਲਾਉਣ ਤੋਂ ਬੈਟਰ ਕੋਈ ਐਗਜ਼ਾਮਪਲ ਹੈ? ਮੰਨੇ ਮਗ ਨਾ ਚੱਲੇ ਪੰਥ ਦੀ ਹੈ ਕੋਈ ਦੁਨੀਆ 'ਚ? ਇਹ ਗੁਰਸਿੱਖਾਂ ਨੇ ਜੀਵਿਆ ਹੈ ਉਹਦਾ ਜੀਵਨ। ਤੇ ਧੌਲ ਧਰਮ ਦਇਆ ਕਾ ਪੂਤ, ਤੇ ਇਹ ਸਾਰਾ ਧਰਮ ਨੂੰ ਸੰਤੋਖ ਵਿੱਚ ਰੱਖਿਆ ਹੋਇਆ ਹੈ, ਸਾਰੇ ਧਰਮ ਨੂੰ ਕੰਟੈਂਟਮੈਂਟ ਵਿੱਚ ਰੱਖਿਆ ਹੋਇਆ ਹੈ, ਸਾਰੇ ਧਰਮ ਨੂੰ ਨਿਯਮਬੱਧ ਕੀਤਾ ਹੋਇਆ ਹੈ। ਇਹ ਸਾਰੇ ਧਰਮ, ਲੇਕਿਨ ਇਹ ਸਾਰੇ ਬੁੱਝ ਨਹੀਂ ਸਕਦੇ। ਕੌਣ ਬੁੱਝਦੇ ਹਨ ਇਸ ਨੂੰ? ਜੇ ਕੋ ਬੁਝੈ, ਜਿਹੜੇ ਬੁੱਝਦੇ ਹਨ ਉਹ ਸਚਿਆਰ ਹੁੰਦੇ। ਸਾਰੇ ਨਹੀਂ ਬੁੱਝਦੇ। ਸਾਰੇ ਜੋ ਜਪਜੀ ਪੜ੍ਹਦਿਆਂ 50 ਸਾਲ ਹੋ ਗਏ ਹੋਣ, ਲੇਕਿਨ ਬੁਝਾਈ ਨਹੀਂ ਹੈ। ਜੇ ਕੋ ਬੁਝੇ ਹੋਵੇ ਸਚਿਆਰ। ਸਚਿਆਰ ਮਤਲਬ ਰਿਵੀਲ ਹੋ ਜਾਣਾ ਸੱਚ ਕੀ ਹੈ, ਰਿਵੀਲ ਹੋ ਜਾਣਾ ਉਹਦੀ ਕਾਦਰ ਕੀ ਹੈ, ਉਹਦੀ ਕੁਦਰਤ ਕੀ ਹੈ, ਰਿਵੀਲ ਹੋ ਜਾਣਾ ਉਹਦਾ ਸੰਤੋਖ ਧਰਮ ਰਿਵੀਲ ਹੋ ਜਾਣਾ। ਜੇ ਰਿਵੀਲ ਹੋ ਗਿਆ ਤੇ ਸਚਿਆਰ ਹੈ। ਜੇ ਬੁਝੇਗਾ ਇਸ ਗੱਲ ਨੂੰ, ਜੇ ਸਮਝੇਗਾ, ਜੇ ਗੁਰੂ ਦੀ ਗੱਲ ਨੂੰ ਸਮਝੇਗਾ,
ਜੇ ਗੁਰੂ ਦੀ ਗੱਲ ਨੂੰ ਬੁੱਝੇਗਾ, ਜੇ ਗੁਰੂ ਦੀ ਗੱਲ ਨੂੰ ਆਪਣੇ ਦਿਮਾਗ 'ਚ ਗੱਲ ਪਾਏਗਾ ਤੇ ਫਿਰ ਸਚਿਆਰ ਹੋਏ। ਜੇ ਕੋ ਬੁੱਝੇ ਹੋਵੇ ਸਚਿਆਰ, ਤੇ ਜੇ ਸਚਿਆਰ ਜਿਸ ਦਿਨ ਹੋ ਜਾਏਗਾ ਫਿਰ ਇਸ ਗੱਲ ਦੀ ਸਮਝ ਪੈ ਜਾਏਗੀ ਕਿ ਤਵਲੇ ਉੱਪਰ ਕੀਤਾ ਭਾਰ। ਹਾਂਜੀ, ਕਿਤਨਾ ਭਾਰ। ਇਹ ਜਿਹੜੇ ਨਕਲੀ, ਜਿਹੜੇ ਬਲਦ, ਜਿਹੜੇ ਨਕਲੀ, ਜਿਹੜੇ ਲੋਕ ਸੋਚਦੇ ਹਨ ਕਿ ਜਿਹੜੇ ਬੈਲ ਜਿਹੜੇ ਹਨ, ਇਹਨਾਂ ਬੈਲਾਂ ਤੇ ਕਿੰਨਾ ਭਾਰ ਚੁੱਕਿਆ ਹੋਇਆ ਹੈ। ਭਾਵ ਇਹ ਭਾਰ ਹੁਕਮ ਵਿੱਚ ਹੈ ਸਾਰਾ, ਇਹ ਭਾਰ ਬੈਲਾਂ ਨੇ ਨਹੀਂ ਚੁੱਕਿਆ ਹੋਇਆ। ਇਹ ਸਚਿਆਰ ਹੋਣ ਤੋਂ ਬਾਅਦ ਇਸ ਗੱਲ ਦੀ, ਰਿਮੈਂਬਰ ਦੋ, I will take you to an audience 550 years ago though. This is not an audience ਜਿਹੜੀ ਕਿ ਅੱਜ ਦੀ audience ਹੈ। ਉਸ ਵੇਲੇ ਦੀ audience, most audience who was listening to him were all Hindus, you know, or Muslims or something. ਹਾਲੇ ਉਸ ਵੇਲੇ ਸਿੱਖੀ ਅਲੱਗ ਤਰ੍ਹਾਂ ਦੀ ਪ੍ਰਪੱਖ ਨਹੀਂ ਹੋਈ ਸੀ ਤਦ ਤੱਕ। ਇਹ ਤਬਲੇ ਦੇ ਉੱਪਰ, ਇਹਨਾਂ ਬੈਲਾਂ ਦੇ ਉੱਪਰ, ਇਹ ਮਹਾਰਾਜ ਕਿਹੜਾ ਜਿਹਾ ਭਾਰ ਪਾਇਆ ਹੈ ਤੁਸੀਂ? ਇਹ ਭਾਰ ਕਿਹਨੇ ਚੁੱਕਿਆ ਹੋਇਆ ਹੈ? ਇਹ ਭਾਰ ਚੁੱਕਣ ਵਾਲਾ ਕੌਣ ਹੈ? ਥੱਲੇ ਕੌਣ ਹੈ ਚੁੱਕਣ ਵਾਲਾ? ਸੂਰਜ ਦੀ ਰੋਸ਼ਨੀ ਨੂੰ ਰੋਸ਼ਨੀ ਦੇਣ ਵਾਲਾ ਕੌਣ ਹੈ ਮਹਾਰਾਜ? ਇਹ ਅੱਗ ਕਿੱਥੋਂ ਆਈ ਹੈ? ਫਿਰ ਇੱਕ ਸੂਰਜ ਨਹੀਂ ਮਹਾਰਾਜ, ਕਰੋੜਾਂ ਸੂਰਜ ਹਨ। ਅਲੱਗ-ਅਲੱਗ ਗੈਲੈਕਸੀਆਂ ਦੇ ਪਤਾ ਨਹੀਂ ਕਿਤਨੇ ਸੂਰਜ ਤੁਸੀਂ ਕ੍ਰੀਏਟ ਕੀਤੇ ਹਨ, ਤੇ ਅੱਗ ਤੁਸੀਂ ਕਿੱਥੋਂ ਲੈ ਕੇ ਆਏ ਹੋ? ਇਤਨੀ ਅਗਨੀ ਕਿਤੇ ਹੈ? ਤੇ ਇੱਥੇ ਅੱਗ, ਦੁਨੀਆ ਵਿੱਚ ਅੱਗ ਮੈਨੂੰ ਤੁਹਾਨੂੰ ਨਜ਼ਰ ਨਹੀਂ ਆਉਂਦੀ। ਇੱਥੇ ਅੱਗ ਤੇ ਨਾਰਦਰਨ ਕੈਲੀਫੋਰਨੀਆ 'ਚ ਕੀ ਹਾਲ ਹੋਇਆ ਅੱਗਾਂ ਦਾ? ਇਹ ਅੱਗ ਕਿੱਥੋਂ ਪੈਦਾ ਹੁੰਦੀ ਹੈ ਮਹਾਰਾਜ? ਸ਼ਲੋਕ ਵਿੱਚ ਕਹਿੰਦੇ ਹਨ, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕਾਸ ਬੇਸਟਮ ਵਰਡ ਆਏ ਹਨ ਤੇ ਜੇਨ ਕਲਾ ਤਾਰਿਓ। ਅੱਗ ਨੂੰ ਕਿਸ ਤਰ੍ਹਾਂ ਛੁਪਾਇਆ ਹੈ ਮਹਾਰਾਜ ਤੁਸੀਂ ਲੱਕੜੀ ਵਿੱਚ? ਇਹ ਉਹਦੀ ਕਲਾ ਹੈ, ਇਹ ਉਹਦਾ ਹੁਕਮ ਹੈ। ਇਸ ਹੁਕਮ ਨੂੰ ਜਾਣੂ ਕਰਾਉਂਦੇ ਹਨ ਇਸ ਪੌੜੀ ਵਿੱਚ, ਇਸ ਨਿਯਮ ਨੂੰ, ਇਸ ਹੁਕਮ ਨੂੰ, ਇਹ ਜਿਹੜਾ ਸਿਸਟਮ ਜਿਹੜਾ ਹੈ ਸਾਰਾ, ਇਸ ਸਿਸਟਮ ਨੂੰ ਜਾਣੂ ਕਰਵਾਉਂਦੇ ਹਨ ਗੁਰਸਿੱਖ ਨੂੰ। ਤੇ ਜਾਣੂ ਇਸ ਵਾਸਤੇ ਕਰਾਉਂਦੇ ਹਨ, ਐਸ ਮਨਜੀਤ ਦੀਦੀ ਕਰੈਕਟਲੀ ਪੁਆਇੰਟਡ ਆਊਟ, ਕਿ ਅੱਖਾਂ ਖੋਲ ਆਪਣੀਆਂ ਤੇ ਬਾਹਰ ਦੇਖ ਕੀ ਹੋ ਰਿਹਾ ਹੈ। ਬਾਹਰ ਦੇਖੇਗਾ, ਮੇਰੇ ਗੁਰੂ ਨਾਨਕ ਦੀ ਨਜ਼ਰ ਨਾਲ ਦੇਖੇਗਾ, ਜਪਜੀ ਦੇ ਵਿਊ ਪੁਆਇੰਟ ਨਾਲ ਦੇਖੇਗਾ, ਜਪਜੀ ਦੀ ਨਜ਼ਰਾਂ ਨਾਲ ਦੇਖੇਗਾ, ਤੇ ਹਰ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਤੈਨੂੰ ਪ੍ਰਮਾਤਮਾ ਨਜ਼ਰ ਆਏਗਾ। ਇਹ ਗੋਲ ਹੈ ਉਹਨਾਂ ਦਾ। ਤੇ ਹੁਣ ਸਾਨੂੰ ਨਜ਼ਰ ਨਹੀਂ ਆਇਆ, ਸਾਨੂੰ ਜਪਜੀ ਸਾਨੂੰ ਇਫੈਕਟ ਨਹੀਂ ਕੀਤਾ, ਉਹ ਇਸ਼ੂ ਤੁਹਾਡਾ ਹੈ। ਉਹ ਇਸ਼ੂ ਗੁਰੂ ਦਾ ਨਹੀਂ ਹੈ, ਉਹ ਇਸ਼ੂ ਤੁਹਾਡਾ ਹੈ। ਮੇਬੀ ਤੁਸੀਂ ਇਨਫ ਟਾਈਮ ਅਰਦਾਸ ਨਹੀਂ ਕੀਤੀ ਕਿ ਮੈਨੂੰ ਜਪਜੀ ਸਮਝਾਓ ਮੈਨੂੰ, ਔਰ ਜਪਜੀ ਦੇ ਲੜ ਲਾਓ ਮੈਨੂੰ, ਜਪਜੀ ਬਾਣੀ ਦੀ ਅੰਦਰਲੂ ਜਿਹੜਾ ਗਿਆਨ ਜਿਹੜਾ ਹੈ ਮੇਰੇ ਮਨ ਨੂੰ ਕਰਵਾਓ ਤੁਸੀਂ। ਤੇ ਤਵਲੇ ਉੱਪਰ ਕੀਤਾ ਭਾਰ, ਤੇ ਅੱਗੇ ਦੱਸਦੇ ਹਨ ਬਈ ਮੂਰਖਾ ਇੱਕ ਧਰਤੀ ਤੇ ਨਹੀਂ ਹੈ ਨਾ, ਇਹ ਧਰਤੀਆਂ ਵੀ ਕਿੰਨੀਆਂ ਹਨ। ਤੇ ਜੇ ਇੱਕ ਧਰਤੀ ਦੇ ਥੱਲੇ ਭਾਰ ਹੈ ਤੇ ਇੱਕ ਬਲਦ ਦੇ ਥੱਲੇ ਭਾਰ ਹੈ, ਤੇ ਦੂਸਰੇ ਵੀ ਕਿਤਨੇ ਬੈਲ ਪੈਦਾ ਕੀਤੇ ਹਨ ਉਸਨੇ? ਫਿਰ ਕਰੋੜਾਂ ਬੈਲ ਹੋਣਗੇ ਫਿਰ, ਕਿਉਂਕਿ ਧਰਤੀ ਹੋਰ ਪਰੇ ਹੋਰ। ਔਰ ਯਾਦ ਰੱਖਣਾ, ਜਦੋਂ ਇਹ ਗੱਲ ਲਿਖੀ ਗਈ, ਮੈਂ ਉਸ ਵੇਲੇ ਗੁਰੂ ਨਾਨਕ ਚਮਤਕਾਰ ਦੀ ਕਲਾਸ ਇੱਕ ਸ਼ਲੋਕ ਡਿਸਕਸ ਕੀਤਾ ਸੀ। ਉਹਦੇ ਵਿੱਚ ਉਸ ਸ਼ਲੋਕ ਵਿੱਚ ਘਟੰਤ ਦੇ ਉੱਤੇ ਸੀ, ਘਟੰਤ ਰਵ ਦੂਪ ਸਸਿਅਰ ਨਖੇਤਰ ਗਗਨੰਗ ਵਾਲਾ। ਉਹ ਵੀ ਸ਼ਲੋਕ ਵਿਗਿਆਨ ਸੰਬੰਧੀ ਸੀ। ਕਹਿੰਦੇ ਉਸ ਵੇਲੇ ਇਹ ਸੋਚ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ ਵੀ ਐਵਰੇਸਟ ਦੀਆਂ ਚੋਟੀਆਂ ਘਟਦੀਆਂ ਪਈਆਂ ਹਨ, ਸਮੁੰਦਰ ਦਾ ਪਾਣੀ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ, ਜਾਂ ਧਰਤੀ ਦਾ ਭਾਰ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ, ਜਾਂ ਸੂਰਜ ਦੀ ਰੋਸ਼ਨੀ ਘਟਦੀ ਪਈ ਹੈ ਵੱਧਦੀ ਪਈ ਹੈ। 350 ਸਾਲ ਪਹਿਲੇ ਮਹਾਰਾਜ ਨੇ ਸ਼ਲੋਕ ਉਚਾਰਨ ਕਰਕੇ ਉਸ ਟਾਈਮ ਤੋਂ ਪਹਿਲੇ ਦੀ ਗੱਲ ਕੀਤੀ, ਤੇ ਇਹ ਵੀ ਟਾਈਮ ਉਸ ਪਹਿਲੇ ਦੀ ਹੈ। ਉਸ ਵੇਲੇ ਕੋਈ ਰਿਸਰਚ ਨਹੀਂ ਸੀ ਇਹੋ ਜੀ। 7 ਆਕਾਸ਼ ਤੇ 7 ਪਾਤਾਲ ਮੰਨੇ ਗਏ ਹਨ ਕੁਰਾਨ ਵਿੱਚ, ਤੇ ਕਿਧਰੇ ਇਹ ਗੱਲ ਆਈ ਨਹੀਂ ਹੈ। ਔਰ ਜਿੱਥੇ ਵੀ ਹਿੰਦੂਆਂ ਗ੍ਰੰਥਾਂ ਵਿੱਚ ਜਿਹੜੀ ਗੱਲ ਆਈ ਹੈ, ਉੱਥੇ ਕਰੋੜਾਂ ਦੀ ਗੱਲ ਨਹੀਂ ਆਈ। ਉੱਥੇ ਸਿਰਫ ਗੱਲ ਆਈ ਹੈ ਵੀ ਕਿਤਨੇ ਨਖੇਤਰੇ ਹਨ, ਹਾਂ ਨਖੇਤਰੇ ਹਨ, ਪਰ ਅਣਗਿਣਤ ਦੀ ਗੱਲ ਕਿਧਰੇ ਵੀ ਨਹੀਂ ਆਈ। ਮਹਾਰਾਜ ਗੱਲ ਇੱਥੇ ਕਰਦੇ ਹਨ, ਧਰਤੀ ਹੋਰ ਪਰੇ ਹੋਰ, ਤੇ ਤਿਸ ਤੇ ਭਾਰ ਤਲੇ ਕਵਣ ਜੋਰ ਵੀ। ਉਹਨਾਂ ਧਰਤੀਆਂ ਦਾ ਭਾਰ ਦੇ ਥੱਲੇ ਕਿਹਦਾ ਜ਼ੋਰ ਹੈ, ਕਿਹਦਾ ਜ਼ੋਰ ਚੱਲਦਾ ਪਿਆ ਹੈ? ਕੌਣ ਚੁੱਕ ਕੇ ਖੜਾ ਹੈ ਇਹਨਾਂ ਨੂੰ? ਕੌਣ ਲੈ ਕੇ ਖੜਾ ਹੋਇਆ ਇਹਨਾਂ ਨੂੰ? ਕਿਹਦਾ ਹੁਕਮ ਚੱਲਦਾ ਪਿਆ ਉੱਥੇ? ਜਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ, ਜਿਹੜੀਆਂ ਚੀਜ਼ਾਂ, ਇੱਕ ਗੱਲ ਯਾਦ, ਜਿਹੜੀਆਂ ਚੀਜ਼ਾਂ ਤੁਹਾਨੂੰ, ਕੁਰਾਨ ਦਾ ਇੱਕ ਸੂਰਾ ਹੈ, ਮੈਨੂੰ ਯਾਦ ਨਹੀਂ, ਇੱਕ ਵਾਰੀ ਮੈਨੂੰ ਕੰਠ ਵੀ ਸੀ ਅਰਬੀ ਵਿੱਚ ਉਹ ਸੂਰਾ ਕੁਰਾਨ ਦੇ ਵਿੱਚੋਂ ਹੈ। ਉਸ ਕੁਰਾਨ ਦੇ ਸੂਰੇ ਮਹਾਰਾਜ ਬਹੁਤ ਸੋਹਣਾ ਮੁਹੰਮਦ ਸਾਹਿਬ ਬਿਆਨ ਕਰਦੇ ਹਨ ਉਹਦੇ ਵਿੱਚ, ਕਿ
ਇਹ ਮੂਰਖ ਇਸ ਗੱਲ ਨੂੰ ਨਾ ਕਦੀ ਸੋਚੀ ਕਦੀ ਕਿ ਦੇਖਣ ਵਾਲੀਆਂ ਚੀਜ਼ਾਂ ਵਿੱਚੋਂ ਪ੍ਰਮਾਤਮਾ ਨਜ਼ਰ ਆਉਂਦਾ ਖਾਲੀ, ਜਿਹੜੀਆਂ ਅੱਖਾਂ ਤੇਰੀਆਂ ਦੇਖਦੀਆਂ ਹਨ। ਜਿਹੜੀਆਂ ਅੱਖਾਂ ਤੇਰੀਆਂ ਚੀਜ਼ਾਂ ਨਹੀਂ ਦੇਖ ਸਕਦੀਆਂ ਨਾ, ਉੱਥੇ ਵੀ ਪ੍ਰਮਾਤਮਾ ਉਤਨਾ ਹੀ ਮੌਜੂਦ ਹੈ। ਇਹ ਨਾ ਦੇਖੀ ਕਿ ਪੱਤਿਆਂ ਵਿੱਚ ਹੈ ਸਿਰਫ, ਤੇ ਫੁੱਲਾਂ ਵਿੱਚ ਹੈ, ਤੇ ਆਸਮਾਨ ਵਿੱਚ ਹੈ, ਚੰਦਰਮਾ ਵਿੱਚ ਹੈ, ਤਾਰਿਆਂ ਵਿੱਚ ਹੈ, ਸਮੁੰਦਰਾਂ ਦੀ ਗਹਿਰਾਈ ਵਿੱਚ ਹੈ। ਹਜ਼ਾਰਾਂ ਕਰੋੜਾਂ ਚੀਜ਼ਾਂ ਇਹੋ ਜਿਹੀਆਂ ਹਨ ਜਿਹੜੀਆਂ ਤੇਰੀ ਨਜ਼ਰ 'ਚ ਨਹੀਂ ਹੈ, ਤੇਰੀਆਂ ਅੱਖਾਂ ਨਹੀਂ ਹੈ ਤੇਰੀਆਂ ਦੇਖਣ ਵਾਲੀਆਂ। ਉਹ ਅੱਖਾਂ ਨਹੀਂ ਮਿਲੀਆਂ ਤੈਨੂੰ ਦੇਖਣ ਵਾਲੀਆਂ। ਜਿਹੜੀਆਂ ਚੀਜ਼ਾਂ ਤੈਨੂੰ ਨਜ਼ਰ 'ਚ ਨਹੀਂ ਆਉਂਦੀਆਂ ਨਾ, ਉਹਨਾਂ ਵਿੱਚ ਵੀ ਉਤਨਾ ਹੀ ਮੌਜੂਦ ਹੈ। ਸੋ ਇਹ ਉਸ ਪ੍ਰਮਾਤਮਾ ਦੀ ਵਡਿਆਈ ਕਰਦੇ ਹਨ, ਉਹਦੀ ਦ੍ਰਿਸ਼ਟਮਾਨ ਦੀ। ਤੇ ਧਵਲੇ ਉੱਪਰ ਕੀਤਾ ਬਹਾਰ, ਤੇ ਧਰਤੀ ਹੋਰ ਪਰੈ ਹੋਰ ਇਸ ਤੇ ਭਾਰ ਤਲੇ ਕਵਣ ਜੋਰ। ਵੀ ਉਹਦੇ ਥੱਲੇ ਕਿਹਦਾ ਜ਼ੋਰ ਚੱਲ ਸਕਦਾ ਹੈ? ਉਹਦੇ ਥੱਲੇ ਕੌਣ ਖੜਾ ਹੈ ਉਹਦੇ ਅੱਗੇ? ਗੁਰਸਿੱਖ ਨੂੰ ਇਨਕਰੇਜ ਕਰਦੇ ਹਨ ਅੱਖਾਂ ਖੋਲਣ ਵਾਸਤੇ। ਜਪਜੀ ਦੇ ਪਾਠਕ ਨੂੰ, ਉਸ ਉੱਚ ਕੋਟੀ ਦੇ ਜਿਗਿਆਸੂ ਨੂੰ ਇੱਕ ਰਿਕੁਐਸਟ ਕਰਦੇ ਹਨ ਕਿ ਉਸ ਕੁਦਰਤ ਵਿੱਚੋਂ ਕਾਦਰ ਨੂੰ ਢੂੰਡ ਤੇ ਉਹਦੀ ਸੇਵਾ ਕਰ, ਉਹਦੇ ਪਿੱਛੇ ਲੱਗ। ਹਾਂਜੀ, I think I'm going to end the class here. I've spoken a lot. Sorry, it took almost the whole class there, ਪਰ ਹੁਣ ਹਮੇਸ਼ਾ ਕਿਹਾ ਹੈ ਕਰਨ ਵਾਸਤੇ, ਤੇ ਮੈਂ ਕਿਹਾ ਜੇ ਕੀਤਾ ਤੇ ਠੀਕ ਤਰ੍ਹਾਂ ਕਰਾਂ, ਜਲਦਬਾਜ਼ੀ 'ਚ ਨਾ ਕਰਾਂ ਇਸ ਨੂੰ। ਕੋਈ ਗੱਲ ਨਹੀਂ, ਇਹ ਵੀ ਇੱਕ people, you guys must, maybe some people will now get encouraged to read more about Japji. Maybe some people will become more inquisitive, भी यार इतनी जबरदस्त गाने, maybe I should go find out, maybe that was my major goal actually, कि ਤੁਹਾਡੇ ਅੰਦਰ ਇੱਕ ਉਤਸ਼ਾਹ ਪੈਦਾ ਕਰਾਂ, ਕਿ ਤੁਹਾਡੇ ਅੰਦਰ ਉਤਸ਼ਾਹ ਪੈਦਾ ਹੋਵੇ ਕਿ ਮੈਂ ਜਾਣਾ ਗੁਰੂ ਬਾਰੇ, ਹੋਰ ਜਪਜੀ ਸਾਹਿਬ ਬਾਰੇ ਹੋਰ ਜਾਣਾ। ਤੇ ਜਿਹੜੇ KCF ਜਿਹੜੇ ਗੁਰਬਾਣੀ ਕਲਾਸ ਜਿਹੜੀ ਅਟੈਂਡ ਕਰਦੇ ਹਨ ਸਵੇਰੇ, ਉੱਥੇ ਮੈਂ it took us more than 5 years, I think from 2010 to 2015 ਤੱਕ ਇਹ ਜਪਜੀ ਦੀ ਬੜਾ ਲੰਬਾ ਚੈਪਟਰ ਚੱਲਿਆ ਸੀ ਉੱਥੇ। ਤੇ we discussed ਜਪਜੀ ਸਾਹਿਬ in great depth, it's a big effort to do that, and but ਤੁਸੀਂ ਖੁਦ ਪੜੋ, ਸਮਝੋ, ਔਰ ਜੇ ਤੁਹਾਨੂੰ ਕੋਈ ਚੀਜ਼ ਨਾ ਸਮਝ ਆਏ, use me as a resource also. Call me up, talk to me in the class, and I will look it up for you, and I will bring up ਅਗਲੀ ਕਲਾਸ ਵਿੱਚ ਜਿਹੜੀਆਂ 6-8 ਲਾਈਨਾਂ ਜਿਹੜੀਆਂ ਰਹਿੰਦੀਆਂ ਹਨ, ਜੀ ਜੰਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਤੋਂ ਲੈ ਕੇ ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਵਰੀ। ਤੇ ਦੇਖੋ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ ਕਿ ਲਾਸਟ ਵਿੱਚ ਜਾ ਕੇ ਉਹਨਾਂ ਨੇ ਛੋੜ ਦਿੱਤਾ ਨਾ ਸਾਰਾ ਕੁਝ, ਕਿ ਮੈਂ ਕੀ ਕਵਾਂ ਤੇਰੇ ਬਾਰੇ ਹੋ। ਕੁਦਰਤ ਕਵਣ ਕਹਾ ਵਿਚਾਰ, ਮੈਂ ਕੀ ਕਵਾਂ, ਦੱਸ ਮੈਨੂੰ, ਮੈਂ ਕੀ ਵਿਚਾਰ ਕਰਾਂ ਤੇਰਾ, ਮੈਂ ਕੀ ਕਵਾਂ, ਮੈਂ ਕੀ ਕਵਾਂ ਤੂੰ ਕਿੰਨਾ ਵੱਡਾ ਹੈ, ਮੈਂ ਕੀ ਕਵਾਂ ਤੂੰ ਤੇਰੇ ਕਿਹੜੇ ਸੁਮਾਰ ਹੈ ਤੇਰੇ, ਦੱਸ ਮੈਂ ਕੀ ਕਵਾਂ, ਮੈਂ ਕੀ ਵਿਚਾਰ ਕਰਾਂ ਤੇਰੇ ਬਾਰੇ, ਮੈਂ ਕੀ ਲਿਖ ਸਕਦਾ ਤੇਰੇ ਬਾਰੇ, ਕੀ ਕਵਾਂ ਮੈਂ, ਕੀ ਲਿਖਾਂ, ਮੇਰੀ ਕਲਮ ਤੇ ਇੱਥੇ ਵਰਡ ਉਹੀ ਹੈ ਨਾ, ਕੁਦਰਤ ਕਵਣ ਕਹਾ ਵਿਚਾਰ, ਮੈਂ ਕਿਹੜਾ ਵਿਚਾਰ ਕਰਾਂ, ਕੀ ਕਰਾਂ, what do you want me to do, what do you want me to write now, ਰਾਈਟ। ਫਿਰ ਐਂਡ ਵਿੱਚ ਜਾ ਕੇ ਉੱਥੇ ਗੱਲ ਮੁੱਕ ਜਾਂਦੀ ਹੈ, ਫਿਰ ਕਿ ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰ, ਤੂੰ ਬਸ ਹੋਰ ਕੁਝ ਨਹੀਂ ਹੈ। ਸੋ ਇਸ ਮਹਾਨ ਬਾਣੀ ਦੇ ਦਰਸ਼ਨ ਤੁਸੀਂ ਇਸ ਦੁਨੀਆ ਜਾਣ ਤੋਂ ਪਹਿਲੇ ਜ਼ਰੂਰ ਕਰਕੇ ਜਾਇਓ, ਅੰਤਰੀ ਭਾਵ ਨਾਲ, ਅੰਦਰੋਂ ਮਨ ਨਾਲ। ਹਾਂਜੀ, ਆਈ ਹੋਪ ਇਸ ਗੱਲ ਦਾ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇ ਅੱਜ ਕਿ ਇਸ ਬਾਣੀ ਦੀ ਡੈਪਥ ਦਾ, ਇਸ ਬਾਣੀ ਦੀ ਫਿਲੋਸੋਫੀਕਲ ਡੈਪਥ ਦਾ, ਔਰ ਤੁਸੀਂ ਜ਼ਰੂਰ ਇਸ ਨੂੰ ਪੜ੍ਹੋ ਔਰ ਇਸ ਨੂੰ ਸਮਝੋ, ਔਰ ਇਸ ਹਿਸਾਬ ਨਾਲ ਆਪਣੀ ਜ਼ਿੰਦਗੀ ਵਿੱਚ ਹਰ ਗੱਲ ਜਪਜੀ ਕੋਲ ਪੁੱਛ ਕੇ ਕਰੋ। ਹਰ ਕਦਮ ਜ਼ਿੰਦਗੀ ਦਾ ਜਪਜੀ ਦੇ ਦਾਇਰੇ ਵਿੱਚ ਹੋਵੇ ਤੁਹਾਡਾ ਹਰ ਕਦਮ। Every step in your life should be in light of, with Japji's permission basically. ਜੇ ਜਪਜੀ ਦੇ ਪਰਮਿਸ਼ਨ ਦੇ ਅੰਦਰ ਸਾਰਾ ਕੁਝ ਹੋਏਗਾ, ਜੇ ਜਪਜੀ ਦੇ ਦਾਇਰੇ ਦੇ ਅੰਦਰ ਹਰ ਰੋਵੋਗੇ ਤੇ ਪ੍ਰਮਾਤਮਾ ਨੇੜੇ ਆਏਗਾ ਤੁਹਾਡੇ, ਇਹ ਗਾਰੰਟੀ ਹੈ। So I will stop now if somebody wants to say something. Vijay, I just want to say about ke Taal Dharam Daya Ka Poot, ਹੁਣ ਤੁਸੀਂ ਸਾਇੰਸ ਨੂੰ ਲਓ ਤੇ ਸਾਇੰਟਿਸਟ ਕਹਿੰਦੇ ਨੇ ਕਿ ਇਹ ਧਰਤੀ ਆ ਆਕਾਸ਼, ਧਰਤੀ ਆ ਸੂਰਜ, ਜੇ ਸਾਰੇ they are following the laws of science,
they're following scientific laws, but they're actually not following scientific law, they're following the laws of nature. Kudrat de rules nu chal rahe ne. So they just interpret those rules and say that they're scientific rules because somehow they can calculate the math that how it works. But है ते कुदरत दे रूल ने, ਉਹ ਕੁਦਰਤ ਦੇ ਰੂਲ ਦੀ, ਉਸ ਕੁਦਰਤ ਦੇ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਸਾਰਾ ਕੁਝ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਐਕਸਪਲੇਨ ਕੀਤਾ. So it's a way of looking at it. Scientists ਕਹਿੰਦੇ ਨੇ ਵੀ ਸ਼ਾਇਦ ਅਸੀਂ that we can explain this so they become scientific rules. They're not scientific rules. है ते कुदरत दे रूल ने, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੇ ਨੇ ਸਾਰਾ ਕੁਝ. So I just wanted to say that. May I say something to that comment? I don't know that we should put science against the hukam of Vaheguru. I think they are the same. I don't think we should create this conflict between science and religion, because the laws of physics, or what governs the universe, are what is hukam, what is the law. That is exactly what Virji said, the same thing. I think he is saying the same. But I don't think we should say they are not scientific laws. They are the laws that have been discovered by scientists, but they are the laws of Vaheguru. Because that's what sometimes criticism ke bhi Bible ne kiya hai ke bhi 7000 saal pehle earth bani si and this and that, and that's why Bible is against, that's what creates that conflict. I think there is no reason to create a conflict when there is any. There is not. Conflict नहीं है दीदी, इतने गाले हो रही है. Conflict नहीं कर रहे, गाले इतने गाले हो रही है कि science या जो भी कह लो परमात्मा है. That's what Virji was trying to say. Conflict creating there is no. I think what he was trying to say with कि हर चीज दा जिहड़ा पिछोकड़ है, हर चीज दा जिहड़ा है, वो उसदा हुक्म है. अगे जाके एंड विच जाके तुहानू कई कहना पेगा सानू पता नहीं है की होने वाला है. अगे जाके एक टाइम आंदा जिते साइंस भी हाथ तोड़ देंदी है, you know. So anyway, that I did not have any, of course, you know, कि मैं कोई conflict create करा किसी नाल या कोई बंदा भी conflict नहीं है इत्थे, लेकिन एक point पे साइंस आके भी मत्था टेक देती है, you know कि हाँ जी सानू अगे जाके कुछ नहीं पता होना, अगे जाके क्यों हो रहा है इत्थे होने क्वांटम फिजिक्स अगे जाके एटम की करदे पे लाज कोई ना कोई तो लॉ फॉलो करदे पे ना किसी चीज दा, ओदे हुक्म विच है सारा कुछ. हाँ जी. Anybody else has any question? Thank you Anisha ji, I got your message. You know, you never thank me for all this stuff, because by thanking me is कोई मेरा अपना, मैं तानू सिर्फ दूसरियां दा पढ़ के सुनाया है दीदी, मैं कोई अपना कोई क्रेडिट नहीं है उहदे च. मेरा कोई मेरी अपनी रिसर्च होवे, कोई मेरी अपनी कोई गल होवे, फिर क्रेडिट उसनू जांदा है. मेरा कोई किसे, मेरी सारी नॉलेज सेकंड हैंड है, मैं पहले भी कह चुके हैं बड़ी बारी. So मेरा थैंक्स करने दी कोई लोड़ नहीं. You are not coming through you. You are that knowledge is coming to us through you. You know, you are the conduit. I agree totally. Work hard, Virji, to gather all the material and present to us you spend your time, your energy, your heart, you pour your heart into it. So we have to thank you. No, thank you at all. ਸੁਰਿੰਦਰ ਜੀ, ਇੱਕ ਮਿਹਰਬਾਨੀ ਕਰ ਸਕਦੇ ਹੋ ਕਿ ਤੁਹਾਡੀਆਂ ਪੁਰਾਣੀਆਂ ਜਿਹੜੀਆਂ ਜਪਜੀ ਸਾਹਿਬ ਦੀਆਂ ਵਿਆਖਿਆ ਦੀਆਂ ਜਿੰਨੀ ਕੋ ਵੀ ਇਨਫੋਰਮੇਸ਼ਨ ਮਿਲ ਸਕੇ, ਜਿਹਦੇ ਕੋਲੋਂ ਵੀ, ਜੇ ਕੋਈ ਕਿਸੇ ਨੇ ਰਿਕਾਰਡ ਕੀਤੀ ਹੋਵੇ ਤੇ ਉਹ ਸਾਨੂੰ ਦੇ ਸਕੋ ਤੇ ਬੜੀ ਮਿਹਰਬਾਨੀ. ठीक है, मैं आज सिमी दी नाल गल करांगा. I think Simar used to record a lot. मैं उन्हां नाल गल करांगा, you know, she's family, so मैं आज, she's listening actually right now, I can see her face. मैं सिमी दी नाल गल करांगा आज, मैं देखांगा कि सिमर कोल किन्नियां पुरानियां रिकॉर्डिंग्स पईयां होईयां. सिमी जी, if you are listening, if you know सर कोल हैंड सारियां कि नहीं, can you throw some light? Yes, Virji, look it up. Sasikal Virji, I will look it up. We do have recordings of Asadiwar complete. I did give to Ruby Didi some recordings from the beginning till like Podi or Shlok somewhere in a drive, and I do have Japji Sahib recordings, not from the first Podi, but from I think from 10th or 11th. I do have them. चलो जिन्नियां भी होइयां, will be so grateful to you. मैं कोशिश करांगा सिमी जी को लाके, या मैं तुम दे आऊंगा सारियां.
I will make sure of that. Okay, I will give it to you, Veerji, or we can ask Simar to put on YouTube, whatever you will say. Yeah, We'll do yeah. it. कोई ना कोई तरीका ढूंढांगे जरूर. Me and you will figure it out किन करना है, you know. But anyway, अगर Veerji, अगर जेड़ा, I'm sorry, somebody wants to say something. No, I just wanted to share कि अगर ਤੁਸੀਂ ਮੇਰੇ ਨਾਲ ਵੀ share ਕਰ ਸਕਦੇ ਹੋ ਜਪਜੀ ਸਾਹਿਬ ਦੀ ਜਿਹੜੀ translation ਤੁਸੀਂ ਪਹਿਲੇ ਕੀਤੀ ਹੋਈ ਹੈ. अच्छा, ਮੈਨੂੰ ਇਹ ਵੀ ਨਹੀਂ ਪਤਾ ਕਿ ਕੌਣ ਬੋਲ ਰਿਹਾ ਹੈ, so ਸਿਮਰ ਬੋਲ ਰਹੀ ਹਾਂ ਸੈਂਟਾ ਬਾਰਬਰਾ ਤੋਂ. अच्छा सिमर जी. Okay सिमर, nice to see you. Yeah, नहीं मैं जरूर मैं शेयर कर सकदा, no problem at all, ਤੇ ਮੈਂ ਕਰਾਂਗਾ ਜ਼ਰੂਰ. ਤੇ ਨਾਲੇ ਇੱਕ ਹੋਰ ਆਫਰ ਹੈ ਮੇਰੀ ਕਿ ਮੇਰੀ ਨੌਕਰੀ ਹੈ ਇੱਥੇ ਗੁਰੂ ਨਾਲ, ਤੇ ਜੇ ਅਗਰ ਕੋਈ ਪੜ੍ਹ ਕੇ ਕੋਈ ਪੌੜੀ ਵਾਕਈ ਤੁਹਾਨੂੰ ਦਿੱਕਤ ਆ ਰਹੀ ਹੋਏ ਸਮਝਣ 'ਚ ਜਾਂ ਨਾ ਕਲੈਰਿਟੀ ਹੋਵੇ ਉਸ ਥਾਟ ਪ੍ਰੋਸੈਸ ਦੀ, ਤੇ ਉਹ ਜ਼ਰੂਰ ਤੁਸੀਂ ਮੈਨੂੰ ਆਪ ਕਾਲ ਕਰਕੇ ਪੁੱਛ ਸਕਦੇ ਹੋ, ਮੇਰੇ ਕੋਲ ਮੈਨੂੰ ਫੋਨ ਕਰ ਸਕਦੇ ਹੋ, ਤੁਸੀਂ ਮੈਸੇਜ ਭੇਜ ਸਕਦੇ ਹੋ ਮੈਨੂੰ. ਪਰ ਥੋੜਾ ਜਿਹਾ ਆਪ ਪਹਿਲੇ ਕੋਸ਼ਿਸ਼ ਕਰੋ ਸਮਝਣ ਦੀ, ਅਰਦਾਸ ਕਰਕੇ, ਤੇ ਜੇ ਨਹੀਂ ਹੋਣ ਤੇ ਫਿਰ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ. ਨਰਿੰਦਰ ਵੀਰ ਜੀ ਬੈਠੇ ਨਹੀਂ, I understand ਜਪਜੀ ਆਲਸੋ ਵੈਰੀ ਵੈਲ. ਨਰਿੰਦਰ ਵੀਰ ਜੀ ਤੁਸੀਂ ਸਾਰੀਆਂ ਕਲਾਸਾਂ ਸੁਣੀਆਂ ਇਹਨਾਂ ਉਹਦੀਆਂ, so you know. Yeah, no, we did. Virji, it will be very helpful if ਤੁਸੀਂ ਸਾਨੂੰ ਪਹਿਲੇ post ਕਰ ਦਿਓਗੇ. We will also go through it, and then whatever questions or queries we have, we can even put forward later. Okay. You know, I'm so like sometimes afraid of like ਉਸ ਲਈ ਕੀ ਬੰਦਾ ਕਈ ਵਾਰੀ ਉਸ ਲਈ ਕਿਸੇ ਨੇ ਪ੍ਰਾਈਵੇਟ ਰਿਕਾਰਡਿੰਗ ਕੀਤੀ, ਉਹਨੇ ਕੀ ਬੋਲਿਆ ਉਹਦੇ, ਜਾਂ I could have said something about, I don't know what I said. Making it public makes me a little nervous though, you know, so I probably will not make it into a public thing. I'll wait until whoever wants to get it, and you know, you never know ajkal YouTube te, you know, log pa dende, pata nahi kai wari man ch koi eho jiha khayal banda koi share kar lenda, kai wari you know chet koi man ch khayal aa jata. Aur mere koi, when I speak though, and you probably have noticed it in the class when I speak, I don't have any notes in front. I don't believe in keeping notes in front. I don't have anything in the front. Zero. I internalize. I work on it. I internalize it. I keep my eyes closed. I do ardas and I start speaking, and whatever comes out, it comes out then. And next time when I speak on something, it might come out different. I might give different examples also. when kyun nahi hai ki bilkul oh keda program hai jehda log use karde ne, jehda oh pehle likha aa janda onu fir karde jao thalle, PowerPoint or something. Yeah, ਉਹ ਮੇਰੇ PowerPoint ਕਿਧਰੇ ਵੀ ਨਹੀਂ ਹੈ ਮੇਰੇ ਕੋਲ ਕਿਸੇ ਚੀਜ਼ ਦਾ ਵੀ. So which in some ways is bad, I feel, because ਜੇ ਹੋਵੇ ਤੇ ਬੰਦਾ ਅੱਗੇ ਕਿਸੇ ਨੂੰ ਦੇ ਸਕਦਾ, you know you, but then power, ਹਾਂਜੀ, I'm sorry, ਨਾ ਲਵਾਂਗੇ ਸਾਰੀਆਂ ਰਿਕਾਰਡਿੰਗਸ ਅਗਰ YouTube ਤੇ ਨਹੀਂ ਤੇ. Yeah, so we'll figure a way out, but so did a lot of people get encouraged to know about Japji today? That's what I want to know. Everybody. Absolutely. ਤੁਸੀਂ Google Drive ਵਿੱਚ ਪਾ ਸਕਦੇ ਹੋ ਔਰ Google Drive ਸ਼ੇਅਰ ਕਰ ਸਕਦੇ ਹੋ, ਇਸ ਤਰ੍ਹਾਂ ਕਰ ਸਕਦੇ ਹੋ. लॉकडाउन भी चल रहा था तो उस समय भी बड़ा खूबसूरत कॉन्सेप्ट जैसे आप. Yeah, so anyway, so I'm glad, you know. So Anisha ji ਤੁਹਾਡੀ ਅੱਧੀ ਕਰ ਦਿੱਤੀ ਹੁਣ ਤੁਹਾਡਾ ਕੰਮ, ਅੱਧਾ ਜਿਹੜਾ ਹੈ ਉਹ ਤੁਸੀਂ muted ਹੋ ਤਾਂ ਆਵਾਜ਼ ਨਹੀਂ ਆ ਰਹੀ ਮੈਨੂੰ ਤੁਹਾਡੀ. Can't thank you enough, Virji. The depth, and you know, it's almost like I can feel micro transformation in my own thinking and feeling just from hearing what you're saying. Yeah, so okay, एक बहुत ਵੱਡੀ gift है, and I don't know whether people know this or not, but मेरा एक बचपन ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ, 9th grade ਜਾਂ 10th grade ਚ ਹੋਣਾ ਉਸ ਵੇਲੇ, ਤੇ ਮੇਰਾ ਇੱਕ ਬੰਗਾਲੀ ਪ੍ਰੋਫੈਸਰ ਸੀ ਹਿਸਟਰੀ ਦਾ, ਮਿਸਟਰ ਦਾਸ ਨਾਂ ਸੀ, ਫਸਟ ਨਾਮ ਮੈਨੂੰ ਨਹੀਂ ਪਤਾ, ਲਾਸਟ ਨੇਮ ਦਾਸ ਸੀ, ਬੜਾ ਕਾਮਨ ਬੰਗਾਲੀ ਲਾਸਟ ਨੇਮ ਹੈ. ਤੇ ਉਹ ਕਿਧਰੇ ਮੁਗਲ ਐਮਪਾਇਰ ਦੇ ਥਰੂ ਚੈਪਟਰ ਚੱਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੱਲ ਆਈ, ਤੇ ਕਲਾਸ ਖਤਮ ਹੋਣ ਤੋਂ ਬਾਅਦ ਮੇਰੇ ਕੋਲ ਆਇਆ, ਕਹਿੰਦਾ ਸੁਰਿੰਦਰ, I was the only Sikh boy in my school in Calcutta when I went to, ਕੋਈ ਸਰਦਾਰ ਮੁੰਡਾ ਸੀ ਮੈਂ ਖਾਲੀ, और कोई नहीं सी साहब, कितना बड़ा कोई, it must be 4,000 students in that school, ਤੇ 1.25 ਲੱਖ ਖਾਲਸਾ ਸੀ ਸਿਰਫ. ਤੇ ਕਹਿੰਦਾ ਕਿ ਮੈਂ ਕਿਸੇ ਸਰਦਾਰ ਨੂੰ ਪੜਾਇਆ ਨਹੀਂ ਤੁਹਾਨੂੰ ਛੋੜ ਕੇ, ਤੇ ਮੈਂ ਇੱਕ ਗੱਲ, ਉਹ ਸਰਦਾਰ ਸੀ ਆਪ, ਤੇ ਕਹਿੰਦਾ ਮੈਂ ਜਪਜੀ ਸਾਹਿਬ ਦੀ ਟ੍ਰਾਂਸਲੇਸ਼ਨ ਪੜ੍ਹੀ
ਵਿਨੋਵਾ ਭਾਵੇ ਦੀ। ਵਿਨੋਵਾ ਭਾਵੇ is a great scholar ਹੋਏ ਹਨ ਹਿੰਦੂਇਜ਼ਮ ਦੇ, ਵੈਦਿਕ ਸਕਾਲਰ ਹੋਏ, ਉਹਨੇ ਵੈਦਿਕ ਤਰੀਕੇ ਦੀ ਟ੍ਰਾਂਸਲੇਸ਼ਨ ਕੀਤੀ ਹੈ। ਤੇ ਮੈਨੂੰ ਬਚਪਨ ਦੇ ਕੰਨ ਚ my ear still ring with these words. I must in the 9th grade ਜਾਂ 10th grade ਦੀ ਗੱਲ ਬਣੀ, ਕੈਲਕਟਾ ਦੀ ਗੱਲ ਹੈ। ਤੇ ਮੈਨੂੰ ਕਹਿਣ ਲੱਗਾ ਕਿ ਮੈਂ ਜਪਜੀ ਦੀ ਟ੍ਰਾਂਸਲੇਸ਼ਨ ਪੜ੍ਹੀ ਤੇ ਸੁਰਿੰਦਰ, I cannot tell you how impressed I am with your guru, how in depth he looked for the path to God. ਤੇ 10ਵੀਂ ਮੈਂ ਉਸ ਜਮਾਤ 10th grade ਵਿੱਚ ਜਦੋਂ ਮੈਂ ਸੀ, ਤੇ ਮੈਂ ਇੱਕ ਜਪਜੀ ਦੀ ਟ੍ਰਾਂਸਲੇਸ਼ਨ ਮੈਂ 8th grade ਚ ਪੜ੍ਹੀ ਸੀ, ਪਹਿਲੀ ਜਿਹੜੀ ਪੜ੍ਹੀ ਮੈਂ ਜਦੋਂ। Father encouraged me a lot to walk on this path, my dad, and ਉਹਨਾਂ ਦੇ ਕਹਿਣ ਦੇ ਉੱਤੇ ਇੱਕ ਵਾਰੀ ਪਟਨਾ ਸਾਹਿਬ ਗਏ ਦਰਸ਼ਨ ਕਰਨ, ਤੇ ਉੱਥੇ ਮੈਂ ਪਹਿਲਾ ਟੀਕਾ ਜਪਜੀ ਸਾਹਿਬ ਦਾ ਖਰੀਦਿਆ, ਜਿਹੜੇ ਮੇਰੇ ਕੋਲ ਹਾਲ ਵੀ ਘਰ ਪਿਆ ਹੋਇਆ, ਜਿਹੜੀ ਮੈਂ 8ਵੀਂ ਜਾਂ 9ਵੀਂ ਜਮਾਤ ਚ ਉਹ ਟੀਕਾ ਪੜ੍ਹਿਆ, ਪਹਿਲਾ ਟੀਕਾ ਜਿਹੜਾ ਜਪਜੀ ਸਾਹਿਬ ਦਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਫੀਸ਼ੀਅਲ ਪਬਲਿਕੇਸ਼ਨ ਸੀ ਜਪਜੀ ਦੀ। ਤੇ ਮੈਨੂੰ ਉਸ ਬੰਗਾਲੀ ਪ੍ਰੋਫੈਸਰ ਦੇ ਮੈਨੂੰ ਹਾਲੇ ਤੱਕ ਗੱਲ ਯਾਦ ਹੈ ਕਿ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਆਨ ਧਰਮਾਂ ਦੇ ਲੋਕਾਂ ਨੇ ਵੀ ਇਸ ਬਾਣੀ ਦਾ ਬੜਾ ਅਧਿਐਨ ਕੀਤਾ ਹੈ, ਬੜਾ ਅਧਿਐਨ ਕੀਤਾ ਹੈ। ਜਪਜੀ ਤੇ ਜਿਤਨੇ ਕੰਮ ਹੋਏ ਹਨ ਔਰ ਕਿਸੇ ਲੈਂਗੁਏਜ ਹੋਰ ਨੇ ਕੰਮ ਨਹੀਂ ਹੋਏ। ਬੜੇ ਬਹੁਤ ਸੋਹਣਾ ਲਿਖਿਆ ਹੈ। ਰਜਨੀਸ਼ ਨੇ ਜਪਜੀ ਦਾ ਟੀਕਾ ਕੀਤਾ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਸਿੱਖ ਨਹੀਂ, ਜਿਹੜੇ ਨੌਨ ਸਿੱਖ ਕਮਿਊਨਿਟੀ ਵਿੱਚ ਵੀ ਇਸ ਬਾਣੀ ਦਾ ਬੜਾ ਮਹੱਤਵ ਮੰਨਿਆ ਗਿਆ ਬੜਾ। ਔਰ ਇਸ ਬਾਣੀ ਦਾ ਮਹੱਤਵ ਹੀ ਨਹੀਂ ਮੰਨਿਆ ਗਿਆ, ਇਸ ਬਾਣੀ ਦੇ ਉੱਤੇ ਬੜੀ ਚਰਚਾ ਹੈ, ਬੜੀ ਡਿਸਕਸ਼ਨ ਹੈ ਬੜੀ, ਔਰ ਬੜੀ ਇੰਟਰੀਗਿੰਗ ਬਾਣੀ ਹੈ ਬਹੁਤ। ਤੁਹਾਡੇ ਇੰਟੈਲੈਕਟ ਨੂੰ ਇੰਟਰੀਗ ਕਰੇਗੀ ਬਹੁਤ, ਕਿਉਂਕਿ ਇੰਨਾ ਬਹੁਤ ਸੈਲਫ ਐਕਸਪਲੇਨਟਰੀ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਇਹਨਾਂ 6 ਲਾਈਨਾਂ ਵਿੱਚ ਕਿੰਨਾ ਕੁਝ ਕਹਿ ਗਏ ਕੋਈ 6 ਵਰਡਸ ਵਿੱਚ। ਕਿਤਨੀ ਵੱਡੀ ਗੱਲ ਕਰ ਗਏ, ਕਿਤਨੀ ਗਹਿਰਾਈ ਦੀ ਗੱਲ ਇਹਨਾਂ 4 ਲਾਈਨਾਂ ਛੁਪੀ ਹੋਈ। ਸੋ ਅੱਗੇ ਜਾ ਕੇ ਹੋਰ ਜਪਜੀ ਦੀਆਂ ਬਾਣੀਆਂ ਅਖਰੀ ਦੇ ਸ਼ਲੋਕ ਵਿੱਚ ਜਾਂ ਜਾ ਕੇ ਅਖਰੀ ਨਾਮ ਅਖਰੀ ਸਾਲਾ, ਅੱਗੇ ਜਾ ਕੇ ਜਿਹੜੀਆਂ ਸੋਦਰ ਦੀਆਂ ਪੌੜੀਆਂ ਆਣਗੀਆਂ, ਜਦੋਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਉਹਨਾਂ ਪੌੜੀਆਂ ਵਿੱਚ ਪਰਮਾਤਮਾ ਦੇ ਦਰਸ਼ਨ ਕਰਾਉਂਦੇ ਹਨ, ਉਸ ਦਰ ਤੇ ਲੈ ਕੇ ਜਾਂਦੇ ਹਨ। ਸੋ ਹੋਪਫੁਲੀ ਪੀਪਲ ਗਾਟ ਇਨਕਰੇਜ, ਸੋ ਆਈ ਥਿੰਕ ਸੁਰਿੰਦਰ ਜੀ, ਹਾਂਜੀ, ਕਿਹੜੀ ਤੁਸੀਂ ਦੱਸੋਗੇ ਕਿਹੜਾ ਟੀਕਾ ਦਾ ਤੁਸੀਂ ਰਿਕਮੈਂਡ ਕਰ ਸਕਦੇ ਹੋ ਜਿਹੜਾ ਆਪ ਪੜ੍ਹਿਆ ਜਾਏ? ਲਿਟਰਲ ਟ੍ਰਾਂਸਲੇਸ਼ਨ ਬੜੀਆਂ ਪੜੀਆਂ ਨੇ, ਪਰ ਨਥਿੰਗ ਕਲੋਜ਼ ਟੂ the way you talk about, ਤੇ ਕਿਹੜੀ ਤੁਸੀਂ ਰਿਕਮੈਂਡ ਕਰੋਗੇ ਜਿਹੜੀ ਆਪ ਲੈ ਕੇ ਪੜ੍ਹੀਏ? ਤੇ 2-3 ਟੀਕੇ ਮੈਂ ਰეკਮੈਂਡ ਕਰਾਂਗਾ। ਇੱਕ ਤੇ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹਰਾਂ ਦਾ, ਜਿਹੜਾ ਉਹਨਾਂ ਨੇ ਸੰਥਿਆ ਦੇ ਪਹਿਲੀ ਵੋਲਿਊਮ ਚ ਲਿਖਿਆ ਹੈ, ਜਿਨ੍ਹਾਂ ਨੇ 7 ਵੋਲਿਊਮ ਮੰਗਾਈਆਂ ਕਿਤਾਬਾਂ ਦੀਆਂ, ਉਹਨਾਂ ਦੀ ਪਹਿਲੇ ਵੋਲਿਊਮ ਚ ਹੈ, that is the first one. ਦੂਸਰਾ ਪ੍ਰਿੰਸੀਪਲ ਤੇਜਾ ਸਿੰਘ ਹਰਾਂ ਦਾ ਜਪਜੀ ਸਾਹਿਬ ਦਾ ਟੀਕਾ ਹੈ, ਭਾਵ ਪ੍ਰਕਾਸ਼ਨੀ ਟੀਕਾ ਜਪਜੀ ਸਾਹਿਬ ਦਾ, ਉਹ ਵੀ ਬਹੁਤ ਖੂਬਸੂਰਤ ਹੈ। ਤੀਸਰਾ ਟੀਕਾ, ਬੜੇ ਟੀਕੇ ਹਨ, ਇਹ ਤੀਸਰੀ ਜਿਹੜੀ ਟ੍ਰਾਂਸਲੇਸ਼ਨ ਜਿਹੜੀ ਮੇਰੀ ਫੇਵਰੇਟ ਭਾਈ ਜੋਤ ਸਿੰਘ ਹਰਾਂ ਦੀ ਹੈ, ਬੜੇ ਹਨ, ਲਿਮਿਟਲੈਸ ਹੈ, but start from these two, I think you will probably get to where you want to go and then go. ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਵੀ ਬੜਾ ਮਸ਼ਹੂਰ ਹੈ, ਜਿਹੜਾ ਦਰਪਣ ਵਿੱਚ ਹੈ, ਉਹ ਵੀ ਕਈ ਲੋਕ ਪੜ੍ਹਦੇ ਹਨ, that is also very good. ਉਹ ਵੀ ਮੈਂ ਪੜ੍ਹਨੀ ਹੈ, ਪਰ ਉਹ ਇਸ ਤਰ੍ਹਾਂ ਨਹੀਂ ਹੈ ਡਿਟੇਲ ਜਿਵੇਂ ਤੁਸੀਂ ਦੱਸਦੇ ਹੋ। ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੜ੍ਹੋ, I think that is probably the best one. ਮੈਂ ਫਿਰ ਉਹ ਇਹਨਾਂ ਕੋਲ ਲੈ ਕੇ ਆਵਾਂਗੀ, ਵਿਸ਼ਾਰਾ ਸਿੰਘ ਹੋਰਾਂ ਕੋਲੋਂ। ਕਿਸੇ ਕੋਲ ਲਿਆਉਣ ਦੀ ਲੋੜ ਨਹੀਂ ਹੈ ਦੀਦੀ, ਤੁਸੀਂ sikhbookclub.com ਤੋਂ ਆਪਣੇ ਆਈਪੈਡ ਤੇ ਡਾਊਨਲੋਡ ਕਰ ਲਓ, ਤੇ ਆਈਪੈਡ ਤੇ ਪੜ੍ਹ ਲਓ ਆਪਣਾ, ਲਿਆਉਣ ਦੀ ਕੋਈ ਲੋੜ ਨਹੀਂ ਹੈ। ਜੇ ਮੰਗਾਣੇ ਹਨ ਟੀਕੇ ਤੇ ਤੁਸੀਂ ਫਿਰ singhbrothers.com ਤੇ ਇੰਟਰਨੈਟ ਦੇ ਥਰੂ ਉਹਨਾਂ ਟੀਕਿਆਂ ਨੂੰ ਮੰਗਵਾ ਲਵੋ ਪੈਸੇ ਦੇ ਕੇ, ਤੇ ਉਹ ਤੁਹਾਨੂੰ ਮੇਲ ਕਰ ਦੇਣਗੇ। ਵੈਸੇ ਇੱਥੇ ਮਲਿਕ ਵੀਰ ਜੀ ਕੋਲ ਹੀ ਪੁੱਛ ਲਓ, ਨਿਮੀ ਦੀਦੀ ਤੁਸੀਂ ਹੋ ਕਲਾਸ ਵਿੱਚ ਇਸ ਵੇਲੇ? You can speak up, Didi, agar tusi hote. If many times she comes to the class, I don't know whether she's here today or not, but ona kolo hi shayad mil jaan, main pata karwa sakda tonu. Yeah. Nahi to download to tusi apni iPad te kar sakde ho jadon marzi. So theek hai. Hanji. Chalo ji. Thank you. No other issues, no other comments. I'm Fateh bulan laga. I'm going to stay on for another 30 to 60 seconds. Some people want to talk when
many people are gone, so I'm going to wait for it. Then I'm going to, turn off. Vairi Ji Khalsa, Vairi Ji